Yes, please. Let us start. Punjab Tenancy Act 1887। ਇਹ ਐਕਟ ਦੀ ਕਿਉਂ ਲੋੜ ਪਈ ਹੈ? ਐਕਟ ਕੀ ਚੀਜ਼ ਹੈਗੀ ਹੈ? ਇਹਦੇ ਸੰਬੰਧੀ ਥੋੜਾ ਜਿਹਾ ਇੰਟਰੋਡਕਸ਼ਨ ਜੇ ਆਪਾਂ ਨੂੰ ਹੋਏਗੀ ਤਾਂ ਤੁਹਾਨੂੰ ਜਿਹੜਾ ਐਕਟ ਹੈਗਾ ਪ੍ਰੋਪਰ ਤਰੀਕੇ ਨਾਲ ਸਮਝ ਆਏਗਾ। ਉਸ ਟਾਈਮ ਦੇ ਵਿੱਚ ਜਦੋਂ ਇਹ ਐਕਟ ਬਣੇ ਹੈ, ਉਸ ਸਮੇਂ ਜਿਹੜੀਆਂ ਲੈਂਡ ਸੀਗੀਆਂ, ਜ਼ਮੀਨਾਂ ਸੀਗੀਆਂ, ਵੱਡੇ ਵੱਡੇ ਲੈਂਡ ਲੌਰਡ ਹੁੰਦੇ ਸੀਗੇ, ਲੈਂਡ ਓਨਰ, ਵੱਡੇ ਵੱਡੇ ਜ਼ਗੀਰਦਾਰ ਹੁੰਦੇ ਸੀ, ਜਿਨ੍ਹਾਂ ਕੋਲ 100 ਏਕੜ 200 ਏਕੜ ਜ਼ਮੀਨਾਂ ਹੁੰਦੀਆਂ ਸੀ ਤੇ ਉਹਨਾਂ ਦੇ ਮਜ਼ਾਰੇ ਹੁੰਦੇ ਸੀ, ਜਿਹਨਾਂ ਨੂੰ ਅਸੀਂ ਅੱਜ ਵੀ ਮਜ਼ਾਰਾ ਕਹਿੰਦੇ ਹਾਂ, ਗੈਰ-ਮਲੂਸੀ ਕਹਿ ਦਿੰਦੇ ਹਾਂ। ਉਹਨਾਂ ਦੇ ਅਧੀਨ ਜ਼ਮੀਨਾਂ ਕਾਸ਼ਤ ਕਰਦੇ ਸੀਗੇ। ਕੋਈ ਲੰਮੇ ਸਮੇਂ ਤੋਂ ਕਾਸ਼ਤ ਕਰਦੇ ਸੀ, ਕੋਈ 10 ਸਾਲ ਤੋਂ, ਕੋਈ 20 ਸਾਲ ਤੋਂ, ਕੋਈ 30 ਸਾਲ ਤੋਂ, ਕੋਈ ਪੀੜ੍ਹੀ ਦਰ ਪੀੜ੍ਹੀ ਕਾਸ਼ਤ ਕਰਦਾ ਆ ਰਿਹਾ ਸੀਗਾ, ਦਾਦਿਆਂ ਤੋਂ ਪੜਦਾਦਿਆਂ ਤੋਂ। ਤੇ ਏਦਾਂ ਕਾਸ਼ਤ ਕਰਦੇ ਆ ਰਹੇ ਸੀ ਉਹ, ਫਿਰ ਉਹ ਮਜ਼ਾਰੇ ਬਣ ਜਾਂਦੇ ਸੀਗੇ। ਤਿੰਨ ਤਿੰਨ ਪੀੜ੍ਹੀਆਂ ਤੋਂ ਜਿਹੜੇ ਕਾਸ਼ਤ ਕਰਦੇ ਆਉਂਦੇ ਸੀ ਲੋਕ, ਫਿਰ ਉਹਨਾਂ ਦੇ ਵਿਚਕਾਰ ਆਪਸੀ ਡਿਸਪਿਊਟ ਕ੍ਰੀਏਟ ਹੋਣ ਲੱਗੇ। ਲੈਂਡਲੌਰਡ ਦੇ ਵਿਚਕਾਰ ਤੇ ਟੇਨੈਂਟਸ ਦੇ ਵਿਚਕਾਰ ਆਪਸੀ ਡਿਸਪਿਊਟ ਕ੍ਰੀਏਟ ਹੋਣ ਲੱਗੇ। ਉਹਨਾਂ ਡਿਸਪਿਊਟਸ ਨੂੰ ਸੋਲਵ ਕਰਨ ਦੀ ਖਾਤਰ ਜਿਹੜਾ ਇਹ ਐਕਟ ਹੈ, ਪਹਿਲਾਂ ਇਸ ਤੋਂ ਪਹਿਲਾਂ ਪੰਜਾਬ ਟੈਨੈਂਸੀ ਐਕਟ 1868 ਬਣਿਆ ਸੀਗਾ। ਫਿਰ ਉਹਦੇ ਵਿੱਚ ਕੁਝ ਤਰਮੀਮਾਂ ਲੋੜ ਪਈ, ਅਮੈਂਡਮੈਂਟਸ ਕਰਨ ਦੀ ਜ਼ਰੂਰਤ ਪਈ। ਬਹੁਤ ਸਾਰੀਆਂ ਅਮੈਂਡਮੈਂਟਸ ਹੋ ਗਈਆਂ। ਜਦੋਂ ਜ਼ਿਆਦਾ ਅਮੈਂਡਮੈਂਟਸ ਹੋ ਗਈਆਂ ਤੇ ਫਿਰ ਉਸ ਤੋਂ ਬਾਅਦ ਕੀ ਹੈ, ਗਵਰਨਮੈਂਟ ਨੇ ਜਿਹੜਾ ਇਹ ਐਕਟ ਹੈਗਾ ਇਹਦੇ ਵਿੱਚ 1887 ਦੇ ਵਿੱਚ ਆ ਕੇ 1887 ਦੇ ਵਿੱਚ ਆ ਕੇ ਫਿਰ ਨਵਾਂ ਐਕਟ ਬਣਾਇਆ ਹੈਗਾ, ਤਾਂ ਕਿ ਜਿਹੜੇ ਲੈਂਡਲੌਰਡ ਤੇ ਜਿਹੜੇ ਟੇਨੈਂਟਸ ਹੈਗੇ ਆ, ਉਹਨਾਂ ਦੇ ਜਿਹੜੇ ਡਿਸਪਿਊਟਸ ਨੇ ਉਹਨਾਂ ਨੂੰ ਸੋਲਵ ਕੀਤਾ ਜਾ ਸਕੇ, ਸੈਟਲ ਕੀਤਾ ਜਾ ਸਕੇ। ਉਹਨਾਂ ਦੇ ਵਿੱਚ ਜਿਹੜੀਆਂ ਵੀ ਇੱਕ ਦੂਜੇ ਦੇ ਕੋਈ ਆਪਣੀ ਜਿਹੜੀ ਐਗਰੀਮੈਂਟ ਹੁੰਦੇ ਸੀਗੇ, ਕੰਟਰੈਕਟ ਹੁੰਦੇ ਸੀਗੇ ਟੈਨੈਂਸੀ ਦੇ, ਉਹ ਟੈਨੈਂਸੀ ਦੇ ਐਕਟ ਨੂੰ ਕੋਈ ਬੰਦਾ, ਕੋਈ ਵੀ ਇੱਕ ਪਾਰਟੀ ਕੋਈ ਉਸ ਨੂੰ ਤੋੜਦੀ ਸੀ ਤਾਂ ਉਹਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਸਕਦੀ ਸੀ, ਲੈਂਡਲੌਰਡ ਕੀ ਕਾਰਵਾਈ ਕਰ ਸਕਦਾ ਸੀਗਾ, ਟੈਨੈਂਟ ਕੀ ਕਾਰਵਾਈ ਕਰ ਸਕਦਾ ਸੀਗਾ, ਤੇ ਉਹ ਡਿਸਪਿਊਟ ਕਿਵੇਂ ਸੈਟਲ ਕੀਤੇ ਜਾਂਦੇ ਸੀਗੇ। ਰੈਵਨਿਊ ਆਫਿਸਰ, ਰੈਵਨਿਊ ਕੋਰਟਾਂ ਬਣਾਈਆਂ ਗਈਆਂ ਇਸ ਐਕਟ ਦੇ ਤਹਿਤ ਉਸ ਵੇਲੇ। ਤਾਂ ਜਿਹੜਾ ਇਹ ਐਕਟ ਸੀਗਾ 1868 ਤੋਂ ਬਾਅਦ 1887 ਐਕਟ ਬਣਾਇਆ ਗਿਆ, ਪੰਜਾਬ ਟੈਨੈਂਸੀ ਐਕਟ, ਜਿਹਨੂੰ ਅਸੀਂ ਅੱਜ ਪੜ੍ਹਨ ਲੱਗਿਆ। ਇਹਦਾ ਚੈਪਟਰ ਨੰਬਰ 1 ਤੋਂ ਅਸੀਂ ਸਟਾਰਟ ਕਰਾਂਗੇ। ਟਾਈਟਲ ਹੈ ਐਕਸਟੈਂਟ ਆਫ ਦਾ ਕਮੈਂਸਮੈਂਟ। ਇਹ ਜਿਹੜਾ ਐਕਟ ਹੈ ਕਦੋਂ ਕਮੈਂਸ ਹੋਇਆ, ਕਦੋਂ ਇਹਦਾ ਟਾਈਟਲ ਕੀ ਹੈਗਾ, ਪੰਜਾਬ ਟੈਨੈਂਸੀ ਐਕਟ 87। ਇਹ ਜਿਹੜਾ ਸੀਗਾ ਇਹ ਸਟੇਟ ਆਫ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਜਿਹੜਾ ਹੈਗਾ ਸੀ ਇਨਫੋਰਸ ਹੋਇਆ। ਉਸ ਵੇਲੇ ਜਦੋਂ ਸਟੇਟ ਆਫ ਪੰਜਾਬ 'ਚ ਕਿਹੜੇ ਕਿਹੜੇ ਪਾਰਟ ਹੁੰਦੇ ਸੀਗੇ, ਪੰਜਾਬ, ਹਰਿਆਣਾ, ਹਿਮਾਚਲ ਦਾ ਕੁਛ ਹਿੱਸਾ, ਯੂਟੀ, ਇਹ ਸਾਰੇ ਪੰਜਾਬ ਦੇ ਪਾਰਟ ਹੁੰਦੇ ਸੀਗੇ ਉਸ ਵੇਲੇ। ਇਹ ਆਫਟਰ ਦਾ ਕੰਸੈਂਟ ਆਫ ਦਾ ਸੈਂਟਰਲ ਗਵਰਨਮੈਂਟ ਤੇ ਜਿਹੜਾ ਹੈਗਾ ਇਨਫੋਰਸ ਕੀਤਾ ਗਿਆ ਸੀਗਾ। ਔਰ ਹੁਣ ਜਿਹੜੀ ਸੈਕਸ਼ਨ 2 ਤੇ 3 ਜਿਹੜੀਆਂ ਹੈਗੀਆਂ ਰਿਪੀਲ ਹੋ ਚੁੱਕੀਆਂ ਨੇ। ਸੈਕਸ਼ਨ 3, ਸੈਕਸ਼ਨ 4, 2 ਤੇ 3 ਰਿਪੀਲ ਹੋ ਚੁੱਕੀਆਂ ਨੇ ਤੇ ਸੈਕਸ਼ਨ 4 ਤੋਂ ਅਸੀਂ ਚੱਲਦੇ ਹਾਂ। ਡੈਫੀਨੇਸ਼ਨ ਕਲੌਜ਼ ਹੈਗੀ ਹੈ, ਇਹ ਬਹੁਤ ਇੰਪੋਰਟੈਂਟ। ਇਹ ਜਿਹੜੀ ਬੁੱਕ ਦਾ ਜਿਹੜਾ ਪਾਰਟ ਹੈਗਾ ਡੈਫੀਨੇਸ਼ਨ ਕਲੌਜ਼, ਜੇ ਸਾਨੂੰ ਡੈਫੀਨੇਸ਼ਨ ਦੀ ਪੂਰੀ ਸਮਝ ਹੋਏਗੀ ਤਾਂ ਹੀ ਅਸੀਂ ਪੂਰੇ ਐਕਟ ਨੂੰ ਅਸੀਂ ਸਮਝ ਪਾਵਾਂਗੇ। ਡੈਫੀਨੇਸ਼ਨ ਕਲਾਸ ਦੀਆਂ ਕੁਝ ਡੈਫੀਨੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਲੈਂਡ ਰੈਵਨਿਊ ਐਕਟ ਦੇ ਵਿੱਚ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਉਹਦੇ ਨਾਲ ਮਿਲਦੇ ਜੁਲਦੇ ਹਾਂ, ਪਰ ਕਾਫੀ ਫਿਰ ਵੀ ਇਹਦੇ ਨਾਲ ਕਾਫੀ ਫਰਕ ਹੈਗਾ ਉਸ ਦੇ ਨਾਲੋਂ। ਜਿਵੇਂ ਲੈਂਡਸ ਦੀ ਹੈ, ਸਬਸੈਕਸ਼ਨ 1 ਹੈਗੀ ਲੈਂਡ। ਲੈਂਡ ਤੇ ਅਸਟੇਟ 'ਚ ਕਾਫੀ ਡਿਫਰੈਂਸ ਹੈਗਾ। ਅਸਟੇਟ ਹੋਰ ਚੀਜ਼ ਹੁੰਦੀ ਹੈ, ਲੈਂਡ ਹੋਰ ਚੀਜ਼ ਹੁੰਦੀ ਹੈ। ਲੈਂਡ ਮੀਨਸ ਲੈਂਡ ਵਿਚ ਇਜ਼ ਨਾਟ ਆਕੂਪਾਈਡ ਬਾਈ ਐਨੀ ਸਾਈਟ ਆਫ ਐਨੀ ਬਿਲਡਿੰਗ ਇਨ ਏ ਟਾਊਨ ਔਰ ਵਿਲੇਜ। ਪਿੰਡ ਦੇ ਵਿੱਚ, ਲਾਲ ਕਿਲੇ ਦੇ ਅੰਦਰ ਜਾਂ ਕਿਸੇ ਸ਼ਹਿਰ ਦੇ ਵਿੱਚ ਜਿਹੜਾ ਰੈੱਡ ਲਾਈਨ ਹੈਗੀ ਆ ਉਸ ਦੇ ਅੰਦਰ ਜਿਹੜੀ ਪ੍ਰਾਪਰਟੀ ਹੁੰਦੀ ਹੈ ਉਹਨੂੰ ਅਸੀਂ ਲੈਂਡ ਦੀ ਪਰਿਭਾਸ਼ਾ 'ਚ ਨਹੀਂ ਗਿਣਦੇ। ਜਿਵੇਂ ਕਿ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 4 ਦੇ ਵਿੱਚ ਵੀ ਅਸੀਂ ਪੜ੍ਹਿਆ ਸੀਗਾ ਵੀ ਪ੍ਰਾਪਰਟੀ ਸੈਚੂਏਟਡ ਵਿਦਿਨ ਦਾ ਰੈੱਡ ਲਾਈਨ, ਵਿਦਿਨ ਦਾ ਰੈੱਡ ਲਾਈਨ, ਤੇ ਜਿਹੜਾ ਲੈਂਡ ਰੈਵਨਿਊ ਐਕਟ ਹੈ ਉਹਦੇ ਉੱਤੇ ਐਪਲੀਕੇਬਲ ਨਹੀਂ ਹੁੰਦਾ ਹੈਗਾ। ਇਸ ਕਰਕੇ ਜਿਹੜੀ ਲੈਂਡ ਦੀ ਪਰਿਭਾਸ਼ਾ ਹੈਗੀ ਹੈ, ਲੈਂਡ ਮੀਨਸ ਲੈਂਡ ਵਿਚ ਇਜ਼ ਨਾਟ ਆਕੂਪਾਈਡ ਬਾਈ ਦਾ ਸਾਈਟ ਆਫ ਦਾ ਵਿਲੇਜ ਔਰ ਟਾਊਨ। ਪਰ ਦੂਜੀ ਗੱਲ ਇਹ ਵੀ ਹੈਗੀ, ਜੇ ਕੋਈ ਮਕਾਨ ਜਾਂ ਕੋਈ ਫਾਰਮ ਹਾਊਸ ਕਿਸੇ ਕਿਸੇ ਖੇਤ ਦੇ ਵਿੱਚ ਬਣਿਆ ਹੋਇਆ ਹੈਗਾ, ਐਗਰੀਕਲਚਰ ਪਰਪਸ ਲਈ ਬਣਿਆ ਹੋਇਆ ਹੈਗਾ, ਫਾਰਮ ਹਾਊਸ ਬਣਾਇਆ ਹੋਇਆ ਕਿਸੇ ਕਿਸਾਨ ਨੇ, ਕੋਈ ਡੰਗਰਾਂ ਦਾ ਕੋਈ ਬਾੜਾ ਬਣਾਇਆ ਹੋਇਆ ਜਾਂ ਕੋਈ ਤੂੜੀ ਦਾ ਕੋਠਾ ਬਣਾਇਆ ਹੋਇਆ ਹੈਗਾ, ਉਹਦੇ ਨਾਲ ਉਹਦੀ ਜਿਹੜੀ ਪਰਿਭਾਸ਼ਾ ਹੈਗੀ ਲੈਂਡ ਦੀ ਖਤਮ ਨਹੀਂ ਹੋ ਜਾਂਦੀ। ਉਹ ਪ੍ਰੋਪਰਟੀ ਵੀ, ਬੇਸ਼ੱਕ ਉੱਥੇ ਮਕਾਨ ਬਣਿਆ ਹੋਵੇ, ਬੇਸ਼ੱਕ ਕੋਈ ਡੰਗਰਾਂ ਦਾ ਬਾੜਾ ਬਣਿਆ ਹੋਵੇ, ਬੇਸ਼ੱਕ ਤੂੜੀ ਦਾ ਕੋਠਾ ਬਣਿਆ ਹੋਵੇ, ਬੇਸ਼ੱਕ ਡੰਗਰਾਂ ਦੇ ਚਾਰਨ ਦੇ ਲਈ ਕੋਈ ਜਗ੍ਹਾ ਰੱਖੀ ਗਈ ਹੋਵੇ, ਕੋਈ ਬਿਲਡਿੰਗ ਬਣੀ ਗਈ ਹੋਵੇ, that is also included in the definition of land which is situated in the agriculture land। agriculture land ਦੇ ਮਕਸਦ ਲਈ, agriculture land ਨੂੰ ਖੇਤੀਬਾੜੀ ਵਾਹਨ ਦੇ ਲਈ ਖੇਤ ਦੇ ਵਿੱਚ ਕੋਈ ਬਿਲਡਿੰਗ ਬਣੀ ਹੋਈ ਹੈ ਤਾਂ ਉਹ ਲੈਂਡ ਦੀ ਪਰਿਭਾਸ਼ਾ ਵਿੱਚ ਹੀ ਗਿਣੀ ਜਾਂਦੀ ਹੈ। ਇਹ ਜਿਹੜਾ ਹੈਗਾ ਸਬਸੈਕਸ਼ਨ 1 ਕਹਿੰਦਾ ਹੈਗਾ। ਅਸੀਂ ਇਹ ਨਾ ਕਹਿ ਲਈਏ ਵੀ ਜੇ ਇਹ ਲੈਂਡ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ, ਮਕਾਨ ਬਣਿਆ ਹੋਇਆ, ਫਾਰਮ ਹਾਊਸ ਬਣਿਆ ਹੋਇਆ, ਕੋਠਾ ਬਣਿਆ ਹੋਇਆ, ਤੇ ਉਹਦੇ ਉੱਪਰ ਕੋਈ, ਦੇਖੋ ਇਹ ਟੈਕਨੀਕਲ ਗੱਲ ਹੈਗੀ ਹੈ ਕਿ ਕਿਵੇਂ ਟੈਕਨੀਕਲ ਤਰੀਕੇ ਨਾਲ ਇਸ ਨੂੰ ਦੇਖਦੇ ਹਾਂ।
ਅਸੀਂ ਗੈਰ ਮੁਲਕਨ ਤੇ ਲੈਂਡ ਦੇ ਉੱਪਰ ਜਿਹੜਾ ਸਾਡਾ ਸਟੈਂਪ ਡਿਊਟੀ ਹੈ ਹੋਰ ਹੁੰਦੀ ਹੈ। ਜਿਹੜੀ ਐਗਰੀਕਲਚਰ ਲੈਂਡ ਹੈ ਉਹਦੇ ਉੱਪਰ ਡਿਊਟੀ ਹੋਰ ਹੁੰਦੀ ਹੈਗੀ ਹੈ। ਪਰ ਜੇਕਰ ਖੇਤ ਦੇ ਵਿੱਚ ਕੋਈ ਕੋਠਾ ਬਣਿਆ ਹੋਇਆ, ਮਕਾਨ ਬਣਿਆ ਹੋਇਆ, ਕੋਈ ਸੰਦਾਂ ਦਾ ਕੋਈ ਟਰੈਕਟਰ ਵਗੈਰਾ ਖੜੇ ਕਰਨ ਦੇ ਲਈ ਕੋਈ ਕੋਠਾ ਬਣਿਆ ਹੋਇਆ, ਤਾਂ ਅਸੀਂ ਉਸਨੂੰ ਗੈਰ ਮੁਲਕਨ ਦੀ ਭਾਸ਼ਾ 'ਚ ਨਹੀਂ ਕਰਾਂਗੇ, ਉਸਨੂੰ ਐਗਰੀਕਲਚਰ ਲੈਂਡ, ਉਹਨੂੰ ਲੈਂਡ ਦੀ ਭਾਸ਼ਾ 'ਚ ਹੀ ਕਹਿੰਦੇ ਹਾਂ ਅਸੀਂ। ਇਹ ਸੈਕਸ਼ਨ ਕਲੈਰੀਫਾਈ ਕਰਦਾ ਇੱਥੇ। ਨੈਕਸਟ ਹੈ ਸਬਸੈਕਸ਼ਨ 2 ਪੇ ਕੀ ਹੈ? ਪੇ ਜਦੋਂ ਕੋਈ ਪੇਮੈਂਟ ਕਿਸੇ ਨੂੰ ਪੇ ਕਰਦਾ ਹੈ ਉਸਨੂੰ ਪੇ ਕਹਿੰਦੇ। ਰੈਂਟ ਪੇ ਕੀਤਾ ਜਾਂਦਾ ਹੈ, ਇਸ ਐਕਟ ਦੇ ਵਿੱਚ ਰੈਂਟ ਪੇ ਕੀਤਾ ਜਾਂਦਾ ਹੈਗਾ, ਉਸਨੂੰ ਅਸੀਂ ਪੇ ਕਰਦੇ ਹਾਂ। ਨੈਕਸਟ ਹੈ ਰੈਂਟ। ਰੈਂਟ ਕੀ ਹੈਗਾ? ਰੈਂਟ ਆਪਾਂ ਨੂੰ ਪਤਾ ਹੀ ਹੈ, ਰੈਂਟ ਮੀਨਸ ਲੈਂਡਲੋਰਡ ਨੂੰ ਜੋ ਵੀ ਜਿਹੜੀ ਪੇਮੈਂਟ ਹੈਗੀ ਹੈ ਲੈਂਡਲੋਰਡ ਨੂੰ ਜਿਹੜਾ ਹੈਗਾ ਟੇਨੈਂਟ ਅਦਾ ਕਰਦਾ ਹੈ। ਇਟ ਮੇ ਬੀ ਇਨ ਦਾ ਕਾਈਂਡ ਔਰ ਇਨ ਸਰਵਿਸ ਔਰ ਇਨ ਕੈਸ਼। ਇਹ ਕੈਸ਼ ਦੇ ਵਿੱਚ ਵੀ ਹੋ ਸਕਦਾ ਹੈ ਜਿਹੜਾ ਰੈਂਟ ਹੈ, ਇਹ ਕਿਸੇ ਕਾਈਂਡ ਦੇ ਵਿੱਚ ਵੀ ਹੋ ਸਕਦਾ ਹੈ ਰੈਂਟ ਹੈ, ਜਿਵੇਂ ਕਿ ਹਿੱਸਾ ਵੀ ਦੇ ਸਕਦਾ ਹੈ, ਕੋਈ ਬਟਾਈ ਤਿਹਾਈ 1/3 ਜੋ ਵੀ ਆਪਸੀ ਤੈਅ ਹੋਇਆ ਹੁੰਦਾ ਲੈਂਡਲੋਰਡ ਦਾ ਤੇ ਟੇਨੈਂਟ ਦਾ ਆਪਸ ਦੇ ਵਿੱਚ, ਉਸ ਨੂੰ ਅਸੀਂ ਰੈਂਟ ਕਹਿੰਦੇ ਹਾਂ। ਇਹ ਸਰਵਿਸ ਦੇ ਰੂਪ ਵੀ ਦਿੱਤਾ ਜਾ ਸਕਦਾ ਹੈ, ਕਿਸੇ ਕੋਲੇ ਸੀਰੀ ਦੇ ਤੌਰ ਤੇ ਪਾਲੀ ਦੇ ਤੌਰ ਤੇ ਕੰਮ ਕਰਕੇ ਅਸੀਂ ਰੈਂਟ ਅਦਾ ਕਰ ਸਕਦੇ ਹਾਂ। ਆਪਣਾ ਜਿਹੜਾ ਕਿਸੇ ਉਹਦਾ ਹੈਗਾ ਲੈਂਡ, ਜੀ ਕਿਸੇ ਲੈਂਡਲੋਰਡ ਤੋਂ ਅਸੀਂ ਕੋਈ ਟੈਨੈਂਸੀ ਕੋਈ ਲੈਂਡ ਕਿਰਾਏ ਤੇ ਲਈ ਵੀ ਹੈ, ਉਹਦੇ ਵਿੱਚ ਉਸਨੂੰ ਰੈਂਟ ਦੇਣ ਦੇ ਵਿੱਚ ਦੇ ਵਿੱਚੋਂ ਅਸੀਂ ਉਹਨੂੰ ਸਰਵਿਸ ਵੀ ਦੇ ਸਕਦੇ ਹਾਂ ਆਪਣੀਆਂ, ਉਹਦੇ ਕੋਲ ਕੰਮ ਵੀ ਕਰਕੇ, ਉਹਦੇ ਖੇਤ ਦੇ ਵਿੱਚ ਕੰਮ ਕਰਕੇ ਵੀ ਅਦਾ ਕੀਤਾ ਜਾ ਸਕਦਾ ਉਹਦਾ ਜਿਹੜਾ ਰੈਂਟ ਹੈਗਾ। ਏਰੀਅਰ ਆਫ ਰੈਂਟ, ਜਿਵੇਂ ਕਿ ਅਸੀਂ ਪੜ੍ਹਿਆ ਸੀ ਪਹਿਲਾਂ ਏਰੀਅਰ ਲੈਂਡ ਰੈਵਨਿਊ ਐਕਟ ਦੇ ਵਿੱਚ ਏਰੀਅਰ ਆਫ ਲੈਂਡ ਰੈਵਨਿਊ, ਇੱਥੇ ਹੈਗਾ ਏਰੀਅਰ ਆਫ ਰੈਂਟ। ਯਾਨੀ ਕਿ ਜਿਹੜਾ ਵੀ ਰੈਂਟ ਮੀਨਸ ਰੈਂਟ ਵਿਚ ਰਿਮੇਨਸ ਅਨਪੇਡ, ਜਿਹੜਾ ਵੀ ਰੈਂਟ ਪੇ ਕਰਨ ਦਾ ਜਿਹੜਾ ਸਮਾਂ ਹੈਗਾ ਉਹ ਖਤਮ ਹੋ ਜਾਵੇ, ਨਿਯਤ ਸਮੇਂ ਤੇ ਰੈਂਟ ਅਦਾ ਨਾ ਕੀਤਾ ਜਾਵੇ ਟੈਨੈਂਟ ਵੱਲੋਂ ਲੈਂਡਲੋਰਡ ਦੇ ਖਾਤੇ ਦੇ ਵਿੱਚ, ਤਾਂ ਉਸਨੂੰ ਅਸੀਂ ਏਰੀਅਰ ਆਫ ਰੈਂਟ ਕਹਿ ਦਿੰਦੇ ਹਾਂ। ਨੈਕਸਟ ਹੈ ਸਬਸੈਕਸ਼ਨ 5 ਟੇਨੈਂਟ। ਟੇਨੈਂਟ ਕੌਣ ਹੁੰਦੇ ਆ? ਆਪਾਂ ਪੜ੍ਹ ਚੁੱਕੇ ਹਾਂ ਵੀ ਲੈਂਡਲੋਰਡ ਤੇ ਟੇਨੈਂਟ। ਦੇਖੋ ਲੈਂਡਲੋਰਡ ਤੇ ਲੈਂਡ ਓਨਰ ਦੋ ਇੱਕ ਵੱਖਰੇ ਸ਼ਬਦ ਹੈਗੇ ਆ। ਜਦੋਂ ਕੋਈ ਪ੍ਰਾਪਰਟੀ, ਕੋਈ ਵਿਅਕਤੀ, ਕੋਈ ਲੈਂਡ ਓਨਰ ਕਿਸੇ ਵਿਅਕਤੀ ਨੂੰ ਆਪਣੀ ਪ੍ਰਾਪਰਟੀ ਕਿਰਾਏ ਦੇ ਮਕਸਦ ਲਈ ਦੇ ਦਿੰਦਾ ਹੈ, ਵਾਹਨ ਬੀਜਣ ਲਈ ਦੇ ਦਿੰਦਾ ਹੈ, ਤਾਂ ਜਿਹੜਾ ਉਹਨਾਂ ਦੀ ਜਿਹੜਾ ਰਿਲੇਸ਼ਨਸ਼ਿਪ ਹੋ ਜਾਂਦੀ ਹੈ ਉਹ ਲੈਂਡਲੋਰਡ ਦਾ ਤੇ ਟੇਨੈਂਟ ਦਾ ਬਣ ਜਾਂਦਾ ਹੈ। ਉਥੋਂ ਲੈਂਡ ਓਨਰ ਦੀ ਥਾਂ ਤੇ ਉਹ ਲੈਂਡਲੋਰਡ ਕਹਾਉਣ ਲੱਗਦਾ। ਅੱਜ ਵੀ ਅਸੀਂ ਦੇਖਦੇ ਹਾਂ ਕੋਈ ਕਿਸੇ ਨੇ ਮਕਾਨ ਕਿਸੇ ਦਾ ਕਿਰਾਏ ਤੇ ਲਿਆ ਹੋਇਆ ਹੈਗਾ ਤਾਂ ਉਹ ਲੈਂਡਲੋਰਡ ਕਹਾਉਂਦਾ ਹੈ, ਦੂਜਾ ਕਿਰਾਏਦਾਰ ਕਹਾਉਂਦਾ ਹੈ। ਟੇਨੈਂਟ ਮੀਨਸ ਕਿਰਾਏਦਾਰ। Tenant means a person who holds land under another person and is but for a special contract liable to pay the rent. ਉਹਦੀ ਲਾਇਬਿਲਿਟੀ ਮੰਨਦੀ ਹੈ ਰੈਂਟ ਪੇ ਕਰਨਾ ਹੈ for that land, ਜਿਹੜੀ ਵੀ ਲੈਂਡ ਉਸਨੇ ਕਿਰਾਏ ਤੇ ਲਈ ਹੈ। ਬਟ ਇਟ ਡਸ ਨਾਟ ਇਨਕਲੂਡ, ਦੇਖੋ ਇਸ ਥੋੜੀਆਂ ਐਕਸੈਪਸ਼ਨਸ ਹੈਗੀਆਂ ਨੇ, 2 3 4 ਇਹ ABCD, ਇਹ 4 ਐਕਸੈਪਸ਼ਨਸ ਹੈਗੀਆਂ ਵੀ ਇਹਨਾਂ ਵਿਅਕਤੀਆਂ ਨੂੰ ਅਸੀਂ ਟੇਨੈਂਟ ਨਹੀਂ ਕਹਿ ਸਕਦੇ। ਕਿਹੜੇ ਵਿਅਕਤੀ ਨੇ? ਐਜ਼ ਏ ਇਨਫੀਰੀਅਰ ਲੈਂਡ ਓਨਰ। ਜੇ ਕੋਈ ਲੈਂਡ ਓਨਰ ਹੈ ਇਨਫੀਰੀਅਰ ਹੈ, ਯਾਨੀ ਕਿ ਇੱਕ ਲੈਂਡ ਓਨਰ ਦੇ ਅਗੇਂਸਟ ਦੂਜਾ ਵਿਅਕਤੀ ਕੋਈ ਜ਼ਮੀਨ ਕਾਸ਼ਤ ਕਰ ਰਿਹਾ ਹੈ, ਕਿਸੇ ਲੈਂਡ ਓਨਰ ਦੇ ਅਧੀਨ ਕੋਈ ਹੋਰ ਇਨਫੀਰੀਅਰ ਲੈਂਡ, ਕਿਸੇ ਸੁਪੀਰੀਅਰ ਲੈਂਡ ਓਨਰ ਦੇ ਅਧੀਨ ਕੋਈ ਇਨਫੀਰੀਅਰ ਲੈਂਡ ਓਨਰ ਕੋਈ ਜ਼ਮੀਨ ਉਹਦੇ ਕਬਜ਼ੇ ਵਿੱਚ ਹੈਗੀ ਹੈ, ਕਾਸ਼ਤ ਕਰ ਹੈਗਾ, ਉਸ ਨੂੰ ਅਸੀਂ ਟੇਨੈਂਟ ਨਹੀਂ ਕਹਿ ਸਕਦੇ, ਉਹ ਇਨਫੀਰੀਅਰ ਲੈਂਡ ਓਨਰ ਹੀ ਰਹੇਗਾ। ਇਸੇ ਤਰੀਕੇ ਮੌਰਗੇਜੀ, ਕਿਸੇ ਬੰਦੇ ਨੇ ਕਿਸੇ ਦੀ ਪ੍ਰਾਪਰਟੀ ਮੌਰਗੇਜ ਲਈ ਵੀ ਹੈਗੀ ਆ, ਉਹ ਮੌਰਗੇਜੀ ਕਹਿਲਾਤਾ ਹੈ। ਉਸ ਨੂੰ ਜਿਹੜੇ ਰਾਈਟਸ ਆਫ ਏ ਮੌਰਗੇਜੀ ਆਫ ਦਾ ਰਾਈਟਸ ਆਫ ਏ ਲੈਂਡ ਓਨਰ, ਯਾਨੀ ਕਿ ਜਿਹੜਾ ਮੌਰਗੇਜੀ ਹੈ, ਮੌਰਗੇਜੀ ਵੀ ਟੇਨੈਂਟ ਨਹੀਂ ਕਹੇਗਾ। ਏ ਪਰਸਨ ਟੂ ਹੂਮ ਅ ਹੋਲਡਿੰਗ ਹੈਜ਼ ਬੀਨ ਟ੍ਰਾਂਸਫਰਡ। ਜਿਵੇਂ ਕਿ ਪਹਿਲਾਂ ਪੜ੍ਹਿਆ ਸੀ ਆਪਾਂ ਲੈਂਡ ਰੈਵਨਿਊ ਐਕਟ ਦੀ ਇੱਕ ਸੈਕਸ਼ਨ 61 ਤੋਂ ਸਟਾਰਟ ਹੁੰਦੀਆਂ ਸੀਗੀਆਂ, ਜਿਹਦੇ ਵਿੱਚ ਕੀ ਸੀਗਾ, ਫਾਰ ਦਾ ਪਰਪਸ ਆਫ ਰਿਕਵਰੀ ਆਫ ਲੈਂਡ ਰੈਵਨਿਊ। ਕਿਸੇ ਵਿਅਕਤੀ ਦੀ ਜੋ ਕੋਈ ਮਾਮਲਾ ਅਦਾ ਸਮੇਂ ਸਿਰ ਨਾ ਕਰ ਪਾਏ ਤਾਂ ਲੈਂਡ ਰੈਵਨਿਊ ਐਕਟ ਦੇ ਤਹਿਤ ਜਿਹੜੀ ਉਹਦੀ ਜ਼ਮੀਨ ਹੁੰਦੀ ਹੈ ਨਾਲ ਲੱਗਦੇ ਕਿਸੇ ਮਾਲਕ ਨੂੰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਫਾਰ ਦਾ ਟਾਈਮ ਬੀਇੰਗ, ਫਾਰ ਦਾ ਪਰਪਸ ਟੂ ਆਫ ਦਾ ਰਿਕਵਰੀ ਆਫ ਲੈਂਡ ਰੈਵਨਿਊ, ਏਰੀਅਰ ਆਫ ਲੈਂਡ ਰੈਵਨਿਊ ਰਿਕਵਰ ਕਰਨ ਦੀ ਖਾਤਰ ਕਿਸੇ ਨਾਲ ਦੇ ਮਾਲਕ ਨੂੰ ਕੁਝ ਸਮੇਂ ਦੇ ਲਈ, ਜਦੋਂ ਤੱਕ ਉਹ ਜਿਹੜੀ ਉਹਦੀ ਰਿਕਵਰੀ ਪੂਰੀ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ। ਐਸੇ ਵਿਅਕਤੀ ਨੂੰ ਵੀ ਜਿਹਨੂੰ ਉਹ ਜ਼ਮੀਨ ਟ੍ਰਾਂਸਫਰ ਕੀਤੀ ਗਈ ਹੈ ਉਹਨੂੰ ਵੀ ਅਸੀਂ ਟੇਨੈਂਟ ਦੀ ਪਰਿਭਾਸ਼ਾ 'ਚ ਨਹੀਂ ਕਹਿੰਦੇ ਹੈਗੇ। Then a subclause D, a person who takes from the government a lease of unoccupied land. ਕੋਈ ਸਰਕਾਰ ਦੀ ਕੋਈ ਪ੍ਰਾਪਰਟੀ ਪਈ ਸੀ, ਅਨਆਕੂਪਾਈਡ ਪ੍ਰਾਪਰਟੀ ਪਈ ਸੀ, ਗਵਰਨਮੈਂਟ ਨੇ ਉਸਨੂੰ ਲੀਜ਼ ਤੇ ਦੇ ਦਿੱਤਾ ਕਿਸੇ ਵਿਅਕਤੀ ਨੂੰ, ਠੀਕ ਹੈ, ਸਬਲੈਟ ਕਰ ਦਿੱਤੀ ਗਵਰਨਮੈਂਟ ਨੇ, ਤਾਂ ਉਹ ਜਿਹੜਾ ਵਿਅਕਤੀ ਹੈਗਾ ਉਹ ਵੀ ਟੇਨੈਂਟ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦਾ ਹੈਗਾ। ਜਿਨ੍ਹਾਂ ਕਿ 4 ਐਕਸੈਪਸ਼ਨਸ ਹੈਗੀਆਂ ਨੇ, ਇਨਫੀਰੀਅਰ ਲੈਂਡ ਓਨਰ, ਮੌਰਗੇਜੀ ਤੇ ਟ੍ਰਾਂਸਫਰੀ, ਜਿਹਨੂੰ ਲੈਂਡ ਟ੍ਰਾਂਸਫਰ ਕੀਤੀ ਗਈ ਹੋਵੇ, ਫਾਰ ਦਾ ਰਿਕਵਰੀ ਆਫ ਲੈਂਡ ਰੈਵਨਿਊ,
ਤੇ ਜੇ ਗਵਰਨਮੈਂਟ ਨੇ ਕਿਸੇ ਨੂੰ ਲੀਜ਼ ਦਿੱਤੀ ਗਈ ਵੇ, ਇਹ ਜਿਹੜੇ ਵਿਅਕਤੀ ਨੇ ਇਹ ਟੇਨੈਂਟ ਨਹੀਂ ਕਹਾਉਂਦੇ। ਟੇਨੈਂਟ ਉਹੀ ਹੋਏਗਾ ਜੇ ਕੋਈ ਲੈਂਡ ਓਨਰ ਕਿਸੇ ਵਿਅਕਤੀ ਨੂੰ ਆਪਣੀ ਜ਼ਮੀਨ ਕਿਰਾਏ ਤੇ ਦਿੰਦਾ ਹੈ, ਰੈਂਟ ਲੈਂਦਾ ਉਸ ਤੋਂ, ਉਹ ਦੈਟ ਇਜ਼ ਕਾਲਡ ਟੇਨੈਂਟ। ਨੈਕਸਟ ਹੈ ਸਬਸੈਕਸ਼ਨ 6 ਲੈਂਡਲॉर्ड। ਦੇਖੋ ਪਹਿਲਾਂ ਗੱਲ ਕਰਕੇ ਗਏ ਆਪਾਂ ਵੀ ਲੈਂਡਲॉर्ड ਤੇ ਲੈਂਡ ਓਨਰ, ਠੀਕ ਹੈ। ਜਦੋਂ ਕੋਈ ਵਿਅਕਤੀ ਆਪਣੀ ਜ਼ਮੀਨ ਦਿੰਦਾ ਕਿਸੇ ਨੂੰ ਕਿਰਾਏ ਤੇ ਰੈਂਟ ਲੈਣ ਦੇ ਮਕਸਦ ਦੇ ਲਈ, ਕਿਸੇ ਕਿਰਾਏਦਾਰ ਹੁੰਦਾ, ਉਹ ਲੈਂਡਲॉर्ड ਕਹਾਉਂਦਾ ਹੈ, ਠੀਕ ਹੈ। ਇਸ ਤਰੀਕੇ ਹੈਗਾ ਸਬਸੈਕਸ਼ਨ 7 ਟੇਨੈਂਟ ਲੈਂਡਲॉर्ड। Tenant and landlord include the predecessors and successor in interest of a tenant and landlord respectively। ਇਹਦਾ ਮਤਲਬ ਇਹ ਹੈਗਾ ਵੀ ਕੋਈ ਟੇਨੈਂਟ ਹੈ, ਉਹ ਦਾਦਿਆਂ ਪੜਦਾਦਿਆਂ ਤੋਂ ਚੱਲਿਆ ਆ ਰਿਹਾ ਹੈ ਟੇਨੈਂਟ, ਉਹਦੇ ਮੰਨ ਲਓ ਕਿ ਕੋਈ ਟੇਨੈਂਟ ਹੈ, ਮੁਜ਼ਾਹਰਾ ਹੈ ਕੋਈ, ਉਹਦੇ ਦਾਦੇ ਕੋਲੇ ਜ਼ਮੀਨ ਸੀ, ਗਹਿਣੇ ਸੌਰੀ ਟੇਨੈਂਸੀ ਸੀ, ਕਿਰਾਏ ਤੇ ਲਈ ਵੀ ਸੀ, ਫਿਰ ਉਹਦੀ ਡੈਥ ਹੋ ਗਈ, ਉਹਦੇ ਫਾਦਰ ਆ ਗਏ, ਫਾਦਰ ਤੋਂ ਬਾਅਦ ਉਹ ਆ ਗਿਆ। ਮਤਲਬ ਜਿਹੜੇ ਫਾਦਰ ਨੇ, ਪ੍ਰੀਡਿਸੈਸਰਸ ਨੇ, ਫਾਦਰ ਵੀ, ਪੜਦਾਦਾ ਵੀ, ਦਾਦਾ ਪੜਦਾਦਾ, ਉਹਦਾ ਚਾਚਾ ਦਾਦਾ ਕਹਿ ਲਈਏ ਜਾਂ ਤਾਇਆ ਦਾਦਾ ਕਹਿ ਲਈਏ, ਉਹ ਵੀ ਸਾਰੇ ਹੀ ਟੇਨੈਂਟ ਦੀ ਪਰਿਭਾਸ਼ਾ ਚਾਹੁੰਦੇ ਆ। ਇਸੇ ਤਰੀਕੇ ਜਿਹੜੇ ਸਕਸੈਸਰੀ ਇੰਟਰਸਟ ਹੁੰਦੇ ਨੇ, ਪਹਿਲਾਂ ਦਾਦੇ ਕੋਲ ਸੀ, ਫਿਰ ਉਹਦਾ ਮੁੰਡਾ ਆ ਗਿਆ, ਫਿਰ ਮੁੰਡੇ ਦਾ ਮੁੰਡਾ ਆ ਗਿਆ ਅੱਗੇ, ਉਹ ਸਕਸੈਸਰੀ ਇੰਟਰਸਟ ਜਿਨ੍ਹਾਂ ਦੇ ਜਿਹੜੇ ਇੰਟਰਸਟ ਨੇ ਥੱਲੇ ਵੱਲ ਨੂੰ ਸਕਸੈਸ ਕਰ ਗਏ, ਨੀਚੇ ਵਾਲੇ ਆ ਗਏ, ਜਾਣੀ ਕਿ ਜਿਹੜੇ ਹੁਣ ਪੋਜੀਸ਼ਨ ਦੇ ਵਿੱਚ ਇਸ ਵੇਲੇ ਜਿਹੜੇ ਕਾਸ਼ਤ ਕਰ ਰਹੇ ਹੈਗੇ ਆ, ਉਹ ਸਕਸੈਸਰੀ ਇੰਟਰਸਟ ਹੋ ਗਏ। ਇਹ ਜਿਹੜੀ ਵਰਡਿੰਗ ਹੈ ਦੋਨਾਂ ਤੇ ਲਾਗੂ ਹੁੰਦੀ ਹੈ, ਟੇਨੈਂਟ ਵੀ ਹੋਵੇ ਚਾਹੇ ਲੈਂਡਲॉर्ड ਵੀ ਹੋਵੇ। ਜੇ ਮਾਲਕ ਹੈ, ਪਹਿਲਾਂ ਮਾਲਕ ਦਾ ਬਾਪ ਦਾਦਾ ਸੀਗਾ, ਮਾਲਕ ਸੀਗਾ, ਫਿਰ ਉਸਦਾ ਮਾਲਕ, ਉਹਦੀ ਡੈਥ ਹੋ ਗਈ, ਉਹਦੇ ਬੇਟੇ ਆ ਗਏ ਲੈਂਡਲॉर्ड, ਉਹ ਬਣ ਗਏ ਲੈਂਡਲॉर्ड, ਉਹ ਬਣ ਗਏ, ਉਹਨਾਂ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਅੱਗੇ ਪੁੱਤ ਪੜੋਤੇ ਆ ਗਏ, ਉਹ ਲੈਂਡਲॉर्ड ਬਣ ਗਏ। ਜਾਣੀ ਕਿ ਇਸੇ ਤਰੀਕੇ ਜਾਣੀ ਕਿ ਪ੍ਰੀਡਿਸੈਸਰ ਜਿਹੜੇ ਪਹਿਲਾਂ ਰਹਿ ਚੁੱਕੇ ਨੇ, ਸਕਸੈਸਰ ਇੰਟਰਸਟ ਜਿਹੜੇ ਹੁਣ ਆ ਰਹੇ ਨੇ, ਉਹ ਇਹ ਜੋ ਹੈ ਦੋਨਾਂ ਤੇ ਲਾਗੂ ਹੁੰਦੇ ਆ। ਕਿਉਂਕਿ ਜਦੋਂ ਲੈਂਡਲॉर्ड ਤੇ ਟੇਨੈਂਟ ਦੇ ਡਿਸਪਿਊਟ ਆਕੂਪੈਂਸੀ ਟੇਨੈਂਟਸ ਦੀ ਅਸੀਂ ਉਹ ਗੱਲ ਕਰਦੇ ਹਾਂ, ਤਾਂ ਇਹ ਜਿਹੜੇ ਟੇਨੈਂਟ ਨੇ ਤੇ ਲੈਂਡਲॉर्ड ਨੇ, ਇਹ ਨਾ ਇਹ ਪਿੱਛੇ ਤੋਂ ਚੱਲ ਕੇ ਆਉਂਦੇ ਆ, ਉਹਦੀ ਜਿਹੜੀ ਪੀੜ੍ਹੀ ਹੈ ਜੁੜਨੀ ਹੁੰਦੀ ਹੈ ਇੱਕ ਦੂਜੇ ਦੇ ਨਾਲ, ਤਾਂ ਹੀ ਇਹ ਪਤਾ ਲੱਗਦਾ ਵੀ ਇਹ ਜਿਹੜੀ ਪ੍ਰੋਪਰਟੀ ਹੈ ਨਾ ਕੋਲ ਦਾਦੇ ਲਾਹੀ ਚੱਲ ਰਹੀ ਹੈ, ਕਿਰਾਏ ਤੇ ਉੱਪਰ ਚੱਲ ਰਹੀ ਹੈ, ਦਾਦੇ ਤੋਂ ਚੱਲ ਰਹੀ ਹੈ, ਪੜਦਾਦੇ ਤੋਂ ਚੱਲ ਰਹੀ ਹੈ, ਠੀਕ ਹੈ। ਉਸ ਨੂੰ ਦੇਣ ਦੀ ਖਾਤਰ ਇਹਨਾਂ ਨੂੰ ਇਸ ਕਰਕੇ ਕਿਹਾ ਗਿਆ ਵੀ ਜਿਹੜੇ ਪ੍ਰੀਡਿਸੈਸਰ ਨੇ ਤੇ ਸਕਸੈਸਰੀ ਇੰਟਰਸਟ ਨੇ, ਇਹ ਵੀ ਟੇਨੈਂਟ ਤੇ ਲੈਂਡਲॉर्ड ਦੀ ਪਰਿਭਾਸ਼ਾ ਵਿੱਚ ਹੀ ਗਿਣੇ ਜਾਂਦੇ। then ਅਗਰ ਟੈਨੈਂਸੀ ਦੀ ਗੱਲ ਆਪਾਂ ਕਰਦੇ ਵੀ ਲੈਂਡਲॉर्ड ਤੇ ਟੇਨੈਂਟ ਦੇ ਵਿਚਕਾਰ ਜੋ ਐਗਰੀਮੈਂਟ ਹੋਇਆ, ਇੱਕ ਐਗਰੀਮੈਂਟ ਹੋਇਆ, ਦੋ ਐਗਰੀਮੈਂਟ ਹੋਏ, ਤਿੰਨ ਐਗਰੀਮੈਂਟ ਹੋਏ, ਕਿਸੇ ਅਲੱਗ-ਅਲੱਗ ਕੰਡੀਸ਼ਨਸ ਨੇ, ਅਲੱਗ-ਅਲੱਗ ਸ਼ਰਤਾਂ ਦੇ ਤਹਿਤ, ਪਹਿਲਾਂ ਉਸਨੇ 2 ਕਿੱਲੇ ਆਪਦੇ 4 ਕਿੱਲੇ ਅਲੱਗ ਕਿਰਾਏ ਤੇ ਦਿੱਤੇ, ਠੀਕ ਹੈ, 2-4 ਕਿੱਲੇ ਉਸਨੇ ਫਿਰ ਅਲੱਗ ਕਿਸੇ ਹੋਰ ਕੰਡੀਸ਼ਨਾਂ ਦੇ ਤਹਿਤ ਦਿੱਤੇ। ਇਸ ਤਰੀਕੇ ਜਿਹੜੀ ਵੀ ਇੱਕ ਪਾਰਸਲ ਆਫ ਲੈਂਡ ਹੈਗਾ, ਲੈਂਡਲॉर्ड ਤੇ ਟੇਨੈਂਟ ਨੇ ਆਪਸ ਦੇ ਵਿੱਚ ਕੋਈ ਐਗਰੀਮੈਂਟ ਹੋਇਆ ਹੈਗਾ, ਦੈਟ ਇਜ਼ ਕਾਲਡ ਟੈਨੈਂਸੀ। ਉਹ ਟੈਨੈਂਸੀ, ਉਸ ਨੂੰ ਅਸੀਂ ਟੈਨੈਂਸੀ ਕਹਿੰਦੇ ਹਾਂ। ਪਾਰਟੀਕੂਲਰ ਪੀਸ ਆਫ ਲੈਂਡ ਨੂੰ ਜਿਹੜਾ ਵੀ ਮਾਲਕ ਨੇ ਕਿਰਾਏਦਾਰ ਦੇ ਵਿੱਚ ਕਿਸੇ ਸ਼ਰਤਾਂ ਦੇ ਤਹਿਤ ਐਗਰੀਮੈਂਟ ਹੋਇਆ ਹੈਗਾ, ਲੀਜ਼ ਤੇ ਦਿੱਤੀ ਗਈ ਹੈ ਪ੍ਰਾਪਰਟੀ, ਉਸ ਨੂੰ ਅਸੀਂ ਟੈਨੈਂਸੀ ਬੋਲਦੇ ਹਾਂ। ਟੈਨੈਂਸੀ ਕਿਸੇ ਮਾਲਕ ਦੀ ਕਿਸੇ ਟੇਨੈਂਟ ਕੋਲ 1 ਵੀ ਹੋ ਸਕਦਾ, 2 ਵੀ ਹੋ ਸਕਦੇ, 3 ਵੀ ਹੋ ਸਕਦੀਆਂ, ਉਹ ਦੈਟ ਇਜ਼ ਕਾਲਡ ਟੈਨੈਂਸੀ। ਜਿਹਦੀਆਂ ਸ਼ਰਤਾਂ ਅਲੱਗ-ਅਲੱਗ ਹੋਣਗੀਆਂ, ਅਲੱਗ-ਅਲੱਗ ਟੈਨੈਂਸੀਜ਼ का। नेक्स्ट है सबसेक्शन 9 estate, landowner and holding have the meaning respectively assigned to those words in Punjab Land Revenue Act 1887। ਇਹਨੇ ਇੱਥੇ कहता ਵੀ estate ਹੋਵੇ, ਚਾਹੇ ਲੈਂਡ ਓਨਰ ਹੋਵੇ, ਚਾਹੇ ਹੋਲਡਿੰਗ ਹੋਵੇ, ਇਹਦੀ ਡੈਫੀਨੇਸ਼ਨ ਦੇਣ ਦੀ ਜਾਏ ਇੱਥੇ ਇਹ ਕਹਿ ਦਿੱਤਾ ਵੀ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਜਿਹੜਾ 87 ਚ ਹੈ, ਜੋ ਉੱਥੇ ਡੈਫੀਨੇਸ਼ਨ ਲਿਖੀ ਹੈ ਉਹੀ ਇੱਥੇ ਇਹਦੀ ਡੈਫੀਨੇਸ਼ਨ ਸਮਝੀ ਜਾਵੇ। ਪਰ ਇਹਦਾ ਆਨਸਰ ਅਸੀਂ ਜੇ ਟੈਨੈਂਸੀ ਐਕਟ ਦੇ ਵਿੱਚ ਦਿੰਦੇ ਹਾਂ ਤਾਂ ਸਾਨੂੰ ਇਦਾਂ ਨਹੀਂ ਲਿਖਣਾ ਪਏਗਾ, ਚੱਕ ਕੇ ਇਹਦੀ ਅਸੀਂ ਕਾਪੀ ਨਹੀਂ ਕਰਨੀ ਹੈਗੀ, ਅਸੀਂ ਪ੍ਰੋਪਰ ਪੰਜਾਬ ਲੈਂਡ ਰੈਵਨਿਊ ਐਕਟ ਬੇਸ਼ੱਕ ਤੁਸੀਂ ਨਾਲ ਲੈ ਕੇ ਜਾਓ, ਬੇਸ਼ੱਕ ਇੱਥੇ ਤੁਸੀਂ ਆਪਦਾ ਸਾਈਡ ਤੇ ਕਿਤੇ ਨੋਟ ਕਰ ਲਓ, ਤੇ ਜਿਹੜੀ ਡੈਫੀਨੇਸ਼ਨ ਹੈ ਇਹਦੀ ਪ੍ਰੋਪਰ ਡੈਫੀਨੇਸ਼ਨ ਅਸੀਂ ਦੇਣੀ ਹੈ, ਨਾ ਕਿ ਚੱਕ ਕੇ ਇਦਾਂ ਲਿਖਣਾ ਵੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਵਾਲੀ ਪਰਿਭਾਸ਼ਾ ਹੀ ਇੱਥੇ ਪਰਿਭਾਸ਼ਾ ਮੰਨੀ ਜਾਏਗੀ। ਜੇ ਅਸਟੇਟ ਹੈ, ਅਸਟੇਟ ਕੀ ਆਪਾਂ ਪਹਿਲਾਂ ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੀ, ਜਦੋਂ ਅਸੀਂ ਡੈਫੀਨੇਸ਼ਨ ਕਲਾਸ ਸੈਕਸ਼ਨ 3 ਪੜ੍ਹ ਰਹੇ ਸੀਗੇ, ਉਹ 'ਚ ਅਸੀਂ ਪੜ੍ਹਿਆ ਸੀ ਅਸਟੇਟ ਕੀ ਹੁੰਦੀ ਹੈ। ਅਸਟੇਟ ਉਹ ਹੁੰਦੀ ਆ, ਉਹ ਲੈਂਡ ਹੁੰਦੀ ਹੈ ਜਿਹਦਾ ਕੋਈ ਸੈਪਰੇਟਲੀ ਤੌਰ ਤੇ ਅਸੈਸਮੈਂਟ ਕੀਤੀ ਗਈ ਹੈ, ਉਹਦਾ ਰੈਵਨਿਊ ਰਿਕਾਰਡ ਬਣਿਆ ਹੋਇਆ ਹੋਵੇ, ਸੈਪਰੇਟਲੀ ਰੈਵਨਿਊ ਰਿਕਾਰਡ ਬਣਿਆ ਗਿਆ ਹੋਵੇ, ਜਿਵੇਂ ਜਮ੍ਹਾਂਬੰਦੀ ਬਣੀ ਹੋਵੇ, ਗਰਦੌਰੀ ਬਣੀ ਹੋਵੇ, ਇੰਤਕਾਲ ਰਜਿਸਟਰ ਵੱਖਰਾ ਲੱਗਿਆ ਹੋਇਆ ਹੋਵੇ, ਠੀਕ ਹੈ, ਸੈਪਰੇਟਲੀ ਤੌਰ ਤੇ ਵੱਖਰਾ ਰੈਵਨਿਊ ਰਿਕਾਰਡ ਤਿਆਰ ਕੀਤਾ ਜਾਂਦਾ ਹੈ, ਉਹਨੂੰ ਅਸੀਂ ਸਟੇਟ ਕਹਿੰਦੇ ਹਾਂ। ਜਾਂ ਫਿਰ ਉਹਦੀ ਅਸੈਸਮੈਂਟ ਹੋਈ ਹੁੰਦੀ ਹੈ, ਸੈਪਰੇਟਲੀ ਤੌਰ ਤੇ ਅਸੈਸਮੈਂਟ ਕੀਤੀ ਗਈ ਹੁੰਦੀ ਹੈ, ਠੀਕ ਹੈ, ਉਹਨੂੰ ਅਸੀਂ ਸਟੇਟ ਕਹਿੰਦੇ ਹਾਂ। ਜਿਵੇਂ ਕਿ ਇੱਕ ਪਿੰਡ ਨੂੰ ਅਸੀਂ ਸਟੇਟ ਕਹਿੰਦੇ ਹਾਂ ਜਿਹਨੂੰ ਹੱਦਬਸਤ ਨੰਬਰ ਲੱਗਿਆ ਗਿਆ ਹੋਵੇ, ਕੋਈ ਪਿੰਡ ਜਿਹਨੂੰ ਵੱਖਰੇ ਤੌਰ ਤੇ ਹੱਦਬਸਤ ਨੰਬਰ ਲੱਗਿਆ ਹੁੰਦਾ, ਉਹਦੀ ਸੈਪਰੇਟਲੀ ਰੈਵਨਿਊ ਰਿਕਾਰਡ ਹੁੰਦਾ, ਸੈਪਰੇਟਲੀ ਉਹਦੀ ਅਸੈਸਮੈਂਟ ਹੋਈ ਹੁੰਦੀ ਹੈ, ਉਸ ਨੂੰ ਅਸੀਂ ਸਟੇਟ ਕਹਿੰਦੇ ਹਾਂ।
ਤੇ ਜਾਂ ਫਿਰ ਸਰਕਾਰ ਨੇ ਕਿਸੇ ਆਪਦਾ ਨੋਟੀਫਿਕੇਸ਼ਨ ਦੇ ਜਾਰੀ ਕਰਕੇ ਕਿਸੇ ਪ੍ਰੋਪਰਟੀ ਪਾਰਟਿਕੂਲਰ ਲੈਂਡ ਨੂੰ ਸਟੇਟ ਡਿਕਲੇਅਰ ਕਰ ਦਿੱਤਾ ਜਾਵੇ, ਉਹ ਵੀ ਜਿਹੜੀ ਹੈਗੀ ਹੈ ਸਟੇਟ ਦੀ ਪਰਿਭਾਸ਼ਾ ਚ ਆ ਜਾਂਦੀ ਹੈ। ਇਸ ਦੀ ਜਿਹੜਾ ਲੈਂਡ ਓਨਰ ਹੈ, ਲੈਂਡ ਓਨਰ ਕੌਣ ਦਾ, ਜ਼ਮੀਨ ਦਾ ਮਾਲਕ ਹੈ, ਉਹ ਲੈਂਡ ਓਨਰ ਹੋ ਸਕਦਾ ਹੈ। ਇਹ ਜ਼ਮੀਨ ਦਾ ਮਾਲਕ ਕੋਈ ਕੰਪਨੀ ਵੀ ਹੋ ਸਕਦੀ ਹੈ, ਕੋਈ ਜਿਹੜਾ ਹੈਗਾ ਕੋਈ ਵੀ ਇੰਟੀਟੀ, ਠੀਕ ਹੈ, ਕੋਈ ਮਾਲਕ ਹੈ ਜਿਹੜਾ ਵਿਅਕਤੀ ਹੈ, ਕੋਈ ਕੰਪਨੀ, ਕੋਈ ਰਿਲੀਜੀਅਸ ਕੋਈ ਹੈਗਾ ਇੰਸਟੀਚਿਊਟ ਹੈਗਾ, ਉਹ ਵੀ ਜਿਹੜਾ ਲੈਂਡ ਓਨਰ ਕਹਾ ਸਕਦਾ ਹੈ। ਕੋਈ ਸਕੂਲ ਹੈ, ਕੋਈ ਇੰਸਟੀਚਿਊਟ ਹੈ, ਕੋਈ ਮੰਦਿਰ, ਗੁਰਦੁਆਰਾ, ਮਸਜਿਦ ਹੈ, ਠੀਕ ਹੈ ਜੀ, ਤੇ ਕੋਈ ਵਿਅਕਤੀ ਹੈ, ਕੋਈ ਕੰਪਨੀ ਹੈ, ਸਾਰੇ ਲੈਂਡ ਓਨਰ ਦੀ ਪਰਿਭਾਸ਼ਾ ਇਹਨਾਂ ਨੇ। ਐਂਡ ਹੋਲਡਿੰਗ ਕੀ ਹੁੰਦੀ ਹੈ? ਹੋਲਡਿੰਗ ਹੁੰਦੀ ਹੈ ਕਿਸੇ ਵਿਅਕਤੀ ਦੀ ਓਨਰਸ਼ਿਪ। ਕੋਈ ਵਿਅਕਤੀ ਹੈ, ਚਾਹੇ ਕੋਈ ਇੰਟੀਟੀ ਹੈ, ਕੋਈ ਵੀ ਹੈ, ਠੀਕ ਹੈ, ਉਹਦੀ ਓਨਰਸ਼ਿਪ ਜੁਆਇੰਟਲੀ ਪਲੱਸ ਇੰਡੀਵਿਜੂਅਲੀ ਉਹਦੀ ਆਪਦੀ ਮਾਲਕੀ ਕਿੰਨੀ ਹੈ, ਤੇ ਜੇ ਸ਼ੇਅਰ ਹੋਲਡਿੰਗ ਚ ਉਹ ਕਿੰਨੀ ਹੈ, ਦੋਵਾਂ ਦਾ ਜੋੜ ਲਗਾ ਕੇ ਉਹ ਉਸ ਵਿਅਕਤੀ ਦੀ ਜਾਂ ਉਸ ਇੰਟੀਟੀ ਦੀ ਜਿਹੜੀ ਹੈਗੀ ਹੈ ਹੋਲਡਿੰਗ ਕਹਿਲਾਉਂਦੀ ਹੈ। ਕਲੀਅਰ ਹੈ ਜੀ ਸਾਰਿਆਂ ਨੂੰ? ਥੋੜਾ ਹੰਗਾਰਾ ਭਰਦਿਆ ਕਰੋ, ਮੈਨੂੰ ਪਤਾ ਲੱਗ ਜਾਏ ਵੀ ਕਲਾਸ ਮੇਰੀ ਆਵਾਜ਼ ਸੁਣ ਰਹੀ ਹੈ, ਮੇਰੀ ਆਵਾਜ਼ ਸੁਣ ਰਹੀ ਹੈ ਜਾਂ ਨਹੀਂ ਸੁਣ ਰਹੀ। ਬਹੁਤ ਵਧੀਆ ਜੀ। ਓਕੇ ਹਾਂਜੀ ਸਰ, ਵਧੀਆ ਚੱਲ ਰਿਹਾ। ਥੋੜਾ ਜਿਹਾ ਪਤਾ ਲੱਗ ਜਾ ਕਰੇ ਵੀ ਹਾਂ ਵੀ ਮੈਨੂੰ ਮੇਰੀ ਆਵਾਜ਼ ਸੁਣ ਰਹੀ। ਕਈ ਵਾਰੀ ਟੈਕਨੀਕਲ ਸਿਸਟਮ ਦਾ ਪਤਾ ਨਹੀਂ ਚੱਲਦਾ ਹੈਗਾ, ਮੈਂ ਬੋਲੀ ਜਾਵਾਂ, ਤੁਹਾਨੂੰ ਕੁਝ ਪਤਾ ਨਾ ਲੱਗੇ, ਸੁਣੀ ਨਾ, ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਕਈ ਵਾਰ ਟੈਕਨੀਕਲ ਚ। ਦੈਨ ਆ ਗਿਆ ਲੈਂਡ ਰੈਵਨਿਊ। ਲੈਂਡ ਰੈਵਨਿਊ ਕੀ ਹੁੰਦਾ ਹੈ? ਲੈਂਡ ਰੈਵਨਿਊ ਇਜ਼ ਪੇਬਲ ਇਨ ਦਾ ਇੰਟਰਸਟ ਆਫ ਗਵਰਨਮੈਂਟ। ਪੰਜਾਬ ਗਵਰਨਮੈਂਟ ਦੇ ਖਾਤੇ ਤੇ ਜਿਹੜਾ ਲੈਂਡ ਰੈਵਨਿਊ ਪੇ ਕੀਤਾ ਜਾਂਦਾ ਹੈ ਅਸੈਸਮੈਂਟ ਹੋਣ ਤੋਂ ਬਾਅਦ। ਜਿਵੇਂ ਅਸੈਸਮੈਂਟ ਲੈਂਡ ਰੈਵਨਿਊ ਐਕਟ ਅਸੀਂ ਪੜ੍ਹਿਆ ਸੀਗਾ, ਸੈਕਸ਼ਨ ਸ਼ਾਇਦ ਮੇਰੇ ਖਿਆਲ ਹੈ ਕੁਝ 33 ਤੋਂ ਸਟਾਰਟ ਹੁੰਦੇ ਸੀ, ਪਤਾ ਨਹੀਂ 49 ਤੋਂ ਸਟਾਰਟ ਹੁੰਦੇ ਸੀ ਅਸੈਸਮੈਂਟ ਦਾ ਜਿਹੜਾ ਚੈਪਟਰ ਹੈਗਾ। ਉਸ ਚੈਪਟਰ ਦੇ ਵਿੱਚ ਜਿਹੜੀ ਲੈਂਡ ਜਿਹੜੀਆਂ ਹੁੰਦੀਆਂ ਹੈਗੀਆਂ ਨੇ, ਜਦੋਂ ਇਨ ਕਾਈਂਡ ਖਤਮ ਕਰਕੇ ਲੈਂਡ ਰੈਵਨਿਊ ਕੈਸ਼ ਦੇ ਵਿੱਚ ਸਰਕਾਰ ਨੇ ਲੈਣਾ ਸ਼ੁਰੂ ਕੀਤਾ, ਉਦੋਂ ਅਸੈਸਮੈਂਟ ਹੋਈ ਹੈ। ਉਸ ਅਸੈਸਮੈਂਟ ਨੂੰ ਜਿਹੜਾ ਫਿਕਸ ਕੀਤਾ ਗਿਆ ਜਮ੍ਹਾਂਬੰਦੀਆਂ ਦੇ ਵਿੱਚ, ਠੀਕ ਹੈ, ਉਹ ਲੈਂਡ ਰੈਵਨਿਊ ਕਹਾਉਂਦਾ ਹੈ। ਲੈਂਡ ਰੈਵਨਿਊ ਐਕਟ ਦੇ 87 ਦੇ ਤਹਿਤ। ਤੇ ਇਹਦੇ ਵਿੱਚ ਕਿਹੜੇ ਕੀ ਇਨਕਲੂਡ ਹੁੰਦਾ ਹੈ? ਇਹਦੇ ਵਿੱਚ ਦੱਸਿਆ ਵੀ ਇਹਨੇ ਕੋਈ ਰੇਟਸ ਨੇ, ਕੋਈ ਇੰਪੋਜ਼ ਕੀਤੇ ਗਏ ਨੇ। ਜਦੋਂ ਸਰਕਾਰ ਕੋਈ ਜ਼ਮੀਨ ਦੀ ਕੋਈ ਵੈਲਿਊ ਵੱਧ ਗਈ, ਵੈਲਿਊ ਵਧਣ ਦੇ ਨਾਲ ਕੋਈ ਇਰੀਗੇਸ਼ਨ ਦੇ ਸੋਰਸਸ ਸਰਕਾਰ ਨੇ ਕ੍ਰੀਏਟ ਕਰਤੇ, ਠੀਕ ਹੈ, ਕੋਈ ਹੋਰ ਪੈਸਾ ਉਹਦੇ ਵਿੱਚ ਜੋੜਦਾ ਲੈਂਡ ਰੈਵਨਿਊ ਦੇ ਵਿੱਚ, ਉਹ ਵੀ ਲੈਂਡ ਰੈਵਨਿਊ ਕਹਿਲਾਉਂਦਾ। ਇਸੇ ਤਰੀਕੇ ਸਮ ਪੇਬਲ ਇਨ ਰਿਸਪੈਕਟ ਆਫ ਦਾ ਲੈਂਡ ਬਾਈ ਕੁਇਟ ਰੈਂਟ ਔਰ ਕਮਿਊਟੇਸ਼ਨ ਆਫ ਸਰਵਿਸ। ਜੇ ਕੋਈ ਵਿਅਕਤੀ ਆਪਣੀ ਸਰਵਿਸ ਪ੍ਰੋਵਾਈਡ ਕਰਦਾ ਹੈਗਾ ਸਰਕਾਰ ਨੂੰ ਰੈਂਟ ਦੇ ਬਦਲੇ ਦੇ ਵਿੱਚ ਜਾਂ ਕਿਰਾਏ ਦੇ ਬਦਲੇ ਦੇ ਵਿੱਚ, ਕੋਈ ਉਹ ਰੈਂਟ ਕਹਿਲਾਉਂਦੇ ਹੈਗੇ ਆ। ਰੇਟਸ ਐਂਡ ਸੈਸਸ ਵੀ ਨੈਕਸਟ ਹੈਗਾ। ਰੇਟਸ ਐਂਡ ਸੈਸਸ, ਸਰਕਾਰ ਕਿਸੇ ਵਿਅਕਤੀ ਨੂੰ, ਕਿਸੇ ਜ਼ਗੀਰਦਾਰ ਨੂੰ ਕੋਈ ਲੈਂਡ ਰੈਵਨਿਊ ਅਸਾਈਨ ਕਰ ਦਿੰਦੀ ਆ, ਉਹ ਵੀ ਜਿਹੜਾ ਲੈਂਡ ਰੈਵਨਿਊ ਕਹਿਲਾਉਂਦਾ ਹੈ। ਜਿਹੜਾ ਅਸਾਈਨ ਕੀਤਾ ਗਿਆ ਹੈਗਾ ਲੈਂਡ ਰੈਵਨਿਊ, ਉਹ ਵੀ ਅਸਾਈਨ ਲੈਂਡ ਰੈਵਨਿਊ ਹੁੰਦਾ, ਉਹ ਵੀ ਲੈਂਡ ਰੈਵਨਿਊ ਦੀ ਪਰਿਭਾਸ਼ਾ ਵਿੱਚ ਆ ਜਾਂਦਾ। ਨੈਕਸਟ ਹੈ ਸਬਸੈਕਸ਼ਨ 11, ਰੇਟਸ ਐਂਡ ਸੈਸਸ। ਦੇਖੋ ਸਾਰੇ ਤੁਸੀਂ ਰੈਵਨਿਊ ਨਾਲ ਸੰਬੰਧਿਤ ਹੈਗੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰੇਟਸ ਐਂਡ ਸੈਸਸ ਸਰਕਾਰ ਦੇ ਨਵੇਂ ਮੀਨਸ ਰੇਟਸ ਐਂਡ ਸੈਸਸ ਵਿਚ ਆਰ ਪ੍ਰੀਲਿਮਿਨਰੀ ਪੇਬਲ ਬਾਈ ਦਾ ਲੈਂਡ ਓਨਰਸ। ਮਾਲਕਾਂ ਵੱਲੋਂ ਪੇ ਕੀਤੇ ਜਾਂਦੇ। ਜਿਹੜਾ ਜ਼ਮੀਨ ਦਾ ਮਾਲਕ ਹੈ ਉਹੀ ਜਿਹੜੇ ਕਿਰਾਏਦਾਰ, ਜਿਵੇਂ ਅੱਜ ਦੀ ਰੇਟ ਦੇ ਵਿੱਚ ਆਪਾਂ ਦੇਖੀਏ ਪ੍ਰੋਪਰਟੀ ਟੈਕਸ ਕੌਣ ਅਦਾ ਕਰਦਾ ਹੈ? ਮਾਲਕ ਅਦਾ ਕਰਦਾ ਹੈ। ਬੇਸ਼ੱਕ ਜ਼ਮੀਨ ਕਿਰਾਏ ਤੇ ਦਿੱਤੀ ਹੋਵੇ, ਕਿਸੇ ਨੇ ਬਿਲਡਿੰਗ ਕਿਰਾਏ ਤੇ ਦਿੱਤੀ ਹੋਵੇ, ਪਰ ਪ੍ਰੋਪਰਟੀ ਟੈਕਸ ਆਮ ਤੌਰ ਤੇ ਸ਼ਰਤਾਂ ਅਸੀਂ ਕੋਰਟਾਂ 'ਚ ਦੇਖਦੇ ਹਾਂ। ਕੋਰਟਾਂ 'ਚ ਜੋ ਲੋਕਾਂ ਦੇ ਸਾਡੇ ਕੋਲ ਕਿਰਾਏਨਾਮੇ ਆਉਂਦੇ ਆ ਜਾਂ ਲੀਜ਼ ਡੀਡਸ ਆਉਂਦੀਆਂ ਨੇ, ਜਿਹੜਾ ਕਿਰਾਇਆ ਜਿਹੜੇ ਪ੍ਰੋਪਰਟੀ ਟੈਕਸ ਵਗੈਰਾ ਹੁੰਦੇ ਆ ਉਹ ਲੈਂਡ ਓਨਰ ਵੱਲੋਂ ਪੇ ਕੀਤੇ ਜਾਂਦੇ ਹੈਗੇ। ਦੈਨ ਹੈ ਸਬ ਕਲਾਸ B, the local rate if any payable under the ਪੰਜਾਬ ਡਿਸਟ੍ਰਿਕਟ ਬੋਰਡ 1883, ਜਿਹਦੇ ਵਿੱਚ ਕੀ ਹੈਗਾ ਉਹ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀ ਨੂੰ ਕੁਝ ਜਿਹੜੀ ਪੇਮੈਂਟ ਹੈ ਲੋਕਲ ਰੇਟ ਨੇ, ਜਿਹੜੇ ਕੁਝ ਖਰਚੇ ਸਰਕਾਰ ਦੀ ਖਰਚੇ ਦੀ ਪੂਰਤੀ ਦੀ ਖਾਤਰ ਕੁਝ ਪੇਮੈਂਟਸ ਲੋਕਲ ਰੇਟ ਦੇ ਰੂਪ ਚ ਇਕੱਠੇ ਕੀਤੇ ਜਾਂਦੇ ਆ। 60% ਜ਼ਿਲ੍ਹਾ ਪ੍ਰੀਸ਼ਦ ਕੋਲ ਚਲਾ ਜਾਂਦਾ, 40% ਜ਼ਿਲ੍ਹਾ ਪ੍ਰੀਸ਼ਦ ਕੋਲ ਚਲਾ ਜਾਂਦਾ ਤੇ 60% ਪੰਚਾਇਤ ਸਮਿਤੀ ਦੇ ਖਾਤੇ 'ਚ ਅਸੀਂ ਜਮ੍ਹਾਂ ਕਰਵਾਉਂਦੇ ਹਾਂ। ਸਾਰਿਆਂ ਨੂੰ ਤੁਸੀਂ ਕੀਤੇ ਹੋਣਗੇ, ਤੁਸੀਂ ਰਹਿ ਚੁੱਕੇ ਹੋ, ਮਾਮਲਾ ਇਕੱਠਾ ਕਰਦੇ ਸੀ ਪਹਿਲਾਂ, ਹੁਣ ਤਾਂ ਬੇਸ਼ੱਕ ਬੰਦ ਹੋ ਚੁੱਕਿਆ ਹੈਗਾ। Any fee leviable under section 33 of the act from landowners for the use of the benefits derived from such works as are referred section 20 drainage act। ਇਹ ਡਿਸਟ੍ਰਿਕਟ ਬੋਰਡ ਐਕਟ ਦਾ ਸੈਕਸ਼ਨ 20 ਆ, ਉਹਦੇ ਤਹਿਤ ਕੋਈ ਜਿਹੜੀ ਅਮਾਊਂਟਸ ਹੈਗੀ ਆ ਉਹ ਵੀ ਜਿਹੜੀ ਲਈ ਜਾਂਦੀ ਆ ਪਿੰਡ ਦੇ ਮਾਲਕਾਂ ਤੋਂ, ਜ਼ਮੀਨ ਦੇ ਮਾਲਕਾਂ ਤੋਂ, ਉਹ ਵੀ ਲੋਕਲ ਰੇਟ ਦੀ ਪਰਿਭਾਸ਼ਾ 'ਚ ਆਉਂਦੀ ਹੈ। ਇਸੇ ਤਰੀਕੇ annual rate chargeable on the owners of the land under section 59 ਇੱਕ ਜਿਹੜਾ ਹੈਗਾ ਨਾਰਦਰਨ ਇੰਡੀਅਨ ਕੈਨਾਲ ਐਂਡ ਡਰੇਨੇਜ ਐਕਟ 1873 ਬਣਿਆ ਹੋਇਆ ਹੈ,
ਉਹਦੀ ਸੈਕਸ਼ਨ 59 ਹੈ। 59 ਦੇ ਤਹਿਤ ਕੀ ਹੈਗਾ, ਜੇ ਕੋਈ ਜਦੋਂ ਕਦੇ, ਹੁਣ ਤਾਂ ਇਹ ਮੈਂ ਵਜੂਦ 'ਚ ਨਹੀਂ ਦੇਖਿਆ ਕਦੇ ਇੱਦਾਂ ਦਾ ਕੋਈ ਸਾਡੇ ਇੰਪਲੀਮੈਂਟ ਹੁੰਦੀ ਹੋਵੇ, ਪਰ ਇਹ ਐਕਟ ਬਣੇ ਵੀ ਨੇ ਉਸ ਸਮੇਂ ਦੇ ਮਤਲਬ ਕਿ ਲਗਾਏ ਜਾਂਦੇ ਸੀ ਚਾਰਜਸ ਜਦੋਂ ਕੋਈ ਡਰੇਨੇਜ ਨਹਿਰਾਂ ਦੀ ਕੋਈ ਡਰੇਨੇਜ ਦੀ ਕੋਈ ਰਿਪੇਅਰ ਹੁੰਦੀ ਸੀ ਜਾਂ ਨਹਿਰਾਂ ਦੀ ਕੋਈ ਰਿਪੇਅਰ ਕੀਤੀ ਜਾਂਦੀ ਸੀ ਗਵਰਨਮੈਂਟ ਵੱਲੋਂ, ਤਾਂ ਜਿਹੜਾ ਹੈਗਾ ਪਿੰਡ ਦੇ ਮਾਲਕਾਂ ਤੋਂ ਹੀ ਜਿਹੜਾ ਜਿਸ ਇਲਾਕੇ ਦੇ ਵਿੱਚ ਇਹ ਜਿਹੜੀ ਰਿਪੇਅਰ ਕੀਤੀ ਜਾਂਦੀ ਸੀਗੀ ਜਾਂ ਨਵੀਆਂ ਨਹਿਰਾਂ ਬਣਾਈਆਂ ਜਾਂਦੀਆਂ ਸੀਗੀਆਂ। ਸੈਕਸ਼ਨ 59 ਸਰਕਾਰ ਇਹਨਾਂ ਨੂੰ ਪ੍ਰੋਵਾਈਡ ਕਰਦਾ ਇਸ ਡਿਪਾਰਟਮੈਂਟ ਨੂੰ ਵੀ ਤੁਸੀਂ ਜਿਹੜਾ ਹੈਗਾ ਇਹਨੂੰ ਰੇਟ ਹੈਗਾ ਇਹ ਪਿੰਡ ਦੇ ਮਾਲਕਾਂ ਤੋਂ ਕਲੈਕਟ ਕਰ ਸਕਦੇ ਹੋ। ਬੇਸ਼ੱਕ ਸਾਡਾ ਰੈਵਨਿਊ ਡਿਪਾਰਟਮੈਂਟ ਹੀ ਕਲੈਕਸ਼ਨ ਕਰਕੇ ਦਿੰਦਾ ਸੀਗਾ, ਪਰ ਇਸ ਤਹਿਤ ਲਗਾਇਆ ਜਾਂਦਾ ਸੀਗਾ। ਇਸ ਤਰੀਕੇ ਸਬ ਕਲੌਜ਼ ਡੀ ਹੈਗੀ ਹੈ ਜੈਲਦਾਰੀ ਐਂਡ ਵਿਲੇਜ ਆਫੀਸਰ ਸੈਸ। ਥੋੜਾ ਨੀਚੇ ਕਰ ਰੇਟਸ ਐਂਡ ਸੈਸ ਦੇ ਵਿੱਚ ਜਿਹੜੀ ਜੈਲਦਾਰੀ ਹੈ, ਪਿੰਡ ਦੇ ਜਿਹੜੇ ਜੈਲਦਾਰ ਹੁੰਦੇ ਨੇ, ਜੈਲਦਾਰ ਕੀ ਹੁੰਦੇ ਸੀਗੇ, ਜੈਲਦਾਰ ਇਹ ਹੁੰਦੇ ਸੀਗੇ ਜਿਹੜੇ ਪਿੰਡ ਦੇ ਲੋਕਾਂ ਦਾ ਤੇ ਸਰਕਾਰ ਦੇ ਵਿੱਚ ਆਪਸੀ ਤਾਲਮੇਲ ਬਣਾ ਕੇ ਰੱਖਦੇ ਸੀ। ਸਰਕਾਰ ਦੇ ਆਫੀਸਰਸ ਨੂੰ ਪਿੰਡ ਦੇ ਲੋਕਾਂ ਤੱਕ ਕੋਈ ਕੰਮ ਹੁੰਦੇ ਸੀ ਜਾਂ ਕੋਈ ਇਨਫੋਰਮੇਸ਼ਨ ਲੈਣੀ ਹੁੰਦੀ ਸੀ ਜਾਂ ਕੋਈ ਆਰਡਰਸ ਗਵਰਨਮੈਂਟ ਦੀ ਇੰਪਲੀਮੈਂਟ ਕਰਨੇ ਹੁੰਦੇ ਸੀਗੇ, ਤਾਂ ਜੈਲਦਾਰਾਂ ਦੀ ਹੈਲਪ ਦੇ ਲੈ ਕੇ ਆਪਣੇ ਤਾਲਮੇਲ ਬਣਾ ਕੇ ਪਟਵਾਰੀ ਹਲਕਾ ਦੇ ਨਾਲ, ਕਾਨੂੰਗੋ ਹਲਕਾ ਦੇ ਨਾਲ, ਪਿੰਡ ਦੇ ਜ਼ਿਮੀਂਦਾਰਾਂ ਦੇ ਨਾਲ, ਲੋਕਾਂ ਦੇ ਨਾਲ ਤਾਲਮੇਲ ਬਣ ਕੇ ਸਰਕਾਰ ਦੇ ਕੰਮਾਂ ਕਾਰਾਂ ਦੀ ਸਰਕਾਰ ਦੀ ਇਹ ਹੈਲਪ ਕਰਦੇ ਹੁੰਦੇ ਸੀ। ਇਹਦੇ ਇਵਜ਼ ਦੇ ਵਿੱਚ ਉਸ ਦੇ ਇਵਜ਼ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਨੂੰ ਕੁਝ ਇਨਸੈਂਟਿਵ ਦਿੱਤਾ ਜਾਂਦਾ ਸੀ, ਜਿਹਨੂੰ ਅਸੀਂ ਜੈਲਦਾਰੀ ਕਹਿੰਦੇ ਸੀ। ਵਿਲੇਜ ਆਫੀਸਰ ਸੈਸ ਜਿਹੜੇ ਪਿੰਡ ਦੇ ਜਿਹੜੇ ਨੰਬਰਦਾਰ ਹੁੰਦੇ ਸੀ ਉਹਨਾਂ ਨੂੰ ਜਿਹੜੀ ਨੰਬਰਦਾਰੀ ਦਿੱਤੀ ਜਾਂਦੀ ਸੀਗੀ ਮਾਮਲਾ ਇਕੱਠਾ ਕਰਨ ਦੀ ਖਾਤਰ ਜਾਂ ਸਰਕਾਰ ਦੀ ਹੈਲਪ ਕਰਨ ਦੀ ਖਾਤਰ, ਉਹਨੂੰ ਅਸੀਂ ਵਿਲੇਜ ਆਫੀਸਰ ਸੈਸ ਕਹਿੰਦੇ ਸੀ। ਇਹ ਵੀ ਜਿਹੜੇ ਰੇਟਸ ਐਂਡ ਸੈਸ ਦੀ ਪਰਿਭਾਸ਼ਾ ਚਾਹੁੰਦੇ ਆ। ਇਸੇ ਤਰੀਕੇ ਸਮਸ ਪੇਬਲ ਔਨ ਅਕਾਊਂਟ ਆਫ ਵਿਲੇਜ ਐਕਸਪੈਂਸਿਸ, ਪਿੰਡ ਦੇ ਕੋਈ ਸਾਂਝੇ ਖਰਚੇ ਹੁੰਦੇ ਆ, ਪਿੰਡ ਦਾ ਟੋਭਾ ਸਵਾਰ ਲਿਆ ਜਾਂ ਕੋਈ ਹੋਰ ਕੰਮ ਕਰ ਲਏ, ਕੋਈ ਪਿੰਡ ਦੇ ਸਾਂਝੇ, ਉਹਦੇ ਲਈ ਕੁਝ ਪੈਸੇ ਇਕੱਠੇ ਕੀਤੇ ਗਏ, ਉਹ ਵੀ ਰੇਟਸ ਐਂਡ ਸੈਸ ਦੀ ਪਰਿਭਾਸ਼ਾ ਚਾਹੁੰਦੇ ਹੈਗੇ। ਸਰਕਾਰ ਨੇ ਕੋਈ ਕੰਮ ਕੀਤੇ ਸੀਗੇ ਪਿੰਡ ਦੇ ਸਾਂਝੇ ਕੰਮ, ਉਹਦੇ ਲਈ ਸਰਕਾਰ ਨੂੰ ਲੋੜ ਪਈ, ਸਰਕਾਰ ਨੇ ਪੈਸੇ ਇਕੱਠੇ ਕੀਤੇ, ਦੈਟ ਇਜ਼ ਆਲਸੋ ਰੇਟਸ ਐਂਡ ਸੈਸ ਦੀ ਪਰਿਭਾਸ਼ਾ ਚਾਹੁੰਦੇ ਆ। ਇਹ ਤੁਹਾਨੂੰ ਕੁਐਸਚਨ ਜ਼ਰੂਰ ਆਏਗਾ, ਰੇਟਸ ਐਂਡ ਸੈਸਸ, ਲੈਂਡ ਰੈਵਨਿਊ, ਇਹ ਆਲਮੋਸਟ 90% 95% ਪੇਪਰ ਦੇ ਵਿੱਚ ਆਉਂਦੇ ਹੈਗੇ, ਤਾਂ ਮੈਂ ਥੋੜਾ ਜਿਹਾ ਤੁਹਾਨੂੰ ਡਿਟੇਲ ਪੜ੍ਹਾ ਰਿਹਾ ਤੇ ਨਾਲੇ ਇਸੇ ਤੋਂ ਹੀ ਤੁਹਾਨੂੰ ਸਾਰਾ ਐਕਟ ਸਾਰਾ ਸਮਝਾਉਣਾ ਹੈਗਾ ਫਿਰ ਅੱਗੇ ਜਾ ਕੇ। ਦੈਨ ਆ ਗਿਆ ਵਿਲੇਜ ਸੈਸ। ਵਿਲੇਜ ਸੈਸ ਤੇ ਦੇਖੋ ਰੇਟਸ ਐਂਡ ਸੈਸਸ 'ਚ ਫਰਕ ਹੈਗਾ। ਰੇਟਸ ਐਂਡ ਸੈਸਸ 'ਚ ਕੀ ਫਰਕ ਹੈ? ਮੇਨ ਫਰਕ ਹੈਗਾ ਵੀ ਰੇਟਸ ਐਂਡ ਸੈਸਸ ਗਵਰਨਮੈਂਟ ਕਲੈਕਟ ਕਰਦੀ ਹੈ ਫॉर द पर्पस एक्सपेंसेस डन बाय द गवर्नमेंट फॉर द लैंड ओनर्स। ਤੇ ਜਿਹੜੀ ਵਿਲੇਜ ਸੈਸ ਹੈਗੀ ਹੈ, ਇਹ ਵਿਲੇਜ ਸੈਸ ਹੈ, ਇਹ ਇੱਕ ਕੰਟਰੀਬਿਊਸ਼ਨ ਹੈਗੀ ਹੈ ਪਿੰਡ ਦੇ ਲੋਕਾਂ ਦੇ ਲਈ। ਪਿੰਡ ਦੇ ਲੋਕ ਆਪਣੇ ਕੋਈ ਸਾਂਝੇ ਕੰਮ ਜਿਹੜੇ ਹੈਗੇ ਨੇ ਉਹ ਕਰਨ ਦੀ ਖਾਤਰ ਪਿੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਕਸਟਮਰੀ ਲੈਵਲ ਤੇ, ਜਿਵੇਂ ਉਹਦਾ ਰੀਤੀ ਰਿਵਾਜ ਹੈਗੇ ਆ ਉਸ ਲੈਵਲ ਤੇ। ਕੋਈ ਰੈਂਟ ਨਹੀਂ ਹੁੰਦਾ, ਕੋਈ ਕਿਰਾਇਆ ਨਹੀਂ ਹੁੰਦਾ, ਕਿਸੇ ਲੈਣ ਦਾ ਨਹੀਂ ਹੁੰਦਾ। ਵਿਲੇਜ ਸੈਸ ਜਿਹੜੀ ਹੁੰਦੀ ਹੈ ਇਹ ਪਿੰਡ ਦੇ ਕੋਈ ਸਾਂਝੇ ਕੰਮ ਕਰਨ ਦੀ ਖਾਤਰ ਕਿਸੇ ਕਲੈਕਸ਼ਨ ਕਰਕੇ ਪਿੰਡ ਦੇ ਉਸ ਵੇਲੇ ਨੰਬਰਦਾਰਾਂ ਕੋਲੇ ਇਕੱਠੇ ਕੀਤੇ ਜਾਂਦੇ ਸੀ ਪੈਸੇ, ਨੰਬਰਦਾਰ ਫਿਰ ਉਹਦੇ ਵਿੱਚੋਂ ਖਰਚ ਕਰਦਾ ਸੀਗਾ ਪਿੰਡ ਦੇ ਸਾਂਝੇ ਕੰਮਾਂ ਦੀ ਖਾਤਰ। ਕੋਈ ਚੌਕੀਦਾਰ ਰੱਖਿਆ ਪਿੰਡ ਦੇ ਵਿੱਚ, ਵੱਖਰੇ ਤੌਰ ਤੇ ਕੋਈ ਰੱਖਿਆ, ਕੋਈ ਹੋਰ ਖਰਚ, ਕਿਸੇ ਤਰ੍ਹਾਂ ਦੇ ਵੱਖਰੇ ਖਰਚ। ਆਪਾਂ ਪਿੰਡਾਂ ਦੇ ਰਹਿਣ ਵਾਲੇ ਆ, ਆਪਾਂ ਨੂੰ ਪਤਾ ਪਿੰਡਾਂ 'ਚ ਬਹੁਤ ਸਾਰੇ ਕਈ ਸਾਂਝੇ ਖਰਚੇ ਹੁੰਦੇ ਆ, ਉਹਦੇ ਲਈ ਜਿਹੜੀ ਕਲੈਕਸ਼ਨ ਕੀਤੀ ਜਾਂਦੀ ਸੀ, ਕੰਟਰੀਬਿਊਸ਼ਨ ਕੀਤੀ ਜਾਂਦੀ ਸੀ, ਦੈਟ ਇਜ਼ ਕਾਲਡ ਵਿਲੇਜ ਸੈਸ। ਵਿਲੇਜ ਆਫੀਸਰ ਦੇ ਵਿੱਚ 2-3 ਬੰਦੇ ਆ ਜਾਂਦੇ ਨੇ। ਪਿੰਡ ਦਾ ਜਿਹੜਾ ਪਟਵਾਰੀ ਆ ਉਹ ਵੀ ਵਿਲੇਜ ਆਫੀਸਰ ਹੁੰਦਾ, ਪਿੰਡ ਦਾ ਜਿਹੜਾ ਹੈਡਮੈਨ ਹੈ ਨੰਬਰਦਾਰ ਉਹ ਵੀ ਵਿਲੇਜ ਆਫੀਸਰ ਕਹਿਲਾਂਦਾ, ਤੇ ਚੀਫ ਹੈਡਮੈਨ ਹੈ। ਜਦੋਂ ਕਿਸੇ ਪਿੰਡ 'ਚ 6-7 ਨੰਬਰਦਾਰ ਹੁੰਦੇ ਆ, ਉਹਨਾਂ 'ਚ ਇੱਕ ਨੰਬਰਦਾਰ ਨੂੰ ਵੱਧ ਪਾਵਰਾਂ ਦਿੱਤੀਆਂ ਜਾਂਦੀਆਂ ਨੇ, ਉਹ ਜਿਹੜਾ ਹੈਗਾ ਚੀਫ ਹੈਡਮੈਨ ਕਹਿਲਾਂਦਾ, ਦੈਟ ਇਜ਼ ਆਲਸੋ ਵਿਲੇਜ ਆਫੀਸਰ। ਦੈਨ ਰੈਵਨਿਊ ਆਫੀਸਰ ਆ ਜਾਂਦੇ ਨੇ। ਰੈਵਨਿਊ ਆਫੀਸਰ ਕੀ ਹੈ? ਇਸ ਐਕਟ ਦੇ ਤਹਿਤ ਜਿਸ ਨੂੰ ਕੰਮ ਕਰਨ ਦੀਆਂ ਐਜ਼ ਏ ਰੈਵਨਿਊ ਕੋਰਟ ਜਾਂ ਰੈਵਨਿਊ ਆਫੀਸਰ ਕੰਮ ਕਰਨ ਦੀਆਂ ਪਾਵਰਾਂ ਜਿਸ ਵਿਅਕਤੀ ਨੂੰ ਦਿੱਤੀਆਂ ਜਾਂਦੀਆਂ, ਚਾਹੇ ਉਹ ਨੈਬਸੀਦਾਰ ਹੈ, ਚਾਹੇ ਉਹ ਤਹਿਸੀਲਦਾਰ ਹੈ, ਜਾਂ ਕੋਈ ਹੋਰ ਵਿਅਕਤੀ ਕੋਈ ਹੈਗਾ ਜਿਹਨੂੰ ਸਰਕਾਰ ਪਾਵਰਾਂ ਦਿੰਦੀ ਹੈ, ਤਾਂ ਉਸ ਨੂੰ ਅਸੀਂ ਇਸ ਐਕਟ ਦੇ ਤਹਿਤ ਜਿਹੜਾ ਕੋਈ ਵਰਕ ਕਰਦਾ ਹੈਗਾ ਉਸ ਨੂੰ ਰੈਵਨਿਊ ਆਫੀਸਰ ਕਿਹਾ ਜਾਂਦਾ ਹੈ ਜਾਂ ਰੈਵਨਿਊ ਕੋਰਟ ਕਿਹਾ ਜਾਂਦਾ ਹੈ। ਨੈਕਸਟ ਸੈਕਸ਼ਨ 15 ਹੈ ਜਗੀਰਦਾਰ। ਜਗੀਰਦਾਰ ਫਿਰ ਆ ਗਿਆ, ਦੇਖੋ ਆਪਾਂ ਉੱਪਰ ਵੀ ਪੜ੍ਹਿਆ ਸੀ, ਜਗੀਰਦਾਰੀ ਬਾਰੇ ਪੜ੍ਹਿਆ ਸੀਗਾ, ਇਹ ਜਗੀਰਦਾਰ ਆ ਗਿਆ। ਜਗੀਰਦਾਰ ਕੌਣ ਹੁੰਦੇ ਨੇ? ਇਨਕਲੂਡਸ ਐਨੀ ਪਰਸਨ ਅਦਰ ਦੈਨ ਏ ਵਿਲੇਜ ਸਰਵੈਂਟ to whom the land revenue of any land has been assigned in whole। ਕਿਸੇ ਪਿੰਡ ਦਾ ਸਾਰਾ ਜਾਂ ਕੁਝ ਪਾਰਟ ਜਿਹੜਾ ਲੈਂਡ ਰੈਵਨਿਊ ਸੀਗਾ ਉਹ ਸਰਕਾਰ ਵੱਲੋਂ ਇਹਨਾਂ ਨੂੰ ਅਸਾਈਨ ਕੀਤਾ ਜਾਂਦਾ ਸੀ। ਅਸਾਈਨ ਦਾ ਮਤਲਬ ਵੀ ਕਲੈਕਟ ਕਰਕੇ ਇਹਨਾਂ ਨੂੰ ਦਿੱਤਾ ਜਾਂਦਾ ਸੀ ਐਜ਼ ਏ ਇਨਸੈਂਟਿਵ, ਐਜ਼ ਏ ਗਵਰਨਮੈਂਟ ਦੇ ਹੈਲਪਰ, ਬਾय द ਗਵਰਨਮੈਂਟ ਔਰ ਬਾय ਐਨ ਆਫੀਸਰ ਆਫ ਦ ਗਵਰਨਮੈਂਟ। ਸਰਕਾਰ ਵੱਲੋਂ ਇਹ ਜਗੀਰਦਾਰਾਂ ਨੂੰ ਪਿੰਡ ਦਾ ਜਿਹੜਾ ਮਾਮਲਾ ਸੀਗਾ, ਕੁਝ ਪਾਰਟ ਜਾਂ ਕੁਝ ਪਿੰਡਾਂ ਦਾ ਮਾਮਲਾ, ਇਹ ਜ਼ਿਆਦਾ ਪਿੰਡਾਂ ਦਾ ਵੀ ਹੋ ਸਕਦਾ ਹੈ, ਜਿਹੜੇ ਪਿੰਡਾਂ 'ਚ ਉਹ ਜਗੀਰਦਾਰ ਕਹਿਲਾਉਂਦੇ ਆ, ਇੱਕ ਪਿੰਡ ਦਾ 2 ਪਿੰਡ ਦਾ ਜਗੀਰਦਾਰ ਵੀ ਹੋ ਸਕਦਾ ਹੈ,
ਜਾਂ ਪਿੰਡ ਦੇ ਤੇ ਜਿਹੜਾ ਉਹਨਾਂ ਨੂੰ ਮਾਮਲਾ ਤੱਕ ਦਿੱਤਾ ਜਾਂਦਾ ਐਜ਼ ਏ ਇਨਸੈਂਟਿਵ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਜ਼ਗੀਰਦਾਰ ਕਹਿੰਦੇ ਹਾਂ। ਸਰਕਾਰ ਦੀ ਹੈਲਪ, ਸਰਕਾਰ ਦੇ ਆਫਿਸਰ ਦੀ ਇਹ ਸਮੇਂ-ਸਮੇਂ ਤੇ ਲੋੜ ਮੁਤਾਬਕ ਹੈਲਪ ਕਰਦੇ ਸੀ। ਲੀਗਲ ਪ੍ਰੈਕਟੀਸ਼ਨਰ ਜਿਹੜਾ ਲੀਗਲ ਪ੍ਰੈਕਟੀਸ਼ਨਰ ਐਕਟ 1879 ਦੇ ਤਹਿਤ ਜਿਸ ਵਿਅਕਤੀ ਕੋਲੇ ਕਿਸੇ ਰੈਵਨਿਊ ਕੋਰਟ ਦੇ ਵਿੱਚ ਜਾ ਕੇ ਮਤਲਬ ਕਿ ਕਿਸੇ ਬਿਹਾਫ ਦੇ ਉੱਪਰ, ਕਿਸੇ ਹੋਰ ਦੇ ਬਿਹਾਫ ਦੇ ਉੱਪਰ ਇਹਨੂੰ ਪਾਵਰ ਦਿੱਤੀ ਜਾਂਦੀ ਹੈ, ਉਹਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਕਹਿੰਦੇ ਹਾਂ। ਐਗਰੀਕਲਚਰ ਸਬਸੈਕਸ਼ਨ 17 ਐਗਰੀਕਲਚਰ ਈਅਰ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜਾ ਇਹ ਐਗਰੀਕਲਚਰ ਈਅਰ ਹੈ ਇਹ ਸੌਣੀ ਦੇ ਵਿੱਚ ਆ ਕੇ ਸਟਾਰਟ ਹੁੰਦਾ, 16 ਜੂਨ ਤੋਂ ਸਟਾਰਟ ਹੁੰਦਾ, ਤਾਂ ਕਿ ਜਿਹੜੀ ਫਸਲ ਹੈਗੀ ਹੈ ਜੀਰੀ ਦੀ ਕਾਸ਼ਤ ਕੀਤੀ ਜਾ ਸਕੇ, ਸੌਣੀ ਤੇ ਹਾੜੀ ਵੀ ਕਾਸ਼ਤ ਕੀਤੀ ਜਾ ਸਕੇ। ਇੱਕ ਵਿਅਕਤੀ ਨੂੰ ਸਾਲ ਦੇ ਲਈ ਜ਼ਮੀਨ ਠੇਕੇ ਦਿੱਤੀ ਜਾਂਦੀ ਹੈ। ਜਿਹੜਾ ਉਹਦਾ ਐਗਰੀਕਲਚਰ ਈਅਰ ਹੈ ਉਹ 16 ਜੂਨ ਤੋਂ ਸਟਾਰਟ ਹੁੰਦਾ ਹੈ। ਆਮ ਤੌਰ ਤੇ ਕੀ ਹੁੰਦਾ ਹੈ, ਇਸ 16 ਜੂਨ ਤੋਂ ਪਹਿਲਾਂ ਹੀ ਜਦੋਂ ਸਾਡੇ ਕੋਲੇ ਵਾਰੰਟ ਕਬਜ਼ੇ ਆਉਂਦੇ ਆ, ਚਾਹੇ ਉਹ ਸਿਵਲ ਕੋਰਟਾਂ ਵੱਲੋਂ ਆਉਣ, ਚਾਹੇ ਅਸੀਂ ਵਾਰੰਟ ਕਬਜ਼ੇ ਰੈਵਨਿਊ ਕੋਰਟਾਂ ਇਨ ਪਾਰਟੀਸ਼ਨ ਦੇ ਕੇਸਿਸ 'ਚ ਅਸੀਂ ਵਾਰੰਟ ਕਬਜ਼ੇ ਜਾਰੀ ਕਰਦੇ ਹਾਂ, ਤਾਂ ਸਾਡੇ ਕਾਨੂੰਗੋ ਜਿਹੜੇ ਸਾਹਿਬਾਨ ਹੈਗੇ ਆ ਉਹ ਮਤਲਬ ਕਿ ਇੰਸ਼ੋਰ ਕਰਦੇ ਆ, ਉਹਨੂੰ ਪਤਾ ਹੁੰਦਾ ਇਸ ਗੱਲ ਦਾ ਵੀ ਅਸੀਂ ਅਗਲੀ ਫਸਲ ਬੀਜਣ ਤੋਂ ਪਹਿਲਾਂ ਯਾਨੀ ਕਿ ਮਈ ਦੇ ਵਿੱਚ ਜਿਹੜਾ ਹੈਗਾ ਕਬਜ਼ੇ ਦੀ ਕਾਰਵਾਈ ਕੀਤੀ ਜਾਵੇ। ਮਤਲਬ 90% ਜੇ ਅਗਰ ਬੇਸ਼ੱਕ ਜੇਕਰ ਕਿਸੇ ਕੋਰਟ ਵੱਲੋਂ ਇੱਦਾਂ ਦਾ ਕੋਈ ਸਪੈਸੀਫਿਕ ਕੀਤਾ ਜਾਂਦਾ ਵੀ ਨਹੀਂ ਇਹ ਕਬਜ਼ਾ ਹੁਣੀ ਤੁਸੀਂ ਉਹ ਕਰਨਾ ਹੈਗਾ, ਐਗਜ਼ੀਕਿਊਟ ਕਰਨਾ, ਵਾਰੰਟ ਕਬਜ਼ਾ ਐਗਜ਼ੀਕਿਊਟ ਕਰਨਾ, ਗੱਲ ਵੱਖਰੀ ਹੈ। ਅਦਰਵਾਈਜ਼ ਕੀ ਹੁੰਦਾ ਹੈ ਵੀ 16 ਜੂਨ ਤੋਂ ਪਹਿਲਾਂ ਤੇ ਹਾੜੀ ਦੀ ਫਸਲ ਕੱਟਣ ਤੋਂ ਬਾਅਦ ਜਿਹੜਾ ਸਮਾਂ ਹੁੰਦਾ ਮਈ ਦਾ, ਤੇ ਉਹਦੇ ਵਿੱਚ ਹੀ ਜਿਹੜੇ ਇੱਕ ਵਾਰੰਟ ਕਬਜ਼ੇ ਵਗੈਰਾ ਖੇਤਾਂ ਦੇ ਜਿਹੜੇ ਤਬਾਦਲੇ ਹੋਣੇ, ਤਬਦੀਲੀ ਹੁੰਦੀ ਹੈ ਖੇਤਾਂ ਦੀ, ਕੀਤੀ ਜਾਂਦੀ ਹੈਗੀ। ਤਾਂ ਹੀ ਜਿਹੜਾ ਹੈਗਾ ਇਹ ਸਾਨੂੰ ਜਿਹੜਾ ਐਗਰੀਕਲਚਰ ਈਅਰ ਹੈ ਇਹਦੀ ਜਿਹੜੀ ਡੇਟ ਫਿਕਸ ਕੀਤੀ ਹੈ ਗਵਰਨਮੈਂਟ ਨੇ 16 ਜੂਨ ਕੀਤੀ ਗਈ ਹੈ। ਅਦਰਵਾਈਜ਼ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹ 1 ਅਪ੍ਰੈਲ ਤੋਂ ਸਟਾਰਟ ਹੁੰਦਾ ਹੈ। ਜਿਹੜਾ ਸਾਡਾ ਕੈਲੰਡਰ ਈਅਰ ਹੈ ਉਹ ਜਨਵਰੀ ਤੋਂ ਸਟਾਰਟ ਹੁੰਦਾ ਹੈ। ਇਹਦਾ ਸਿਰਫ ਮਕਸਦ ਇਹੀ ਹੈ ਵੀ ਤਾਂ ਕਿ ਜਿਹੜੀ ਖੇਤਾਂ ਦੀ ਤਬਦੀਲੀ ਹੁੰਦੀ ਹੈ, ਜ਼ਮੀਂਦਾਰਾਂ ਦੇ ਆਪਸ ਦੇ ਵਿੱਚ ਜਿਹੜੇ ਐਗਰੀਮੈਂਟ ਹੁੰਦੇ ਆ ਉਹ ਜੂਨ ਤੋਂ ਸਟਾਰਟ ਹੁੰਦੇ ਆ, ਸੋਨੇ ਦੀ ਫਸਲ ਤੋਂ ਸਟਾਰਟ ਹੁੰਦੇ ਆ। ਨੋਟੀਫਿਕੇਸ਼ਨ, ਕੋਈ ਵੀ ਡਿਪਾਰਟਮੈਂਟ ਹੈ ਸਰਕਾਰ ਦਾ, ਕੋਈ ਨੋਟੀਫਿਕੇਸ਼ਨ ਪਬਲਿਸ਼ ਕਰਦਾ ਹੈ ਸਰਕਾਰ, ਕੋਈ ਵੀ ਅਥਾਰਟੀ ਹੈਗੀ ਹੈ, ਉਸ ਨੋਟੀਫਿਕੇਸ਼ਨ ਕਿਹਾ ਜਾਂਦਾ। ਦੈਨ ਹੈਗਾ 19 ਇੰਪਰੂਵਮੈਂਟਸ। ਇਟ ਇਜ਼ ਵੈਰੀ ਇੰਪੋਰਟੈਂਟ ਉਹ ਹੈਗੀ ਹੈ ਵਰਡ ਹੈਗਾ ਇਹ ਇੰਪਰੂਵਮੈਂਟ। ਇੰਪਰੂਵਮੈਂਟ ਜਨਰਲ ਕੀ ਹੁੰਦੀ ਹੈ? ਦੇਖੋ, ਕੋਈ ਕਿਸੇ ਵਿਅਕਤੀ ਨੇ, ਕਿਸੇ ਲੈਂਡ ਓਨਰ ਨੇ, ਕਿਸੇ ਜਿਹੜਾ ਅੱਜ ਦੀ ਡੇਟ 'ਚ ਲੈਂਡ ਓਨਰ ਕੋਈ ਹੈਗਾ ਉਹਦੇ ਦਾਦੇ ਨੇ ਜਾਂ ਪੜਦਾਦੇ ਨੇ ਕਿਸੇ ਵਿਅਕਤੀ ਨੂੰ ਕੋਈ ਜ਼ਮੀਨ ਕਿਰਾਏ ਤੇ ਦਿੱਤੀ ਸੀ, ਵਾਹਨ ਦੀ ਖਾਤਰ ਟੈਨੈਂਸੀ ਦਿੱਤੀ ਸੀ ਐਗਰੀਮੈਂਟ ਕਰਕੇ, ਠੀਕ ਹੈ। ਉਸ ਵੇਲੇ ਕੋਈ ਟਿੱਬੇ ਸੀਗੇ, ਕੋਈ ਝਾੜ ਫੂਸ ਵੀ ਹੈਗੇ ਸੀਗੇ, ਤਾਂ ਉਹਨਾਂ ਉਹਨਾਂ ਕਿਰਾਏਦਾਰਾਂ ਨੇ ਕੀ ਕੀਤਾ, ਉਹ ਜ਼ਮੀਨ ਨੂੰ ਖੇਤੀਬਾੜੀ ਫਰਟਾਈਲ ਬਣਾਉਣ ਦੀ ਖਾਤਰ ਉਹਦੇ ਉੱਤੇ ਬਹੁਤ ਸਾਰੀਆਂ ਇੰਪਰੂਵਮੈਂਟ ਕੀਤੀਆਂ। ਜ਼ਮੀਨ ਨੂੰ ਵਾਹਿਆ, ਜੰਗਲ ਤੋੜੇ, ਉਹਦੇ 'ਚ ਕੋਈ ਇਰੀਗੇਸ਼ਨ ਦੇ ਸੋਰਸਸ ਕ੍ਰੀਏਟ ਕੀਤੇ, ਕੋਈ ਖੂਹ ਲਵਾਏ, ਟਿਊਬਵੈਲ ਲਵਾਏ, ਠੀਕ ਹੈ। ਇਹ ਜਿਹੜੇ ਹੈਗੇ ਨੇ ਵੀ ਮਤਲਬ ਕਹਿੰਦਾ ਇਹ ਹੈ ਭਾਵ ਸਿੰਪਲ ਜਿਹਾ ਵੀ ਜ਼ਮੀਨ ਦੇ ਵਿੱਚ ਐਗਰੀਕਲਚਰ ਜਾਂ ਉਹਨੂੰ ਫਰਟਾਈਲ ਬਣਾਉਣ ਦੀ ਖਾਤਰ, ਉਹਦੀ ਇੰਪਰੂਵਮੈਂਟ ਕਰਨ ਦੀ, ਉਹਦੇ ਤੇ ਫਸਲ ਵਧਾਉਣ ਦੀ ਖਾਤਰ ਜਿਹੜੇ ਕੋਈ ਕੰਮ ਕੀਤੇ ਜਾਂਦੇ ਆ ਉਹਨੂੰ ਅਸੀਂ ਇੰਪਰੂਵਮੈਂਟ ਕਹਿੰਦੇ ਆ। ਉਹ 'ਚ ਨਵੇਂ ਖਾਲ ਵੀ ਬਣਾਏ ਜਾ ਸਕਦੇ ਆ। ਇਹ ਇੰਪਰੂਵਮੈਂਟ ਜਿਹੜੀਆਂ ਹੁੰਦੀਆਂ ਨੇ, ਇਹ ਇੰਪਰੂਵਮੈਂਟਸ ਮਾਲਕ ਵੀ ਕਰਾ ਸਕਦੇ ਨੇ, ਇਹ ਇੰਪਰੂਵਮੈਂਟ ਟੈਨੈਂਟਸ ਵੀ ਕਰਾ ਸਕਦੇ ਵਿਦ ਦਾ ਕੰਸੈਂਟ ਆਫ ਦਾ ਲੈਂਡਲੌਰਡ। ਇੰਪਰੂਵਮੈਂਟਸ ਨੂੰ ਲੈ ਕੇ ਹੀ ਜਿਹੜੇ ਰੈਂਟ ਨੇ ਘਟਦੇ ਵੱਧਦੇ ਹੈਗੇ ਆ। ਇੰਪਰੂਵਮੈਂਟਸ ਨੂੰ ਲੈ ਕੇ ਬਹੁਤ ਸਾਰੇ ਡਿਸਪਿਊਟ ਵੀ ਕ੍ਰੀਏਟ ਹੁੰਦੇ ਆ। ਇੰਪਰੂਵਮੈਂਟਸ ਨੂੰ ਲੈ ਕੇ ਬਹੁਤ ਸਾਰੇ ਮੁਕੱਦਮੇ ਵੀ ਚੱਲਦੇ ਆ। ਉਹ ਕਹਿੰਦਾ ਮੇਰਾ ਕਿਰਾਇਆ, ਜੇ ਮਾਲਕ ਨੇ ਇੰਪਰੂਵਮੈਂਟ ਕਰਾਈ ਹੈ ਤਾਂ ਮਾਲਕ ਕਹਿੰਦਾ ਮੇਰਾ ਕਿਰਾਇਆ ਵਧਾਓ। ਜੇ ਟੈਨੈਂਟ ਨੇ ਇੰਪਰੂਵਮੈਂਟ ਕਰਾਈ ਹੈ ਆਪਦੇ ਖੇਤ ਦੇ ਵਿੱਚ ਤਾਂ ਟੈਨੈਂਟ ਕਹਿੰਦਾ ਮੇਰਾ ਕਿਰਾਇਆ ਘਟਾਓ। ਇਸ ਤਰ੍ਹਾਂ ਮਾਲਕਾਂ ਦੇ ਵਿੱਚ ਲੈਂਡਲੌਰਡ ਤੇ ਟੈਨੈਂਟ ਦੇ ਵਿੱਚ ਬਹੁਤ ਇੰਪਰੂਵਮੈਂਟ ਸ਼ਬਦ ਨੂੰ ਲੈ ਕੇ ਕਾਫੀ ਜਿਹੜੇ ਕੇਸਿਸ ਹੈਗੇ ਆ ਉਹ ਚੱਲਦੇ ਪੈਂਦੇ, ਉਸ ਵੇਲੇ ਚੱਲਦੇ ਸੀਗੇ। ਤੇ ਇਸ ਕਰਕੇ ਜਿਹੜਾ ਵਰਡ ਹੈਗਾ ਕਾਫੀ ਇੰਪੋਰਟੈਂਟ ਹੈ। ਇਹਦੇ ਤੇ ਜਿਹੜਾ ਕੁਐਸਚਨ ਹੈ ਉਹ ਵੀ ਆਮ ਤੌਰ ਤੇ ਆਉਂਦਾ ਹੈਗਾ। ਇੰਪਰੂਵਮੈਂਟ ਮੀਨਸ with reference to a tenancy, any work is suitable to the tenancy, suitable host tenancy and consistent with the conditions of which it is held by value of the tenancy। ਮਤਲਬ ਉਸ tenancy ਦੀ ਜਿਹੜੀ ਵੈਲਿਊ ਆ ਵਧੇ ਇੰਪਰੂਵਮੈਂਟ ਕਰਾਉਣ ਦੇ ਨਾਲ, ਠੀਕ ਹੈ ਜੀ। has been and continues to be increased, ਉਹਦੀ ਵੈਲਿਊ ਵਧੇ ਤੇ ਉਹਦੇ ਤੋਂ ਲਗਾਤਾਰ ਉਹ ਜਿਹੜੀ ਹੈਗੀ ਹੈ ਪੈਦਾਵਾਰ ਹੈ ਉਹ ਵਧਦੀ ਰਹੇ, ਉਹਦੀ ਵੈਲਿਊ ਵੀ ਵਧਦੀ ਰਹੇ। which if not executed on the tenancy, either executed directly or for the benefit
ਆਫਟਰ ਐਗਜ਼ੀਕਿਊਸ਼ਨ ਵੇ ਡਾਇਰੈਕਟਲੀ। ਮਤਲਬ ਕਹਿਣ ਦਾ ਭਾਵ ਹੈ ਵੀ ਜੇ ਉਹ ਟੈਨੈਂਸੀ ਦੇ ਉੱਪਰ ਇੰਪਰੂਵਮੈਂਟ ਹੋਈ, ਇੰਪਰੂਵਮੈਂਟ ਕਰਾਏਗੀ ਤਾਂ ਉਹਦੇ ਨਾਲ ਜਿਹੜੀ ਉਸ ਜਿਹੜੇ ਖੇਤ ਹੈ ਉਹਦੀ ਵੈਲਿਊ ਵੀ ਵਧੀ, ਉਹਦੇ ਉੱਪਰ ਜਿਹੜੇ ਪੈਦਾਵਾਰ ਦੇ ਸਾਧਨ ਵੀ ਵਧੇ, ਪੈਦਾਵਾਰ ਵੀ ਵਧੀ। ਪਰ ਇਹਦੇ ਵਿੱਚ ਅੱਗੇ ਇਹਨੇ ਕਿਹਾ ਹੈ ਐਕਸਪਲੇਨੇਸ਼ਨ ਦਿੱਤੀਆਂ 2-3-4 ਇੰਪਰੂਵਮੈਂਟਸ ਇਟ ਇਨਕਲੂਡਸ ਅਮੰਗ ਦਾ ਅਦਰ ਥਿੰਗਸ। ਇੰਪਰੂਵਮੈਂਟਸ ਕਿਹੜੀਆਂ ਹੁੰਦੀਆਂ ਨੇ ਹੋਰ ਤੋਂ ਇਲਾਵਾ ਕਹਿੰਦਾ ਇਹ ਕੁਝ ਜਿਹੜੇ ਪੁਆਇੰਟਸ ਦਿੱਤੇ ਗਏ ਨੇ ਐਕਸਪਲੇਨੇਸ਼ਨ 1 ਦੇ ਵਿੱਚ। ਇਹ ਇੰਪਰੂਵਮੈਂਟ ਦੀ ਭਾਸ਼ਾ ਚਾਹੁੰਦੇ ਆ, ਪਰਿਭਾਸ਼ਾ ਚਾਹੁੰਦੇ ਆ ਕੰਸਟਰਕਸ਼ਨ ਆਫ ਦਾ ਵੈਲ। ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਚੁੱਕਿਆ ਥੋੜਾ ਜਿਹਾ ਤਾਂ ਕਿ ਤੁਹਾਡੇ ਹੁਣ ਸਮਝ ਆ ਜਾਏ ਚੰਗੀ ਤਰ੍ਹਾਂ ਵੀ ਕੰਸਟਰਕਸ਼ਨ ਆਫ ਦੀ ਵੈਲ ਐਂਡ ਅਦਰ ਵਰਕਸ ਫਾਰ ਦਾ ਸਟੋਰੇਜ ਔਰ ਸਪਲਾਈ ਆਫ ਵਾਟਰ ਫਾਰ ਦਾ ਐਗਰੀਕਲਚਰ ਪਰਪਸ। ਉਹ ਜਿਹੜੀ ਟੈਂਡੈਂਸੀ ਹੈਗੀ ਹੈ ਲੈਂਡਲੌਰਡ ਤੇ ਟੈਨੈਂਟ ਦੇ ਵਿਚਕਾਰ ਜਿਹੜੀ ਐਗਰੀਮੈਂਟ ਹੋਇਆ ਹੋਇਆ, ਉਹਦੇ ਕੋਲ ਮੰਨ ਲਓ 5 ਏਕੜ ਜ਼ਮੀਨ ਹੈਗੀ ਹੈ, ਉਹ 5 ਏਕੜ ਜ਼ਮੀਨ ਦੇ ਵਿੱਚ ਕੋਈ ਜਿਹੜਾ ਟੈਨੈਂਟ ਹੈ ਜਾਂ ਲੈਂਡਲੌਰਡ ਹੈ, ਇੰਪਰੂਵਮੈਂਟ ਕੋਈ ਵੀ ਕਰਵਾ ਸਕਦਾ ਹੈ। ਜੇ ਟੈਨੈਂਟ ਕਰਵਾਉਂਦਾ ਪਰ ਵਿਦ ਦਾ ਕੰਸੈਂਟ ਆਫ ਦਾ ਲੈਂਡ ਓਨਰ, ਜੇ ਲੈਂਡ ਓਨਰ ਕਰਵਾ ਸਕਦਾ ਉਹਨੂੰ ਕੰਸੈਂਟ ਲੈਣ ਦੀ ਲੋੜ ਨਹੀਂ ਹੁੰਦੀ। ਕੋਈ ਖੇਤ ਬਣਵਾ, ਕੋਈ ਵੈਲ ਬਣਵਾਤਾ ਜਾਂ ਕੋਈ ਪਾਣੀ ਦੇ ਸਟੋਰੇਜ ਦੇ ਲਈ ਕੋਈ ਜਿਹੜਾ ਹੈਗਾ ਕੋਈ ਸੋਰਸ ਕ੍ਰੀਏਟ ਕਰ ਦਿੱਤਾ। ਬੀ ਦੇ ਵਿੱਚ ਕੀ ਹੈ ਕੰਸਟਰਕਸ਼ਨ ਆਫ ਵਰਕਸ ਫਾਰ ਦਾ ਡਰੇਨੇਜ ਐਂਡ ਫਾਰ ਦਾ ਪ੍ਰੋਟੈਕਸ਼ਨ ਅਗੇਂਸਟ ਦਾ ਫਲੱਡਸ। ਡਰੇਨੇਜ ਦੇ ਪਰਪਸ ਦੇ ਲਈ ਜਾਂ ਫਲੱਡ ਜ਼ਮੀਨ ਦਾ ਉਤੋਂ ਫਲੱਡ ਨਿਕਲਦਾ ਹੈਗਾ ਉਹਦੇ ਲਈ ਕੋਈ ਬੰਨ੍ਹ ਬਣਵਾਤਾ ਸਾਈਡ ਤੇ ਤਾਂ ਕਿ ਉਹ ਪਾਣੀ ਜਿਹੜਾ ਹੈਗਾ ਖੇਤ ਨੂੰ ਪਾਣੀ ਦੀ ਮਾਰ ਨਾ ਹੋਵੇ, ਐਦਾਂ ਦਾ ਕੋਈ ਸਾਧਨ ਕ੍ਰੀਏਟ ਕਰਤਾ। ਸੀ ਕਲੌਜ਼ ਕੀ ਹੈਗਾ ਪਲਾਂਟਿੰਗ ਆਫ ਟਰੀਜ਼, ਦਰਖਤ ਲਗਵਾਤੇ। ਰਿਕਲੇਮਿੰਗ ਕਰਾਤੀ, ਰਿਕਲੇਮਿੰਗ ਮਤਲਬ ਝਾੜ ਫੂਸ ਖੜੇ ਸੀ, ਕਿੱਕਰਾਂ ਖੜੀਆਂ ਸੀਗੀਆਂ ਵੱਡੀਆਂ ਹੈ ਜੀ, ਪਹਾੜੀ ਕਿੱਕਰਾਂ ਖੜੀਆਂ ਸੀਗੀਆਂ ਜਾਂ ਹੋਰ ਪਹਾੜੀ ਦਰਖਤ ਖੜੇ ਸੀ, ਕੁਛ ਉਹਨਾਂ ਨੂੰ ਤੋੜ ਤਾੜ ਕੇ ਜਿਹੜੀ ਜ਼ਮੀਨ ਹੈ ਉਹ ਵਾਹੀਯੋਗ ਬਣਾ ਲਈ। ਤੁਸੀਂ ਸਾਰਿਆਂ ਨੇ ਪੁਰਾਣੇ ਤੁਸੀਂ ਜਿਹੜੇ 20-25 ਸਾਲ ਤੋਂ ਕੰਮ ਕਰਦੇ ਆ ਰੈਕਲੇਮੇਸ਼ਨ ਬਾਰੇ ਚੰਗੀ ਤਰ੍ਹਾਂ ਸੁਣਿਆ ਹੋਏਗਾ। ਰੈਕਲੇਮੇਸ਼ਨ ਕੀ ਹੁੰਦੀ ਸੀ? ਰੈਕਲੇਮੇਸ਼ਨ ਸਰਕਾਰ ਉਦੋਂ ਲੋਕਾਂ ਕੋਲੇ ਆਪ ਕੋਲੇ ਜਿਹੜੇ ਸਾਧਨ ਨਹੀਂ ਸੀਗੇ ਜ਼ਮੀਨਾਂ ਨੂੰ ਮਤਲਬ ਕਿ ਪੱਧਰ ਕਰਨ ਦੇ ਜਾਂ ਜੰਗਲ ਤੋੜਨ ਦੇ, ਸਰਕਾਰ ਨੇ ਰੈਕਲੇਮੇਸ਼ਨ ਕਰਕੇ ਕੀ ਕੀਤਾ ਸੀ, ਖਤੌਨੀਆਂ ਬਣਾਈਆਂ ਸੀਗੀਆਂ ਤੇ ਲੋਕਾਂ ਤੋਂ ਉਹਦੀ ਜਿਹੜੀ ਹੈਗੀ ਹੈ ਰੈਕਲੇਮੇਸ਼ਨ ਕਰਕੇ ਜੰਗਲ ਤੋੜ ਕੇ ਜ਼ਮੀਨਾਂ ਨੂੰ ਵਾਹੀਯੋਗ ਬਣਾ ਕੇ ਲੋਕਾਂ ਨੂੰ ਦਿੱਤਾ ਸੀਗਾ ਤੇ ਫਿਰ ਲੋਕਾਂ ਤੋਂ ਅਕਾਊਂਟਸ ਬਣਾ ਕੇ ਉਹਨਾਂ ਦੇ ਅਗੇਂਸਟ ਜਿਹੜੀ ਹੈਗੀ ਉਹ ਪੇਮੈਂਟ ਸਰਕਾਰ ਨੇ ਕਿਸ਼ਤਾਂ ਦੇ ਵਿੱਚ ਵਸੂਲ ਕੀਤੀ ਸੀਗੀ। ਕੁਝ ਸਮਾਂ ਪਹਿਲਾਂ ਸੀਗਾ ਇਹ ਜਿਹੜਾ ਰੈਕਲੇਮੇਸ਼ਨ ਡਿਪਾਰਟਮੈਂਟ ਬਣਾਇਆ ਗਿਆ ਸੀ ਗਵਰਨਮੈਂਟ ਵੱਲੋਂ, ਬਹੁਤ ਵੱਡੇ ਲੈਵਲ ਤੇ ਕੰਮ ਕੀਤੇ ਗਏ ਸੀਗੇ। ਦੈਨ ਹੈ ਇਨਕਲੋਜ਼ਿੰਗ, ਵਾੜਾਂ ਲਗਵਾਉਣੀਆਂ, ਖੇਤ ਦੇ ਆਲੇ ਪਾਸੇ ਵਾੜ ਲਗਾਉਣੀ, ਲੈਵਲਿੰਗ ਕਰਾਣੀ ਹੈ ਜੀ, ਟ੍ਰੇਸਿੰਗ ਕਰਾਣੀ, ਖੇਤ ਨੂੰ ਪੱਧਰ ਕਰਨਾ, ਕਰਾਹ ਲਗਵਾਣੇ ਐਗਰੀਕਲਚਰ ਪਰਪਸ ਦੇ ਲਈ ਐਂਡ ਅਦਰ ਵਰਕਸ ਆਫ ਲਾਈਕ ਨੇਚਰ। ਹੋਰ ਵੀ ਕਿਸੇ ਤਰ੍ਹਾਂ ਦੇ ਕੰਮ ਹੋ ਸਕਦੇ ਜਿਹੜੇ ਖੇਤੀਬਾੜੀ ਦੀ ਉਸਨੂੰ ਖੇਤੀ ਪੈਦਾਵਾਰ ਨੂੰ ਵਧਾਉਣ ਦੀ ਖਾਤਰ ਕੀਤੇ ਜਾਂਦੇ ਨੇ, ਉਹ ਵੀ ਇੰਪਰੂਵਮੈਂਟ ਦੀ ਪਰਿਭਾਸ਼ਾ ਵਿੱਚ ਆਉਂਦੇ ਆ। ਇਸ ਤਰੀਕੇ ਇਰੈਕਸ਼ਨ ਆਫ ਦਾ ਬਿਲਡਿੰਗ, ਖੇਤ ਦੇ ਵਿੱਚ ਕੋਈ ਬਿਲਡਿੰਗ ਤਿਆਰ ਕਰਨ ਲਈ ਜਿਹੜਾ ਖੇਤੀਬਾੜੀ ਦੇ ਲਈ ਫਾਇਦਾਮੰਦ ਹੋਵੇ, ਟਰੈਕਟਰ ਖੜਾਉਣ ਦੇ ਲਈ, ਡੰਗਰ ਬੰਨ੍ਹਣ ਦੇ ਲਈ, ਜਿਹਦੇ ਨਾਲ ਘੱਟੋ ਘੱਟ ਜਿਹੜੀ ਖੇਤ ਦੀ ਵੈਲਿਊ ਵਧਦੀ ਹੋਵੇ, ਉਸ ਟੈਨੈਂਸੀ ਦੀ ਵੈਲਿਊ ਵਧਦੀ ਹੋਵੇ, ਉਹ ਵੀ ਇੰਪਰੂਵਮੈਂਟ ਦੀ ਪਰਿਭਾਸ਼ਾ ਵਿੱਚ ਹੀ ਜਾਂਦਾ ਹੈ। ਇਸੇ ਤਰੀਕੇ ਈ ਕਲੌਜ਼ ਦੇ ਵਿੱਚ ਹੈਗਾ ਰਿਨਿਊਵਲ ਔਰ ਰੀਕਨਸਟਰਕਸ਼ਨ ਆਫ ਐਨੀ ਆਫ ਦਾ ਫਾਰਮਿੰਗ ਵਰਕਸ। ਕੋਈ ਪੁਰਾਣੇ ਕੰਮ ਪਹਿਲਾਂ ਹੋਏ ਹੋਏ ਨੇ, ਪਹਿਲਾਂ ਖੇਤ ਦੇ ਵਿੱਚ ਕੋਈ ਖੂਹ ਵੀ ਬਣਿਆ ਹੋਇਆ ਹੈ, ਖਾਲ ਵੀ ਬਣੇ ਹੋਏ ਨੇ, ਪਰ ਉਹਨਾਂ ਨੂੰ ਰਿਨਿਊ ਕਰਨਾ ਦੀ ਲੋੜ ਦੀ ਟੁੱਟ ਭੱਜ ਸੀ ਹੋ ਚੁੱਕੀ, ਟੁੱਟ ਚੁੱਕੇ ਸੀ, ਉਹਨੂੰ ਰਿਨਿਊ ਕਰਨਾ ਪਿਆ, ਖਾਲ ਦੁਬਾਰਾ ਬਣਵਾਉਣੇ ਪਏ, ਖੂਹ ਦੇ 'ਚ ਕੋਈ ਰਿਪੇਅਰ ਕਰਨੀ ਪਈ, ਆਲਟਰੇਸ਼ਨ ਕਰਨੀ ਪਈ ਜਾਂ ਕੋਈ ਐਡੀਸ਼ਨ ਕਰਨੀ ਪਈ। ਕੋਈ ਖੇਤ ਪਹਿਲਾਂ ਇੱਕ ਕੋਠਾ ਬਣਿਆ ਸੀ, ਹੋਰ ਕੋਠਾ ਬਣਾਉਣਾ ਪਿਆ ਨਾਲ, ਫਾਰ ਦਾ ਪਰਪਸ ਆਫ ਐਗਰੀਕਲਚਰ ਔਰ ਨਾਟ ਆਫ ਦਾ ਨੇਚਰ ਆਫ ਮੀਅਰ ਰਿਪੇਅਰਸ। ਓਨਲੀ ਇਕੱਲੀ ਰਿਪੇਅਰ ਨਹੀਂ, ਉਹਤੇ ਖਰਚਾ ਹੋਇਆ ਹੋਵੇ ਪ੍ਰੋਪਰ ਤਰੀਕੇ ਨਾਲ। ਜੇ ਉਹ ਮਾੜੀ ਮੋਟੀ ਟੀਪ ਟੱਲਾ ਕਰਵਾਤਾ ਉਸਨੂੰ ਅਸੀਂ ਇੰਪਰੂਵਮੈਂਟ ਨਹੀਂ ਕਹਿ ਸਕਦੇ, ਪਰ ਉਹਦੇ ਪਰ ਕੁਛ ਕਾਸਟ ਖਰਚ ਹੋਈ ਹੋਵੇ, ਤਾਂ ਹੀ ਉਹ ਇੰਪਰੂਵਮੈਂਟ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ, ਜਿਹਦੇ ਨਾਲ ਉਹ ਡਿਊਰੇਬਲੀ ਇਨਕਰੀਜ਼ ਦੇਅਰ ਵੈਲਿਊ, ਉਸ ਦੀ ਟੈਂਡੈਂਸੀ ਹੈ ਉਹਦੀ ਵੈਲਿਊ ਵਧਦੀ ਹੋਵੇ। ਠੀਕ ਹੈ, ਇਹ ਸਾਰੇ 5-6 ਪੁਆਇੰਟ ਜਿਹੜੇ ਹੈਗੇ ਨੇ ਇਹ ਇੰਪਰੂਵਮੈਂਟ ਦੇ ਵਿੱਚ ਆਉਂਦੇ ਨੇ, ਬਟ ਇਟ ਡਜ਼ ਨਾਟ ਇਨਕਲੂਡ। ਇਹਨੇ ਅੱਗੇ ਕਹਿੰਦਾ ਐਕਸੈਪਸ਼ਨ ਦਿੱਤੀ ਹੈ ਕਿ ਵੀ ਇਹਨੂੰ ਅਸੀਂ ਇੰਪਰੂਵਮੈਂਟ ਨਹੀਂ ਕਹਿੰਦੇ। ਕਿਸ ਨੂੰ? ਕਲੀਅਰੈਂਸਸ, ਕੋਈ ਸਾਫ ਸਫਾਈ ਕਰ ਦਿੱਤੀ, ਕੋਈ ਇੰਬੈਕਮੈਂਟਸ ਜੇ ਹੈਗੇ ਆ ਖੇਤੀਬਾੜੀ ਕਰਨ ਦੇ ਲਈ, ਅਸੀਂ ਜਦੋਂ ਅਸੀਂ ਬਣਾ ਦਿੰਦੇ ਹਾਂ ਵੱਟਾਂ ਬਣਾ ਦਿੰਦੇ ਹਾਂ, ਪਾਣੀ ਖੜਾਉਣ ਲਈ ਵੱਟਾਂ ਬਣਾ ਦਿੰਦੇ ਹਾਂ, ਲੈਵਲਿੰਗ ਕਰਾ ਦੀ ਮਾੜੀ ਮੋਟੀ। ਠੀਕ ਹੈ ਜੀ, ਟੈਂਪਰੇਰੀ ਵੈਲਸ ਜਾਂ ਵਾਟਰ ਚੈਨਲਸ ਟੈਂਪਰੇਰੀ ਤੌਰ ਤੇ ਬਣਾਏ ਗਏ ਹੈ। ਆਰਡਨਰੀ ਕੋਰਸ ਆਫ ਕਲਟੀਵੇਸ਼ਨ, ਆਰਡਨਰੀ ਕੋਰਸ ਆਫ ਕਲਟੀਵੇਸ਼ਨ ਮਤਲਬ ਕਿ ਜਿਵੇਂ ਆਪਾਂ ਰੂਟੀਨ 'ਚ ਖੇਤੀਬਾੜੀ ਕਰਦੇ ਹਾਂ, ਰੂਟੀਨ 'ਚ ਅਸੀਂ ਵੱਟਾਂ ਵੀ ਬਣਾਉਂਦੇ ਹਾਂ, ਸਭ ਕੁਛ ਕੰਮ ਕਰਦੇ ਹਾਂ, ਖਾਦਾਂ ਦੀ ਬਣੀ ਵੀ ਖੁਰਚਾਈ ਵੀ ਕਰਦੇ ਹਾਂ। ਠੀਕ ਹੈ ਜੀ,
ਖਾਲਾਂ ਦੀ ਸਫਾਈ ਵੀ ਕਰਦੇ ਹਾਂ, ਇਹ ਇੰਪਰੂਵਮੈਂਟਾਂ ਦੀ ਪਰਿਭਾਸ਼ਾ ਵਿੱਚ ਨਹੀਂ ਗਿਣੇ ਜਾਂਦੇ ਜਦੋਂ ਤੱਕ ਕਿ ਸਪੈਸ਼ਲ ਤੌਰ ਤੇ ਪੈਸਾ ਖਰਚ ਕਰਕੇ ਕੋਈ ਇੰਪਰੂਵਮੈਂਟ ਨਾ ਕੀਤੀ ਜਾਵੇ। ਨੈਕਸਟ ਹੈ ਐਕਸਪਲੇਨੇਸ਼ਨ ਨੰਬਰ 2, ਅ ਵਰਕ ਵਿੱਚ। ਮੈਂ ਇਹ ਤੇ ਟਾਈਮ ਥੋੜਾ ਤਾਂ ਜ਼ਿਆਦਾ ਲਗਾ ਰਿਹਾ ਕਿਉਂਕਿ ਇਹਦੇ ਤੇ ਬੇਸਡ ਹੀ ਸਾਰੇ ਅੱਗੇ ਸੈਕਸ਼ਨਸ ਚੱਲਦੇ ਹੈਗੇ ਆ, ਇੰਪਰੂਵਮੈਂਟ ਵਗੈਰਾ ਦੇ ਬੇਸ ਤੇ ਚੱਲਦੇ ਹੈਗੇ ਆ। ਐਕਸਪਲੇਨੇਸ਼ਨ ਨੰਬਰ 2, ਅ ਵਰਕ which benefits several tenancies may be deemed to be with respect to each of the an improvement। ਜੇ ਟੈਨੈਂਸੀ ਕਿਸੇ ਟੈਨੈਂਟ ਕੋਲੇ ਇੱਕ ਟੈਨੈਂਸੀ ਹੈ, ਦੋ ਟੈਨੈਂਸੀਆਂ, ਤਿੰਨ ਟੈਨੈਂਸੀਆਂ ਨੇ, ਚਾਰ ਟੈਨੈਂਸੀਆਂ ਨੇ, ਉਹਨੇ ਕੋਈ ਕੰਮ ਐਸਾ ਕਰਤਾ, ਕਾਮਨ ਕੰਮ ਕਰ ਦਿੱਤਾ, ਕੋਈ ਕਾਮਨ ਟੂਲ ਬਾਤਾ, ਉਹ ਸਾਰੀਆਂ ਟੈਨੈਂਸੀਜ਼ ਨੂੰ ਬੈਨੀਫਿਟ ਦੇ ਰਿਹਾ, ਤਾਂ ਸਾਰੀਆਂ ਟੈਨੈਂਸੀਆਂ ਦੀ ਹੀ ਅਸੀਂ ਕਹਾਂਗੇ ਵੀ ਇੰਪਰੂਵਮੈਂਟ ਹੋਈ ਹੈ। ਇਸੇ ਦੀ ਕੀ ਹੈਗਾ ਐਕਸਪਲੇਨੇਸ਼ਨ ਨੰਬਰ 3 ਕੀ ਕਹਿੰਦੀ ਆ, ਵਰਕ ਐਗਜ਼ੀਕਿਊਟਡ ਬਾਈ ਟੈਨੈਂਟ ਇਜ਼ ਨਾਟ ਐਨ ਇੰਪਰੂਵਮੈਂਟ if it substantially diminishes the value of any other part of the landlord's property। ਜੇ ਕੋਈ ਟੈਨੈਂਟ ਨੇ ਕੰਮ ਤਾਂ ਕਰਵਾਤਾ ਕੋਈ ਐਸਾ, ਪਰ ਉਹਨੇ ਕੀ ਹੈ ਲੈਂਡਲॉर्ड ਦੀ ਜਿਹੜੀ ਜ਼ਮੀਨ ਹੈ ਉਹ ਖਰਾਬ ਕਰਤੀ, ਉਹ ਡਿਮਿਨਿਸ਼ ਕਰਤੀ, ਉਹਦੀ ਵੈਲਿਊ ਘਟਾ ਦਿੱਤੀ, ਤਾਂ ਅਸੀਂ ਇਹ ਨਹੀਂ ਕਹਾਂਗੇ ਵੀ ਹਾਂ ਇਹ ਇੰਪਰੂਵਮੈਂਟ ਹੋਈ ਹੈ। ਉਹਦੇ ਨਾਲ ਉਲਟਾ ਨੁਕਸਾਨ ਕਰਤਾ ਮਾਲਕ ਲੈਂਡਲॉर्ड ਦਾ, ਕਿਸੇ ਹੋਰ ਪ੍ਰੋਪਰਟੀ ਦਾ ਲਾਸ ਕਰ ਦਿੱਤਾ, ਇੱਕ ਪਾਸੋਂ ਜ਼ਮੀਨ ਪੱਟੀ ਹੈ ਜੀ, ਉਧਰ ਦਾ ਟੋਏ ਪਾਤੇ, ਮਾਲਕ ਦੀ ਜ਼ਮੀਨ ਪੱਟ ਕੇ ਤੇ ਦੂਜੇ ਪਾਸੇ ਜ਼ਮੀਨ ਨੂੰ ਬਦਲ ਕਰ ਦਿੱਤਾ, ਤਾਂ ਇਹ ਮਾਲਕ ਕਹੇਗਾ ਮੈਂ ਟੈਨੈਂਟ ਕਹੇਗਾ ਮੈਂ ਤਾਂ ਜੀ ਜ਼ਮੀਨ ਤੇ ਜ਼ਮੀਨ ਉੱਚੀ ਕਰਤੀ, ਮੈਂ ਪੱਧਰ ਕਰਤੀ, ਮੈਂ ਜ਼ਮੀਨ ਤੇ ਮਿੱਟੀ ਪਾ ਕੇ ਇਸ ਨੂੰ ਇੰਪਰੂਵਮੈਂਟ ਕਰ ਦਿੱਤੀ, ਪਰ ਦੂਜੇ ਪਾਸੇ ਇਹ ਵੀ ਦੇਖਿਆ ਉਹਨਾਂ ਉਧਰ ਦੂਜੀ ਜ਼ਮੀਨ 'ਚ ਖੱਡੇ ਪਾ ਦਿੱਤੇ ਹੈਗੇ। ਇਸ ਕਰਕੇ ਇਹ ਕਿਹਾ ਗਿਆ ਵੀ ਉਹ ਵੈਲਿਊ, ਦੂਜੀ ਪ੍ਰੋਪਰਟੀ ਦੀ ਵੈਲਿਊ ਡਿਮਿਨਿਸ਼ ਨਹੀਂ ਹੋਣੀ ਚਾਹੀਦੀ। ਚਲੋ ਹਾਂ, ਇਹਦੇ ਨਾਲ ਜਿਹੜਾ ਚੈਪਟਰ ਤੁਹਾਡਾ ਇਹ ਸੈਕਸ਼ਨ ਚੈਪਟਰ 1 ਸੀ ਉਹ ਖਤਮ ਹੋ ਜਾਂਦਾ ਸੀਗਾ। ਨੈਕਸਟ ਅਸੀਂ ਪੜਾਂਗੇ ਚੈਪਟਰ ਨੰਬਰ 2, ਇਟ ਇਜ਼ ਵੈਰੀ ਇੰਪੋਰਟੈਂਟ ਚੈਪਟਰ ਹੈ, ਰਾਈਟ ਆਫ ਆਕੂਪੈਂਸੀ। ਇਹ ਤੁਸੀਂ ਬਾਰ-ਬਾਰ ਪੜੋਗੇ ਤਾਂ ਤੁਹਾਨੂੰ ਸਮਝ ਆਏਗਾ, 2 ਵਾਰੀ 3 ਵਾਰੀ ਇਸ ਤੋਂ ਬਾਅਦ ਵੀ। ਆਪਾਂ ਕਹਿੰਦੇ ਰਾਈਟ ਆਫ ਆਕੂਪੈਂਸੀ, ਤੁਸੀਂ ਸੁਣਿਆ ਹੋਵੇਗਾ ਬਹੁਤ ਵਾਰੀ, ਆਕੂਪੈਂਸੀ ਕੀ ਹੁੰਦੀ ਹੈ, ਰਾਈਟ ਆਫ ਆਕੂਪੈਂਸੀ ਕੀ ਹੁੰਦੇ ਆ। ਸਰਕਾਰ ਨੇ 1953 ਦੇ ਵਿੱਚ ਪੰਜਾਬ ਆਕੂਪੈਂਸੀ ਟੈਨੈਂਟਸ ਵੈਸਟਿੰਗ ਪ੍ਰੋਪਰਾਈਟਰੀ ਰਾਈਟਸ ਐਕਟ 1952 ਬਣਾਇਆ ਸੀਗਾ, ਜਿਹਦੇ ਤਹਿਤ ਕੀ ਕੀਤਾ ਸੀਗਾ ਸਰਕਾਰ ਨੇ, ਜਿਹੜੇ ਇਹ ਆਕੂਪੈਂਸੀ ਟੈਨੈਂਟ ਸੀਗੇ ਇਹਨਾਂ ਨੂੰ ਓਨਰਸ਼ਿਪ ਦੇ ਰਾਈਟਸ ਦਿੱਤੇ ਸੀਗੇ। ਇਸ ਤਰੀਕੇ ਪੰਜਾਬ ਆਕੂਪੈਂਸੀ ਟੈਨੈਂਸੀ ਆਕੂਪੈਂਸੀ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਪੈਪਸੂ ਦਾ ਵੀ ਬਣਿਆ ਸੀ, 50 ਦਾ ਵੀ ਬਣਿਆ ਸੀਗਾ, 52 ਦੇ ਵਿੱਚ ਬਣਿਆ ਸੀ ਕਿ 53 ਦੇ ਵਿੱਚ ਬਣਿਆ ਸੀ ਸ਼ਾਇਦ। ਉਹਦੇ ਚ ਜਿੰਨੇ ਵੀ ਆਕੂਪੈਂਸੀ ਟੈਨੈਂਟ ਸੀਗੇ ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸੀਗੇ। ਹੁਣ ਰਾਈਟ ਆਫ ਆਕੂਪੈਂਸੀ ਹੁੰਦਾ ਕੀ ਹੈ, ਜੇ ਪਹਿਲਾਂ ਆਕੂਪੈਂਸੀ ਟੈਨੈਂਟ ਕੋਈ ਕਹਿਲਾਵੇਗਾ ਜਾਂ ਬਣੇਗਾ ਫਿਰ ਹੀ ਉਹ ਓਨਰਸ਼ਿਪ ਦੇ ਰਾਈਟ ਲੈ ਪਾਏਗਾ। ਠੀਕ ਹੈ ਜੀ। ਰਾਈਟ ਆਫ ਆਕੂਪੈਂਸੀ ਸੈਕਸ਼ਨ ਜਿਹੜਾ 5 ਹੈਗਾ ਬਹੁਤ ਇੰਪੋਰਟੈਂਟ ਹੈ। ਟੈਨੈਂਟਸ ਹੈਵਿੰਗ ਰਾਈਟ ਆਫ ਆਕੂਪੈਂਸੀ, ਕਿਹੜੇ ਟੈਨੈਂਟ ਹੁੰਦੇ ਨੇ ਜਿਹਨਾਂ ਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿ ਦਿੰਦੇ ਆ, ਉਹ ਕਿਹੜੇ ਟੈਨੈਂਟ? ਅਦਰਵਾਈਜ਼ ਤਾਂ ਲੈਂਡਲॉर्ड ਦੇ ਟੈਨੈਂਟ ਹੈਗੇ, ਕਿਰਾਇਆ ਦਾ ਕਰਦੇ ਆ, ਉਹ ਲੈਂਡਲॉर्ड ਹੈ, ਉਹ ਟੈਨੈਂਟ ਹੈ। ਬਟ ਆਕੂਪੈਂਸੀ ਟੈਨੈਂਟ ਕਦੋਂ ਬਣਦਾ ਹੈ? ਆਕੂਪੈਂਸੀ ਟੈਨੈਂਟ ਉਦੋਂ ਬਣਦਾ ਹੈ ਜਿਹੜਾ ਟੈਨੈਂਟ ਹੈਗਾ who at the commencement of this act for more than 2 generations, 2 ਜਨਰੇਸ਼ਨ ਤੋਂ ਲਗਾਤਾਰ ਜ਼ਮੀਨ ਬਾਹਰ ਰਿਹਾ ਹੋਵੇ, ਇਨ ਦਾ ਮੇਲ ਲਾਈਨ ਥਰੂ, ਯਾਨੀ ਕਿ ਬਾਬੇ ਥਰੂ, ਦਾਦੇ ਥਰੂ, ਫਿਰ ਉਹਦੇ ਫਾਦਰ, ਫਿਰ ਉਹ ਆਪ ਆ ਗਿਆ, ਤੀਜੀ ਪੀढ़ी ਚ ਆ ਗਿਆ। ਠੀਕ ਹੈ, ਥਰੂ ਦਾ ਗ੍ਰੈਂਡਫਾਦਰ ਔਰ ਗ੍ਰੈਂਡ ਅੰਕਲ, ਮਤਲਬ ਉਹਦਾ ਬਾਪ ਦਾਦਾ ਵੀ ਹੋ ਸਕਦਾ ਹੈ, ਚਾਚਾ ਦਾਦਾ ਵੀ ਹੋ ਸਕਦਾ ਹੈ, ਤਾਇਆ ਦਾਦਾ ਵੀ ਹੋ ਸਕਦਾ ਹੈ। ਉਸ ਪੀੜ੍ਹੀ ਤੋਂ ਚਲਦੀ ਆ ਰਹੀ ਹੋਵੇ ਉਹਨਾਂ ਕੋਲੇ ਉਹ ਟੈਨੈਂਸੀ ਲੈਂਡ ਦੀ ਘੱਟੋ ਘੱਟ 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ, 20 ਸਾਲ ਤੋਂ ਘੱਟ ਨਾ ਹੋਵੇ, ਘੱਟੋ ਘੱਟ ਫਾਰ ਏ ਪੀਰੀਅਡ ਨਾਟ ਲੈਸ ਦੈਨ 20 years। ਕੋਈ ਲੈਂਡ ਕਿਸੇ ਟੈਨੈਂਟ ਕੋਲੇ ਕਿਸੇ ਮਾਲਕ ਦੀ ਜਿਹੜੀ ਜ਼ਮੀਨ ਹੈ ਉਹ ਘੱਟੋ ਘੱਟ 2 ਜਨਰੇਸ਼ਨ ਤੋਂ ਕਬਜ਼ੇ ਵਿੱਚ ਹੋਵੇ ਤੇ 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ ਤੇ ਉਹ ਉਹਦਾ ਕੋਈ ਕਿਰਾਇਆ ਅਦਾ ਨਾ ਕਰਦਾ ਹੋਵੇ। ਉਹ ਟੈਨੈਂਟ ਉਸ ਮਾਲਕ ਦੇ ਨੂੰ ਕੋਈ ਕਿਰਾਇਆ ਅਦਾ ਨਾ ਕਰਦਾ ਹੋਵੇ, ਸਿਰਫ ਪੇਇੰਗ ਨੋ ਰੈਂਟ ਦੇਅਰਫॉर ਬਿਯੋਂਡ ਦਾ ਅਮਾਉਂਟ ਆਫ ਦਾ ਲੈਂਡ ਰੈਵਨਿਊ, ਸਿਰਫ ਲੈਂਡ ਰੈਵਨਿਊ ਹੀ ਅਦਾ ਕਰਦਾ ਹੋਵੇ। ਲੈਂਡ ਰੈਵਨਿਊ ਜਿੰਨਾ ਕਿ ਮਾਲਕ ਨੇ ਅਦਾ ਕਰਨਾ ਹੁੰਦਾ ਹੈ, ਮਾਲਕ ਨੇ ਜਾਂ ਲੈਂਡ ਰੈਵਨਿਊ ਜਾਂ ਕੋਈ ਰੇਟ ਜਾਂ ਕੋਈ ਸੈਸਸ ਜਿਹੜਾ ਗਵਰਨਮੈਂਟ ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਹੈ, ਸਿਰਫ ਉਸ ਤੋਂ ਇਲਾਵਾ ਹੋਰ ਕੋਈ ਰੈਂਟ ਵਜੋਂ ਕੋਈ ਅਮਾਉਂਟ ਪੇ ਨਾ ਕਰਦਾ ਹੋਵੇ ਜਿਹੜਾ ਟੈਨੈਂਟ ਹੈ,
2 ਜਨਰੇਸ਼ਨ ਤੋਂ ਲਗਾਤਾਰ ਕਾਸ਼ਤ ਕਰ ਰਿਹਾ ਹੋਵੇ, 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ ਘੱਟੋ ਘੱਟ, ਤੇ ਕੋਈ ਲੈਂਡ ਰੈਂਟ ਤੋਂ ਬਿਨਾ ਕੋਈ ਹੋਰ ਰੈਂਟ ਪੇ ਨਾ ਕਰਦਾ ਹੋਵੇ, ਉਸ ਵਿਅਕਤੀ ਨੂੰ, ਉਸ ਟੈਨੈਂਟ ਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ ਆ। ਇਹ ਕੁਐਸਚਨ ਪੱਕਾ ਆਏਗਾ ਜੀ, 100% ਹੀ ਆਉਂਦਾ ਹੈ, ਉਸ ਨੂੰ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ ਆ। ਜਾਂ ਫਿਰ ਇਸ ਤੋਂ ਇਲਾਵਾ ਕੋਈ ਜ਼ਮੀਨ ਦਾ ਮਾਲਕ ਹੋਵੇ, ਸਬ ਕਲਾਸ ਬੀ, ਸੈਕਸ਼ਨ 5 ਕਲਾਸ ਬੀ, ਕੋਈ ਜ਼ਮੀਨ ਦਾ ਮਾਲਕ ਹੋਵੇ, ਉਹਦਾ ਕਿਸੇ ਕਾਰਨ ਓਨਰਸ਼ਿਪ ਦਾ ਜਿਹੜਾ ਰਾਈਟਸ ਹੈ ਉਹ ਟੁੱਟ ਚੁੱਕਿਆ ਹੋਵੇ, ਜਿਨਕੇ ਪਾਰਟੀਆਂ ਦਾ ਆਪਸੀ ਕੋਈ ਡਿਸਪਿਊਟ ਦੇ ਕਾਰਨ ਜਿਹੜੇ ਉਹਦੇ ਓਨਰਸ਼ਿਪ ਰਾਈਟ ਨੇ, ਜਿਵੇਂ ਉਹਦੀ ਰਜਿਸਟਰੀ ਟੁੱਟ ਗਈ ਹੋਵੇ, ਉਹਦਾ ਇੰਤਕਾਲ ਟੁੱਟ ਗਿਆ ਹੋਵੇ, ਠੀਕ ਹੈ, ਪਰ ਗਵਰਨਮੈਂਟ ਦਾ ਰੋਲ ਨਾ ਕੋਈ ਹੋਵੇ ਉਹਦੇ ਵਿੱਚ, ਜਾਂ ਵਲੰਟਰੀ ਉਹਨੇ ਛੱਡਿਆ ਨਾ ਹੋਵੇ, ਅਦਰਵਾਈਜ਼ ਉਹਦੀ ਓਨਰਸ਼ਿਪ ਟੁੱਟ ਚੁੱਕੀ ਹੋਵੇ, ਪਰ ਉਹ ਲਗਾਤਾਰ ਕੰਟੀਨਿਊਸ ਪੋਜੀਸ਼ਨ ਦੇ ਵਿੱਚ ਹੋਵੇ। Who having owned land and having ceased to be the landowner thereof otherwise than by the forfeiture of the government ਦੇ ਨਹੀਂ, ਜਾਂ ਉਹਨਾਂ ਦੀ ਮਰਜ਼ੀ ਨਾਲ ਨਹੀਂ, ਜਾਂ ਗਵਰਨਮੈਂਟ ਦੀ ਉਸ ਨਾਲ ਨਹੀਂ, ਮਰਜ਼ੀ ਨਾਲ ਨਹੀਂ, ਵਲੰਟਰੀ ਨਹੀਂ, ਅਦਰਵਾਈਜ਼ ਉਹ ਕਬਜ਼ੇ ਵਿੱਚ ਰਹਿ ਰਿਹਾ ਹੋਵੇ, ਲਗਾਤਾਰ ਕੰਟੀਨਿਊਸ ਪੋਜੀਸ਼ਨ 'ਚ ਹੋਵੇ, ਪਰ ਉਹਦੀ ਕਿਸੇ ਕਾਰਨ ਉਹਦੀ ਰਜਿਸਟਰੀ ਟੁੱਟ ਚੁੱਕੀ ਹੋਵੇ, ਮਾਲਕੀ ਟੁੱਟ ਚੁੱਕੀ ਹੋਵੇ, ਉਸ ਨੂੰ ਵੀ ਅਸੀਂ ਆਕੂਪੈਂਸੀ ਟੈਨੈਂਟ ਕਹਾਂਗੇ। ਸਬ ਕਲਾਸ ਬੀ ਕਹਿੰਦੀ ਹੈ। ਨੈਕਸਟ ਹੈ ਸਬ ਕਲਾਸ ਸੀ। ਕਿਸੇ ਨੇ ਪਿੰਡ ਬੰਨਿਆ ਹੋਵੇ, ਕਿਸੇ ਲੈਂਡਲॉर्ड ਨੇ ਪਿੰਡ ਬੰਨਿਆ ਹੋਵੇ, ਫਾਊਂਡਰ ਆਫ ਦਾ ਵਿਲੇਜ ਕੋਈ ਵਿਅਕਤੀ ਹੋਵੇ, ਤੇ ਉਹ ਜਦੋਂ ਪਿੰਡ ਬੰਨਿਆ ਹੁੰਦਾ ਤਾਂ ਫਿਰ ਜਿਹੜੇ ਕੁਝ ਮਜ਼ਾਰੇ ਹੁੰਦੇ ਆ ਉਹਨਾਂ ਨੂੰ ਜ਼ਮੀਨ ਬਾਂਹ ਲਈ ਦਿੱਤੀ ਜਾਂਦੀ ਹੈ, ਤੇ ਉਹ ਜਿਹੜੇ ਮਜ਼ਾਰੇ ਹੈਗੇ ਆ, ਮਜ਼ਾਰਿਆਂ ਨੇ ਜ਼ਮੀਨ ਤੋੜ ਕੇ ਜ਼ਮੀਨ ਨੂੰ ਉਪਜਾਊ ਬਣਾਇਆ ਹੋਵੇ, ਪਰ 21/10/1868 ਤੋਂ ਬਾਅਦ 21/10/68 ਤੋਂ ਉਹ ਬੰਦੇ ਕਾਬਜ਼ ਚਲੇ ਆ ਰਹੇ ਹੋਣ, ਲਗਾਤਾਰ 21/10/68 ਤੋਂ ਕਾਬਜ਼ ਚਲੇ ਆ ਰਹੇ ਹੋਣ, ਟੈਨੈਂਟ ਪਿੰਡ ਦੇ ਮਾਲਕ ਨੇ ਪਿੰਡ ਬੰਨਣ ਦੀ ਖਾਤਰ ਉਹਨਾਂ ਵਿਅਕਤੀਆਂ ਨੂੰ ਕਾਸ਼ਤ ਲਈ ਜ਼ਮੀਨ ਦਿੱਤੀ ਹੋਵੇ, ਠੀਕ ਹੈ, ਤੇ ਲਗਾਤਾਰ ਉਹਨਾਂ ਦਾ ਕਬਜ਼ਾ ਚੱਲਿਆ ਆ ਰਿਹਾ ਹੈ ਸਿੰਸ ਡੇਟ ਜਦੋਂ ਤੱਕ ਇਹ ਐਕਟ ਬਣਿਆ ਹੈਗਾ, ਉਸ ਵੇਲੇ ਤੱਕ ਉਹ ਵਿਅਕਤੀ ਵੀ ਜਿਹੜੇ ਹੈਗੇ ਨੇ ਆਕੂਪੈਂਸੀ ਟੈਨੈਂਟ ਦੀ ਪਰਿਭਾਸ਼ਾ ਵਿੱਚ ਗਿਣੇ ਜਾਂਦੇ ਹੈ। ਠੀਕ ਹੈ ਜੀ। ਚੌਥਾ ਹੈਗਾ ਜ਼ਗੀਰਦਾਰ। ਕੋਈ ਜ਼ਗੀਰਦਾਰ ਜਿਹਨੂੰ ਸਰਕਾਰ ਨੇ ਜ਼ਮੀਨ ਦਿੱਤੀ ਹੋਵੇ ਵਾਹਨ ਦੀ ਖਾਤਰ, 20 ਸਾਲ ਤੋਂ ਲਗਾਤਾਰ ਉਹ ਕਬਜ਼ੇ ਵਿੱਚ ਹੋਵੇ, ਤੇ ਜ਼ਮੀਨ ਨੂੰ ਉਹ ਵਾਹ ਰਿਹਾ ਹੋਵੇ, ਜਿਸ ਪਿੰਡ ਦਾ ਉਹ ਜ਼ਗੀਰਦਾਰ ਹੋਵੇ ਉਸ ਪਿੰਡ ਦੀ ਜ਼ਮੀਨ ਹੋਵੇ, ਲਗਾਤਾਰ 20 ਈਅਰ ਤੋਂ ਘੱਟੋ ਘੱਟ 20 ਈਅਰ ਦਾ ਸਮਾਂ ਹੈਗਾ, ਉਹ ਲਗਾਤਾਰ ਵਾਹ ਰਿਹਾ ਹੋਵੇ ਜ਼ਮੀਨ ਨੂੰ, ਤੇ ਉਹ ਵੀ ਜਿਹੜਾ ਹੈਗਾ ਆਕੂਪੈਂਸੀ ਟੈਨੈਂਟ ਕਹਿਲਾਏਗਾ ਇਸ ਐਕਟ ਦੇ ਤਹਿਤ। ਹੈਜ਼ ਏ ਰਾਈਟ ਆਫ ਆਕੂਪੈਂਸੀ ਇਨ ਦਾ ਲੈਂਡ so occupied unless in the case of a tenant belonging to the class C। ਇੱਥੇ ਹੀ ਕਿਹਾ ਗਿਆ ਹੈਗਾ ਇਹਦੇ ਵਿੱਚ ਵੀ ਜਿਹੜੀ ਆਪਾਂ ਉੱਪਰਲੀ C ਕਲਾਸ ਪੜ੍ਹੀ ਹੈ, C ਕਲਾਸ ਜਿਹੜਾ ਪਿੰਡ ਦਾ ਫਾਊਂਡਰ ਹੈ, ਪਿੰਡ ਦੇ ਫਾਊਂਡਰ ਨੇ ਜਦੋਂ ਪਿੰਡ ਬੰਨਿਆ, ਜੇਕਰ ਉਹਨੇ ਜ਼ਮੀਨ ਨੂੰ ਤੋੜ ਕੇ ਸਾਰਾ ਉਹ ਕਰਕੇ ਪੱਧਰ ਕਰਕੇ ਜੰਗਲ ਤੋੜ ਕੇ ਤੇ ਜ਼ਮੀਨ ਨੂੰ ਕਿਰਾਏਦਾਰਾਂ ਨੂੰ ਦਿੱਤਾ, ਫਿਰ ਉਹ ਆਕੂਪੈਂਸੀ ਟੈਨੈਂਟ ਨਹੀਂ ਕਹਿਲਾਣਗੇ। ਅਦਰਵਾਈਜ਼ ਜੇ ਉਹਨਾਂ ਨੇ ਜ਼ਮੀਨ ਨੂੰ ਤੋੜ ਕੇ ਪੱਧਰ ਕਰਕੇ ਆਪ ਜ਼ਮੀਨ ਨੂੰ ਮਤਲਬ ਵਾਹੀਯੋਗ ਬਣਾਇਆ ਹੈਗਾ, ਤਾਂ ਉਹ ਟੈਨੈਂਸੀ ਦੀ ਜਿਹੜੀ ਆਕੂਪੈਂਸੀ ਟੈਨੈਂਟ ਦੀ ਜਿਹੜਾ ਬੈਨੀਫਿਟ ਲੈ ਸਕਦੇ ਨੇ। ਜੇਕਰ ਜ਼ਮੀਨ ਨੂੰ ਵਾਹੀਯੋਗ ਲੈਂਡਲॉर्ड ਨੇ ਬਣਾਇਆ ਫਿਰ ਉਹ ਇਸ ਦਾ ਬੈਨੀਫਿਟ ਨਹੀਂ ਲੈ ਸਕਦੇ। ਨੈਕਸਟ ਹੈ ਸਬਸੈਕਸ਼ਨ 2, if a tenant proves that he has continuously occupied land for 30 years। ਦੇਖੋ ਉੱਪਰ 20 ਈਅਰ ਦੀ ਗੱਲ ਕੀਤੀ ਸੀ, ਕਲੌਜ਼ A ਦੇ ਵਿੱਚ ਵੀ 20 ਈਅਰ ਦੀ ਗੱਲ ਕੀਤੀ ਸੀ, ਕਲੌਜ਼ C 'ਚ ਵੀ, ਕਲੌਜ਼ D ਦੇ ਵਿੱਚ ਵੀ। ਇੱਥੇ ਸਬਸੈਕਸ਼ਨ 2 ਆ ਗਿਆ, ਤਾਂ ਸਬਸੈਕਸ਼ਨ 2 ਚ 30 ਈਅਰ ਦੀ ਗੱਲ ਕਰਦੇ ਆ, ਇੱਥੇ ਜਨਰੇਸ਼ਨ ਦੀ ਗੱਲ ਨਹੀਂ ਹੈਗੀ, ਠੀਕ ਹੈ। ਵਿਦਆਊਟ ਜਨਰੇਸ਼ਨ, ਇੱਕ ਜਨਰੇਸ਼ਨ ਵੀ ਹੋਵੇ, 2 ਜਨਰੇਸ਼ਨ ਵੀ ਹੋਵੇ, ਚਾਹੇ ਸਿੰਗਲ ਜਨਰੇਸ਼ਨ ਤੋਂ ਵੀ ਲਗਾਤਾਰ if a tenant proves that he has continuously occupied land for 30 years and paid no rent therefore, ਕੋਈ ਰੈਂਟ ਨਹੀਂ ਅਦਾ ਕਰਦਾ, 30 ਸਾਲ ਤੋਂ ਲਗਾਤਾਰ ਕਬਜ਼ਾ ਹੈਗਾ, ਤਾਂ ਉਸ ਨੂੰ ਵੀ ਆਕੂਪੈਂਸੀ ਟੈਨੈਂਟ ਦੀ ਪਰਿਭਾਸ਼ਾ ਵਿੱਚ ਹੀ ਗਿਣਿਆ ਜਾਂਦਾ ਹੈ। ਮਤਲਬ ਕਿ ਸਬਸੈਕਸ਼ਨ 1 ਦੇ ਤਹਿਤ ਸਬ ਕਲਾਸ A ਦੇ ਵਿੱਚ ਉਹਨੂੰ ਗਿਣਿਆ ਜਾਂਦਾ ਹੈਗਾ। ਬੇਸ਼ੱਕ ਉਹਦੇ ਕੋਲ ਇੱਥੇ ਆਪਾਂ 2 ਜਨਰੇਸ਼ਨ ਦੀ ਜਿਹੜੀ ਕੰਡੀਸ਼ਨ ਹੈ ਉਹ ਬੇਸ਼ੱਕ ਫੁਲਫਿਲ ਨਾ ਕਰਦਾ ਹੋਵੇ, ਪਰ 30 ਈਅਰ ਤੋਂ ਕਬਜ਼ਾ ਉਹਦਾ ਹੋਵੇ, ਉਹਨੂੰ ਵੀ ਅਸੀਂ ਆਕੂਪੈਂਸੀ ਟੈਨੈਂਟ ਕਹਿੰਦੇ ਆ, ਸਬਸੈਕਸ਼ਨ 1 ਤੇ ਕਲੌਜ਼ A ਦੀ ਤਰ੍ਹਾਂ। ਨੈਕਸਟ ਹੈ ਸਬਸੈਕਸ਼ਨ 3, the words in that clause denoting natural relationship denotes। ਇਹਦੇ ਵਿੱਚ ਇਹ ਕਿਹਾ ਗਿਆ ਵੀ ਜੇ ਕੋਈ ਲੜਕਾ, ਜਦੋਂ ਅਸੀਂ ਜਨਰੇਸ਼ਨ ਦੀ ਗੱਲ ਕਰਦੇ ਹਾਂ, ਤਾਂ ਜੇ ਵਿਚਕਾਰ ਕੋਈ ਜਨਰੇਸ਼ਨ ਦੀ ਗੱਲ ਕੀਤੀ ਗਈ ਹੈ, ਜਨਰੇਸ਼ਨ 'ਚ ਇੱਕ ਕੰਡੀਸ਼ਨ ਲਗਾਈ ਗਈ ਹੈ ਵੀ ਮੇਲ
ਮੇਲ ਲਾਈਨ ਤੋਂ ਹੀ ਇਹ ਜਿਹੜੀ ਪੀੜ੍ਹੀ ਹੈ ਜੁੜਦੀ ਹੋਵੇ, ਜੇ ਵਿਚਕਾਰ ਕੋਈ ਫੀਮੇਲ ਦੇ ਰਾਹੀਂ ਮਾਲਕ ਬਣਦਾ ਹੈ ਜਾਂ ਕਾਸ਼ਤ ਕਰ ਰਿਹਾ ਹੈਗਾ ਤਾਂ ਉਹ ਨਹੀਂ ਗਿਣਿਆ ਜਾਂਦਾ। ਜੇ ਇੱਥੇ ਕੋਈ ਅਡਾਪਸ਼ਨ ਕੀਤੀ ਗਈ ਹੈ ਕਿਸੇ ਨੇ ਮੇਲ ਲਾਈਨ ਦੇ ਵਿੱਚ ਤਾਂ ਅਡਾਪਸ਼ਨ ਨੂੰ ਵੀ ਮਤਲਬ ਕਿ ਰਿਲੇਸ਼ਨਸ਼ਿਪ 'ਚ ਮਿਲਿਆ ਜਾਂਦਾ ਹੈ, ਐਜ ਏ ਸਨ ਮਿਲਿਆ ਗਿਣਿਆ ਜਾਂਦਾ ਹੈ। ਨੈਕਸਟ ਅੱਗੇ ਜੀ ਸੈਕਸ਼ਨ 6। ਸੈਕਸ਼ਨ 6 'ਚ ਕੀ ਹੈਗਾ, ਰਾਈਟ ਆਫ ਆਕੂਪੈਂਸੀ of other tenants recorded as having the right before passing Punjab Tenancy Act 1868। ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇਸ ਟੈਨੈਂਸੀ ਐਕਟ 1887 ਤੋਂ ਪਹਿਲਾਂ ਜਿਹੜਾ ਐਕਟ ਸੀਗਾ ਉਹ ਵਜੂਦ 'ਚ ਸੀਗਾ, ਪੰਜਾਬ ਟੈਨੈਂਸੀ ਐਕਟ 1868। ਇਸ ਐਕਟ ਦੇ ਤਹਿਤ ਜਿਹੜੇ ਵੀ ਰਿਕਾਰਡ ਆਫ ਰਾਈਟ ਦੇ ਜਿਹੜਾ ਰਿਕਾਰਡ ਆਫ ਰਾਈਟ ਪਹਿਲਾਂ ਬਣਿਆ ਹੋਇਆ ਸੀਗਾ, ਇਸ ਐਕਟ ਦੇ ਤਹਿਤ ਜਿਹੜੇ ਮਾਲਕ ਜਮਾਉਂਦੀਆਂ ਦੇ ਵਿੱਚ ਆਕੂਪੈਂਸੀ ਟੈਨੈਂਟ ਲਿਖੇ ਗਏ ਸੀ, ਦਰਜ ਕੀਤੇ ਗਏ ਸੀਗੇ। ਟੈਨੈਂਟ ਰਿਕਾਰਡਡ ਇਨ ਰਿਕਾਰਡ ਆਫ ਰਾਈਟਸ ਸੈਂਕਸ਼ਨਡ ਬਾਈ ਦਾ ਸਟੇਟ ਗਵਰਨਮੈਂਟ ਬਿਫੋਰ ਦਾ 21st day ਅਕਤੂਬਰ 1868। ਡੇਟ ਫਿਕਸ ਕੀਤੀ ਹੈ 21/10/1868 ਦੀ ਡੇਟ ਫਿਕਸ ਕੀਤੀ ਗਈ ਹੈ। ਇਸ ਡੇਟ ਤੋਂ ਪਹਿਲਾਂ ਐਜ਼ ਏ ਟੈਨੈਂਟ ਹੈਵਿੰਗ ਰਾਈਟ ਆਫ ਆਕੂਪੈਂਸੀ, ਜਿਨ੍ਹਾਂ ਨੂੰ ਜਮਾਉਂਦੀਆਂ ਦੇ ਵਿੱਚ ਆਕੂਪੈਂਸੀ ਟੈਨੈਂਟ ਦਰਜ ਕੀਤਾ ਗਿਆ, ਉਹ ਆਕੂਪੈਂਸੀ ਟੈਨੈਂਟ ਹੀ ਕਹਿਲਾਣਗੇ, ਚਾਹੇ ਉਹ ਜਿਹੜਾ ਸੈਕਸ਼ਨ 5 ਦੀ ਪਰਿਭਾਸ਼ਾ ਵਿੱਚ ਨਾ ਦੇ ਹੋਣ। ਪਰ ਇਸ ਐਕਟ ਦੇ ਇਸ ਸੈਕਸ਼ਨ ਦੇ ਤਹਿਤ ਜਿਹੜਾ ਐਕਟ ਬਣਾਇਆ ਸੀ ਪਹਿਲਾਂ 1868 ਦਾ, ਉਹਦੇ ਤਹਿਤ ਉਹ ਜਮਾਉਂਦੀਆਂ ਵਿੱਚ ਦਰਜ ਕੀਤਾ ਹੋਵੇ ਐਜ਼ ਏ ਆਕੂਪੈਂਸੀ ਟੈਨੈਂਟ, ਉਹ ਆਕੂਪੈਂਸੀ ਟੈਨੈਂਟ ਅਦਰਵਾਈਜ਼ ਕਹਿਲਾਏਗਾ। ਤੇ ਫਿਰ ਇਹ ਸੈਕਸ਼ਨ 7 ਹੈਗਾ, ਇਹ ਵੀ ਇੰਪੋਰਟੈਂਟ ਹੈਗਾ, ਇਹ ਵੀ ਅਕਸਰ ਪੇਪਰ ਦੇ ਵਿੱਚ ਆਉਂਦਾ ਰਹਿੰਦਾ ਹੈ। ਰਾਈਟ ਆਫ ਆਕੂਪੈਂਸੀ ਇਨ ਲੈਂਡ ਟੇਕਨ ਇਨ ਐਕਸਚੇਂਜ। ਕਈ ਵੀ ਮਾਲਕ ਨੇ ਇੱਕ ਜ਼ਮੀਨ ਦੇਤੀ, 5 ਕਿੱਲੇ ਦੇਤੇ ਉਹਦੇ ਵਿੱਚ ਟੈਨੈਂਟ ਨੂੰ ਦੇਤੇ ਕਿਰਾਏ ਦੀ ਖਾਤਰ, ਠੀਕ ਹੈ। 5 ਕਿੱਲੇ ਲਗਾਤਾਰ ਵੱਧਦਾ ਆ ਰਿਹਾ ਹੈ ਟੈਨੈਂਸੀ, ਉਹਦੇ ਵਿੱਚੋਂ 1 ਕਿੱਲਾ ਲੈਂਡਲੋਰਡ ਨੇ ਤੇ ਟੈਨੈਂਟ ਨੇ ਆਪਸ ਵਿੱਚ ਤਬਾਦਲਾ ਕਰ ਲਿਆ, ਠੀਕ ਹੈ। ਅਸੀਂ ਉੱਥੇ ਇਹ ਨਹੀਂ ਕਹਾਂਗੇ ਵੀ ਇਹ ਜਿਹੜਾ 1 ਕਿੱਲਾ ਹੈਗਾ ਇਹ ਆਕੂਪੈਂਸੀ ਟੈਨੈਂਟ ਦਾ ਮਾਲਕ ਦਾ ਨਹੀਂ ਹੈ, ਤਾਂ ਇਹਨੇ ਹੁਣੀ 5 ਸਾਲ ਪਹਿਲਾਂ ਲਿਆ ਹੈਗਾ ਜਾਂ 4 ਸਾਲ ਪਹਿਲਾਂ ਲਿਆ, ਉਹ ਸ਼ਰਤਾਂ ਉਸ ਕਿੱਲੇ ਤੇ ਪੂਰੀਆਂ, ਮਤਲਬ ਆਪਾਂ ਕਹਾਂਗੇ ਵੀ ਇਹ ਕਿੱਲਾ ਜਿਹੜਾ ਉਹ ਪੂਰੀਆਂ ਸ਼ਰਤਾਂ ਨਹੀਂ ਕਰਦਾ ਹੈਗਾ ਆਕੂਪੈਂਸੀ ਟੈਨੈਂਟ ਤੇ ਜਿਹੜੀਆਂ ਸ਼ਰਤਾਂ ਜਾਂ 20 ਸਾਲ ਦੀ ਟਰਮ ਜਾਂ 30 ਸਾਲ ਦੀ ਟਰਮ ਹੈ ਉਹ ਪੂਰੀ ਨਹੀਂ ਕਰਦਾ ਹੈਗਾ। ਪਰ ਨਹੀਂ, ਇੱਥੇ ਕਿਹਾ ਗਿਆ ਵੀ ਜੇ ਤੁਸੀਂ ਕਿੱਲਾ ਜਾਂ 2 ਕਿੱਲੇ ਜ਼ਮੀਨ ਕੋਈ ਕੁਛ ਪਾਰਟ ਲੈਣ ਦਾ ਜਿਹੜਾ ਐਕਸਚੇਂਜ ਕਰ ਲਿਆ ਮਾਲਕ ਦੇ ਨਾਲ, ਤਾਂ ਉਹ ਜਿਹੜਾ ਬਦਲਿਆ ਹੈ ਪਾਰਟ ਹੈ ਦੈਟ ਇਜ਼ ਆਲਸੋ ਉਸੇ ਪਰਿਭਾਸ਼ਾ 'ਚ ਆਏਗਾ, ਜਿਹੜੀ ਪਰਿਭਾਸ਼ਾ 'ਚ ਉਹ ਪਹਿਲਾਂ ਕਿੱਲਾ ਆਉਂਦਾ ਸੀ ਜਿਹੜਾ ਤੁਹਾਡੇ ਪਹਿਲਾਂ ਕਬਜ਼ੇ ਵਿੱਚ ਸੀਗਾ, ਉਸ ਨੂੰ ਵੀ ਉਸੇ ਪਰਿਭਾਸ਼ਾ 'ਚ ਗਿਣਿਆ ਜਾਏਗਾ, ਜਾਣੀ ਕਿ ਉਹ ਵੀ ਆਕੂਪੈਂਸੀ ਜਿਹੜਾ ਟੈਨੈਂਟ ਦੀ ਪਰਿਭਾਸ਼ਾ 'ਚ ਹੀ ਆਏਗਾ, ਉਹ ਕਿੱਲਾ ਬਦਲੀ ਕਰ ਲਏਗਾ। ਨੈਕਸਟ ਹੈ ਸੈਕਸ਼ਨ 8, establishment of right of occupancy on the ground other than those expressly stated in the act। ਇਸ ਐਕਟ ਤੋਂ ਇਲਾਵਾ ਜੇ ਕੋਈ ਹੋਰ ਵੀ ਕੋਈ ਜਿਹੜਾ ਰੀਜ਼ਨ ਹੈਗਾ, ਕੋਈ ਰਾਈਟ ਆਫ ਆਕੂਪੈਂਸੀ ਕੋਈ ਕੋਰਟ ਕਿਸੇ ਨੂੰ ਅਨਾਉਂਸ ਕਰਦੀ ਹੈ, nothing in the following sections of this chapter shall preclude, ਜਿਹੜੀਆਂ ਉਪਰਲੀਆਂ ਸੈਕਸ਼ਨਸ ਹੈਗੀਆਂ ਨੇ, ਜਿਵੇਂ ਕਿ 5 ਸੈਕਸ਼ਨ 6 ਸੈਕਸ਼ਨ 7 ਸੈਕਸ਼ਨ, ਉਹ ਪ੍ਰੀਕਲੂਡ ਨਹੀਂ ਕਰਦੀਆਂ, ਰੁਕਦੀਆਂ ਨਹੀਂ ਹੈਗੀਆਂ ਵੀ ਜੇ ਕਿਸੇ ਹੋਰ ਕਾਰਨ ਕਰਕੇ ਕੋਈ ਬੰਦਾ ਕੋਈ ਵਿਅਕਤੀ ਜਿਹੜਾ ਕੋਈ ਹੈਗਾ ਉਹ ਆਕੂਪੈਂਸੀ ਰਾਈਟਸ ਦੀਆਂ ਉਹਨੂੰ ਮਿਲਦੇ ਹੈਗੇ ਨੇ, ਤਾਂ ਉਹਦਾ ਉਪਰਲੀਆਂ ਸੈਕਸ਼ਨਾਂ ਦਾ ਉਹਦੇ ਕੋਈ ਇਫੈਕਟ ਨਹੀਂ ਹੋ ਸਕਦਾ। Then section 9 ਹੈਗਾ ਜੀ, a right of occupancy not to be acquired by mere lapse of time। ਕਈ ਵਾਰੀ ਕੀ ਹੁੰਦਾ ਹੈ ਵੀ ਕਿਰਾਏਦਾਰ ਨੇ ਕਿਰਾਇਆ ਅਦਾ ਕਰਨਾ ਹੁੰਦਾ ਹੈ, ਲੈਂਡਲੋਰਡ ਨੇ ਕਿਰਾਇਆ ਲੈਣਾ ਹੁੰਦਾ ਹੈ, ਕਿਰਾਏਦਾਰ ਨੇ ਕਿਰਾਇਆ ਅਦਾ ਕਰਨਾ ਹੁੰਦਾ ਹੈ, ਕਿਸੇ ਕਾਰਨ ਕਰਕੇ ਉਹ ਕਿਰਾਇਆ ਜਿਹੜਾ ਹੈਗਾ ਸਮੇਂ ਤੇ ਨਹੀਂ ਪੇ ਕੀਤਾ ਗਿਆ, ਤਾਂ ਉੱਥੇ ਜਿਹੜਾ ਟੈਨੈਂਟ ਹੈ ਇਹ ਨਹੀਂ ਕਹਿ ਸਕਦਾ ਮੈਂ ਤਾਂ ਆਕੂਪੈਂਸੀ ਟੈਨੈਂਟ ਬਣ ਗਿਆ। ਮੀਅਰ ਦਾ ਲੈਪਸ ਆਫ ਟਾਈਮ ਲੈਪਸ ਹੋ ਗਿਆ, ਕਿਰਾਇਆ ਦਿੱਤਾ ਨਹੀਂ ਗਿਆ ਜਾਂ ਕਿਰਾਇਆ ਲੈ ਨਹੀਂ ਪਾਇਆ ਜਾਂ ਮਾਲਕ ਨਹੀਂ ਰਹਿੰਦਾ ਸੀਗਾ, ਕਿਸੇ ਕਾਰਨ ਕਰਕੇ ਕਿਰਾਇਆ ਦੇਣ ਦਾ ਜਿਹੜਾ ਟਾਈਮ ਹੈ ਉਹ ਲੈਪਸ ਹੋ ਚੁੱਕਿਆ ਹੈ, ਤਾਂ ਇਹਦਾ ਬੈਨੀਫਿਟ ਲੈ ਕੇ ਕੋਈ ਇਹ ਜਿਹੜਾ ਟੈਨੈਂਟ ਹੈ ਉਹ ਇਹ ਨਹੀਂ ਕਹਿ ਸਕਦਾ ਮੈਂ ਤਾਂ ਇਹ ਆਕੂਪੈਂਸੀ ਟੈਨੈਂਟ ਬਣ ਗਿਆ। No tenant shall acquire a right of occupancy by mere lapse of time। ਸਿੰਪਲ ਜੀ ਗੱਲ ਹੈਗੀ ਹੈ। Next ਹੈ section 10, right of occupancy not to be acquired by joint owner in the land held in joint ownership। ਇਹ ਬਹੁਤ ਇੰਪੋਰਟੈਂਟ ਹੈ, ਇਹਦੇ ਤੇ ਅੱਜ ਵੀ ਕੇਸ ਚੱਲਦੇ ਆ ਸਾਡੇ ਕੋਰਟਾਂ ਦੇ ਵਿੱਚ। ਇਸ ਸੈਕਸ਼ਨ ਦੇ ਬੇਸ ਕੀ ਹੁੰਦਾ ਮੈਂ ਜਨਰਲੀ ਸਿੰਪਲ ਸਮਝਾਉਣਾ,
ਤਾਂ ਤੁਹਾਨੂੰ ਜਲਦੀ ਸਮਝ ਆਏਗਾ, ਇਹਦੇ 'ਤੇ ਇੰਨਾ ਚੰਗੀ ਤਰ੍ਹਾਂ ਨਹੀਂ ਸਮਝ ਆਉਂਦਾ। ਹੁਣ ਦੇਖੋ 2-3 ਪਰਿਵਾਰ ਦੇ ਮੈਂਬਰ ਹੈਗੇ ਆ। ਇੱਕ ਪਰਿਵਾਰ ਦਾ ਮੈਂਬਰ ਅੱਗੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਹੈ, ਠੀਕ ਹੈ, ਬਾਕੀ ਪਿੰਡ 'ਚ ਖੇਤੀ ਕਰਦੇ ਆ, ਜਾਂ ਚਾਚੇ ਤਾਏ ਦੇ ਮੁੰਡੇ ਆ ਉਹ ਪਿੰਡ 'ਚ ਖੇਤੀ ਕਰਦੇ ਆ। ਇੱਕ ਜਿਹੜਾ ਮਾਲਕ ਹੈ ਪਿੰਡ ਦਾ, ਉਹ ਇਕੱਲੇ ਹੀ ਭਰਾ ਹੈਗਾ, ਉਹ ਅੱਗੇ ਖੇਤ ਸ਼ਹਿਰ 'ਚ ਆਪਣੀ ਨੌਕਰੀ ਕਰਦਾ ਜਾਂ ਕੋਈ ਕਾਰੋਬਾਰ ਕਰਦਾ ਹੈਗਾ, ਤੇ ਉਹਦੇ ਚਾਚੇ ਤਾਏ ਉਹ ਜ਼ਮੀਨ ਨੂੰ ਬੰਨ੍ਹਦੇ ਆ। ਖੇਵਟ ਇੱਕ ਹੈ, ਜੁਆਇੰਟ ਖੇਵਟ ਹੈਗੀ ਹੈ, ਠੀਕ ਹੈ। ਤਾਂ ਅਸੀਂ ਕਹਿੰਦੇ ਐਡਵਰਸ ਪੋਜੀਸ਼ਨ ਦੀ ਗੱਲ ਕਰਦੀ ਆਪਾਂ ਪਹਿਲਾਂ, ਥੋੜਾ ਜਿਹਾ ਤੁਹਾਨੂੰ ਜਲਦੀ ਸਮਝ ਆਏਗੀ। ਜਿਹੜਾ ਐਡਵਰਸ ਪੋਜੀਸ਼ਨ ਹੈ, ਕੋਈ ਵਿਅਕਤੀ ਕਿਸੇ ਜ਼ਮੀਨ ਨੂੰ ਲਗਾਤਾਰ ਵਾਹ ਰਿਹਾ ਹੈਗਾ, ਨਾ ਕਿਰਾਇਆ ਦਾ ਕਰਦਾ, ਨਾ ਉਸਨੂੰ ਕੋਈ ਉਹ ਰੈਂਟ ਦਿੰਦਾ, ਤੇ ਐਡਵਰਸ ਪੋਜੀਸ਼ਨ ਦਾ ਜਿਹੜਾ ਦਾਅਵਾ ਦਾਇਰ ਕਰਕੇ ਉਹ ਕਹਿੰਦਾ ਮੈਂ ਤਾਂ ਮਾਲਕਾਂ ਜੀ, ਇਹ ਤਾਂ ਉਰੇ ਕਿਤੇ ਮਾਲਕ ਹੀ ਨਹੀਂ ਆਇਆ ਹੈਗਾ, ਮੈਂ ਤਾਂ ਲਗਾਤਾਰ ਇਸ ਨੂੰ ਬੰਨ੍ਹਦਾ ਆ ਰਿਹਾ, ਮੈਨੂੰ ਐਡਵਰਸ ਪੋਜੀਸ਼ਨ ਦਾ ਬੈਨੀਫਿਟ ਦਿਓ, ਮੈਨੂੰ ਮਾਲਕ ਬਣਾਓ। ਕੋਰਟ ਦੇ ਸਿਵਲ ਕੋਰਟ ਜਾਂਦਾ ਹੈ, ਠੀਕ ਹੈ। ਇਸੇ ਤਰੀਕੇ ਇੱਥੇ ਕਿਹਾ ਗਿਆ ਹੈਗਾ ਵੀ ਜੇ ਕੋਈ ਜੁਆਇੰਟ ਪ੍ਰਾਪਰਟੀ ਹੈ, ਜੁਆਇੰਟ ਓਨਰ ਆਫ ਲੈਂਡ ਹੈਗੇ ਆ, ਉਹਨਾਂ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਕਿਤੇ ਬਾਹਰ ਰਹਿੰਦਾ ਹੈ, ਇੱਧਰ ਉੱਧਰ ਰਹਿੰਦਾ, ਕਿਤੇ ਹੋਰ ਰਹਿੰਦਾ, ਤਾਂ ਜਿਹੜੇ ਜੁਆਇੰਟ ਓਨਰ ਨੇ ਉਹਨਾਂ ਚੋਂ ਇੱਕ ਜਿਹੜਾ ਪਾਰਟਨਰ ਹੈਗਾ ਉਹ ਜ਼ਮੀਨ ਨੂੰ ਬਾਹਰ ਹੈ, ਜ਼ਮੀਨ ਨੂੰ ਬਾਹਰ ਵੀ ਰਿਹਾ, ਕਿਰਾਇਆ ਵੀ ਦੇ ਰਿਹਾ, ਕਈ ਵਾਰੀ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਪਿੰਡਾਂ 'ਚ ਜਿਹੜੇ ਭੈਣਾਂ ਭਰਾਵਾਂ ਤੋਂ ਵਾਲਾ ਕਿਰਾਇਆ ਕਈ ਵਾਰੀ ਮੰਗਦਾ ਵੀ ਨਹੀਂ ਹੈਗਾ, ਲੈਂਦਾ ਵੀ ਨਹੀਂ ਹੈਗਾ, ਠੀਕ ਹੈ, ਆਪਣਾ ਸ਼ੇਅਰ ਵੀ ਨਹੀਂ ਲੈਂਦਾ ਕਿਤੇ। ਇਸ ਕਰਕੇ ਉਹ ਕਹਿੰਦਾ ਵੀ ਜਿਹੜਾ ਜੁਆਇੰਟ ਓਨਰ ਹੈਗਾ ਉਹ ਇਸ ਗੱਲ ਦਾ ਬੈਨੀਫਿਟ ਨਹੀਂ ਲੈ ਸਕਦਾ, ਰਾਈਟ ਆਫ ਆਕੂਪੈਂਸੀ ਉਸਨੂੰ ਨਹੀਂ ਮਿਲ ਸਕਦੇ। ਥਰਡ ਪਾਰਟੀ ਹੀ ਕੋਈ ਹੋ ਸਕਦਾ ਹੈ। ਜੇ ਕਿਸੇ ਥਰਡ ਪਾਰਟੀ ਨੂੰ ਮਾਲਕ ਨੇ ਕਿਰਾਏ ਤੇ ਜ਼ਮੀਨ ਦਿੱਤੀ ਸੀ, ਉਹ ਵਾਂਦਾ ਇੰਨੇ ਲੰਮੇ ਸਮੇਂ ਤੋਂ ਵਾਹ ਰਿਹਾ ਹੈਗਾ, ਉਹ ਕਿਰਾਇਆ ਵੀ ਦੇਣਾ ਬੰਦ ਹੋ ਗਿਆ, ਉੱਪਰਲੀਆਂ ਸ਼ਰਤਾਂ 5 6 7 7 8 9 ਜਿਹੜੇ ਸੈਕਸ਼ਨਸ ਨੇ ਉਹਨਾਂ 'ਚੋਂ ਕੋਈ ਵੀ ਸੈਕਸ਼ਨ ਲਾਗੂ ਹੁੰਦੀ ਹੈ ਉਹਦੇ ਤੇ, ਤਾਂ ਹੀ ਉਹ ਰਾਈਟ ਆਫ ਆਕੂਪੈਂਸੀ ਲੈ ਸਕਦਾ। ਪਰ ਸੈਕਸ਼ਨ 10 ਦੇ ਵਿੱਚ ਆ ਕੇ ਕਲੀਅਰ ਕਰਤਾ ਵੀ ਕੋਈ ਜੁਆਇੰਟ ਖੇਵਟ ਦੇ ਵਿੱਚ, ਸਾਂਝੀ ਖੇਵਟ ਦੇ ਵਿੱਚ ਕੋਈ ਮਾਲਕ, ਕੋਈ ਹਿੱਸੇਦਾਰ ਉਹ ਜ਼ਮੀਨ ਨੂੰ ਵਾਹ ਰਿਹਾ ਹੈਗਾ, ਹਿੱਸੇਦਾਰ ਕਿਤੇ ਇੱਧਰ ਉੱਧਰ ਰਹਿ ਰਿਹਾ ਹੈਗਾ, ਰਾਈਟ ਆਫ ਆਕੂਪੈਂਸੀ ਜਿਹੜਾ ਹੈਗਾ ਉਹ ਨਹੀਂ ਲੈ ਸਕਦਾ। ਜੁਆਇੰਟ ਓਨਰ ਜੇ ਜ਼ਮੀਨ ਨੂੰ ਵਾਹ ਰਿਹਾ ਕਿਸੇ ਮਾਲਕ ਦੀ, ਹਿੱਸੇਦਾਰ ਦੀ ਜ਼ਮੀਨ ਨੂੰ ਕੋਈ ਹਿੱਸੇਦਾਰ ਵਾਹ ਰਿਹਾ, ਉਹ ਆਕੂਪੈਂਸੀ ਰਾਈਟਸ ਤੇ ਨਹੀਂ ਲੈ ਸਕਦਾ। ਨੈਕਸਟ ਹੈ ਸੈਕਸ਼ਨ 11, continuance of existing occupancy rights। ਇੱਕ ਹੈ ਜਿਹੜਾ ਸੈਕਸ਼ਨ ਸੀਗਾ, ਐਕਟ ਸੀ ਪਹਿਲਾਂ ਪੰਜਾਬ ਟੈਨੈਂਸੀ ਐਕਟ 1868 ਸੀਗਾ, ਤੇ ਫਿਰ ਹੁਣ ਜਿਹੜਾ ਐਕਟ ਬਣ ਗਿਆ 1887 ਬਣ ਗਿਆ। ਇਹਦੇ ਕੁਝ ਇਹਨਾਂ ਨੇ ਕਲੌਜ਼ਸ ਨੂੰ, ਜਿਹੜੀਆਂ ਹੈਗੀਆਂ ਸੈਕਸ਼ਨਸ ਨੂੰ ਹੈਗਾ, ਉਹਦੇ 'ਚ ਰੈਲੀਵੈਂਸੀ ਦਿੱਤੀ ਹੈ। ਫਸਟ ਕਾਲਮ ਦੇ ਵਿੱਚ ਜਿਹੜਾ ਸੈਕਸ਼ਨ 5 ਹੈ, ਜਿਹੜਾ ਸੈਕਸ਼ਨ ਜਿਹੜਾ ਐਕਟ ਸੀ 68 ਦਾ ਸੀ ਪਹਿਲਾਂ, 68 ਦੀ ਜਿਹੜਾ ਸੈਕਸ਼ਨ 5 ਸੀ ਉਹਦੀਆਂ ਕਲੌਜ਼ ਸੀ 1 2 3 4 ਕਲੌਜ਼ਸ ਸੀਗੀਆਂ। ਤੇ ਹੁਣ ਜਿਹੜਾ ਐਕਟ ਨਵਾਂ ਬਣਿਆ ਸਾਡਾ, ਉਹਦੇ ਵਿੱਚ ਇਹਨੇ ਜਿਹੜਾ ਸੈਕਸ਼ਨ 5 ਬਣਾ ਕੇ ਉਹ ਸਬ ਸੈਕਸ਼ਨ 1 ਦੇਤਾ, ਤੇ ਫਿਰ ਸੈਕਸ਼ਨ 1 ਇਸ ਲਈ ਦੇਤਾ ਕਿਉਂਕਿ ਫਿਰ ਇਸ ਨੂੰ ਸੈਕਸ਼ਨ 2 ਤੇ 3 ਬਣਾਉਣੇ ਪਏ। 5 ਦੇ ਸੈਕਸ਼ਨ ਦੇ ਸੈਕਸ਼ਨ ਸਬ ਸੈਕਸ਼ਨ 2 ਵੀ ਹੈ, ਸਬ ਸੈਕਸ਼ਨ 3 ਵੀ ਹੈਗਾ, ਇਹ ਉਹਦੇ ਵਿੱਚ ਨਹੀਂ ਸੀਗੇ। ਇਸ ਕਰਕੇ ਇਸ ਨੂੰ ਕੀ ਹੈਗਾ, ਪੈਰਲਲ ਕਰਨ ਦੀ ਖਾਤਰ ਇਸਨੇ ਸਬ ਸੈਕਸ਼ਨ 1 ਦੇ ਤਹਿਤ ਕਲੌਜ਼ ਬਣਾਤੀਆਂ A B C ਤੇ D, ਯਾਨੀ ਕਿ ਸਬ ਸੈਕਸ਼ਨ 68 ਦੀ ਸਬ ਸੈਕਸ਼ਨ 68 ਦਾ ਸੈਕਸ਼ਨ 5 ਕਲੌਜ਼ 1 is equal to same conditions, ਸੈਕਸ਼ਨ 5 ਸਬ ਸੈਕਸ਼ਨ 1 ਔਰ ਕਲੌਜ਼ A, ਯਾਨੀ ਕਿ ਇਹ ਜਿਹੜੇ ਹੈਗੇ ਨੇ ਚਾਰੇ ਜਿਹੜੇ ਪੁਰਾਣੇ ਐਕਟ ਦੇ ਕਲੌਜ਼ 1 2 3 4 ਨੇ, ਇਹ ਕਲੌਜ਼ A B C D ਹੀ ਹੈਗੀਆਂ ਨੇ, ਇਹੀ ਗਿਣੇ ਜਾਣਗੀਆਂ ਇਹਦੇ ਵਿੱਚ। ਇਹ ਦੱਸਿਆ ਦੋਨੋਂ ਐਕਟਾਂ ਨੂੰ ਮਤਲਬ ਕਿ ਕੰਪੇਅਰ ਕਰਕੇ ਦਿਖਾਇਆ ਗਿਆ ਹੈ, ਠੀਕ ਹੈ ਜੀ। ਇਹਦੇ ਨਾਲ ਜਿਹੜਾ ਆਪਦਾ ਆਪਣੇ ਅੱਜ ਦੇ ਜਿਹੜੇ ਚੈਪਟਰ ਨੇ 1 ਤੇ 2 ਇਹ ਖਤਮ ਹੋ ਜਾਂਦੇ ਨੇ। ਅੱਜ ਦੀ ਕਲਾਸ ਇੱਥੇ ਅਸੀਂ ਖਤਮ ਕਰਾਂਗੇ। ਨੈਕਸਟ ਅਸੀਂ ਕਲਾਸ ਸਟਾਰਟ ਕਰਾਂਗੇ ਫਿਰ ਅਗਲੇ ਵਾਰੀ ਚੈਪਟਰ 3 ਤੋਂ। ਇਹ ਬਹੁਤ ਇੰਟਰਸਟਿੰਗ ਵੀ ਹੈ, ਬਹੁਤ ਥੋੜਾ ਜਿਹਾ ਪੇਚੀਦਾ ਵੀ ਐਕਟ ਹੈਗਾ, ਤੇ ਇਸ ਨੂੰ ਸਮਝਣ ਦੇ ਲਈ ਤੁਹਾਨੂੰ ਵਾਰ-ਵਾਰ 1-2 ਵਾਰੀ ਇਸ ਨੂੰ ਰਿਪੀਟ ਵੀ ਕਰਨਾ ਹੋਏਗਾ। ਕਿਸ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ? ਪਹਿਲਾਂ ਤਾਂ ਇਹ ਦੱਸੋ ਵੀ ਮੇਰਾ ਜੋ ਪੜ੍ਹਾ ਰਿਹਾ ਸਮਝ ਆ ਰਿਹਾ ਸਾਰਿਆਂ ਨੂੰ ਜਾਂ ਨਹੀਂ, ਕੋਈ ਕਨਫਿਊਜ਼ਨ ਤਾਂ ਨਹੀਂ ਹੈ? ਹਾਂਜੀ ਸਰ, ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ ਸਰ, ਠੀਕ ਹੈ ਜੀ। ਓਕੇ, ਕਿਸ ਦਾ ਕੋਈ ਕੁਐਸਚਨ ਹੈ ਜੀ? ਮੈਂ ਇਹ ਪੈਰਲਲ ਸਬਜੈਕਟ ਸਾਰੇ ਸ਼ੁਰੂ ਤਾਂ ਕੀਤੇ ਹੈਗੇ ਆ ਤਾਂ ਕਿ ਇਹ ਹੈ ਵੀ ਕੋਈ ਸਬਜੈਕਟ ਪਿੱਛੇ ਨਾ ਰਹਿ ਜਾਏ ਇਕੱਲਾ। ਕਈ ਵਾਰੀ ਪਿਛਲੇ ਵਾਰੀ ਸੈਸ਼ਨ 'ਚ ਕੀ ਹੋਇਆ ਸੀਗਾ, ਉਦੋਂ ਸਾਡੇ ਜਿਹੜੇ 5 ਸਬਜੈਕਟ ਨੰਬਰ ਪੇਪਰ ਨੰਬਰ 5 ਤੇ ਪੇਪਰ ਨੰਬਰ 6 ਉਹ ਅਸੀਂ ਲਾਸਟ 'ਚ ਕੀਤੇ ਆ ਕੇ, ਉਹ ਸਾਨੂੰ ਬਹੁਤ ਜਲਦੀ ਕਰਨੇ ਪਏ ਹੈਗੇ, ਤਾਂ ਕਿ ਮੂਹਰਲੇ ਪੇਪਰਾਂ ਤੇ ਫਿਰ ਜ਼ਿਆਦਾ ਸਮਾਂ ਲੱਗ ਗਿਆ। ਇਸ ਕਰਕੇ ਜਦੋਂ ਸਾਰੇ ਪੇਪਰ ਪੈਰਲਲ ਚੱਲਦੇ ਨੇ ਤਾਂ ਫਿਰ ਸਾਰਿਆਂ ਦੀ ਸਪੀਡ ਬਰਾਬਰ ਦੀ ਰਹਿੰਦੀ ਹੈਗੀ ਹੈ। ਇਸ ਕਰਕੇ ਕਈਆਂ ਦੇ ਇਹ ਵੀ ਹੈ ਨਾਲ, ਕਈਆਂ ਦਾ ਪੇਪਰ ਹੀ 5 ਰਹਿੰਦਾ ਹੋਵੇ, 6 ਰਹਿੰਦਾ ਹੋਵੇ,
ਤੇ ਫਿਰ ਉਹ ਲਗਾਤਾਰ ਜੇ ਅਸੀਂ ਪਹਿਲਾ ਪੇਪਰ 1 2 3 ਕਰਦੇ ਰਹਾਂਗੇ ਤਾਂ ਫਿਰ ਉਹ ਲਗਾਤਾਰ 1 ਮਹੀਨਾ ਵੇਟ ਕਰਦਾ ਰਹੇਗਾ। ਠੀਕ ਹੈ ਜੀ, ਇਸ ਕਰਕੇ ਸਾਰਿਆਂ ਨੂੰ ਸਮਾਂ ਬਰਾਬਰ ਦੇਣ ਦੀ ਖਾਤਰ ਅਸੀਂ ਮੈਂ ਇਹ ਜਿਹੜਾ ਕਲਾਸ ਸ਼ਡਿਊਲ ਬਣਾਇਆ ਹੈਗਾ। ਜੇ ਕੋਈ ਤੁਹਾਨੂੰ ਕੋਈ ਲੱਗਦਾ ਇਹਦੇ 'ਚ ਕੋਈ ਡੈਫੀਸ਼ੀਐਂਸੀ ਲੱਗਦੀ ਹੈ ਤਾਂ ਤੁਸੀਂ ਕੋਈ ਕਮੈਂਟ ਵੀ ਕਰ ਸਕਦੇ ਹੋ। ਠੀਕ ਹੈ ਜੀ, ਕੋਈ ਸਰ ਇੱਕ ਕੁਐਸਚਨ ਸੀਗਾ ਹਾਂਜੀ ਸਰ, ਜਿਵੇਂ ਅਸੀਂ ਗੱਲ ਕਰੀ ਸੈਕਸ਼ਨ 9 ਦੇ ਵਿੱਚ ਕਿ ਆਕੂਪੈਂਸੀ ਦੇ ਰਾਈਟ ਜਦੋਂ ਬੰਦਾ ਆਪਣਾ ਰੈਂਟ ਨਹੀਂ ਪੇ ਕਰਦਾ ਤਾਂ ਖੋ ਦਿੰਦਾ ਸੈਕਸ਼ਨ ਸੈਕਸ਼ਨ 9 ਦੇ ਵਿੱਚ ਹੈ ਜੀ 9 9 ਸੈਕਸ਼ਨ 9 ਹਾਂਜੀ right of occupancy not to be acquired by mere lapse of time। ਹਾਂ, ਇਹ ਤਾਂ ਸਿੰਪਲ ਜਿਹਾ ਹੈ ਵੀ ਕੋਈ ਕਿਰਾਏ ਦਾ ਕਿਸੇ ਦਾ ਲੇਟ ਹੋ ਗਿਆ, ਕਿਰਾਇਆ ਲੇਟ ਹੋਣ ਦੀ ਖਾਤਰ ਕਿਰਾਇਆ ਲੇਟ ਹੋਣ ਦੇ ਨਾਲ ਹੀ ਕੋਈ ਆਕੂਪੈਂਸੀ ਟੈਨੈਂਟਸ ਦੇ ਬੈਨੀਫਿਟ ਨਹੀਂ ਲੈ ਸਕਦਾ। ਕਿਰਾਇਆ ਉਹ ਤਾਂ ਕਿਰਾਇਆ ਅਦਾ ਕਰ ਰਿਹਾ ਹੈ। ਹੈ ਜੀ ਸਰ, ਜਿਹੜਾ ਕੁਐਸਚਨ ਸੀਗਾ ਸਰ ਆਕੂਪੈਂਸੀ ਟੈਨੈਂਟ ਸੰਦੀਪ ਸ਼ਰਮਾ ਜੀ ਬੋਲ ਰਹੇ ਹੋ? नहीं सर, गौतम कर रहे हैं। है जी गौतम कर रहे हैं। गौतम, हाँ गौतम दसो। कंफ्यूजन ये हो गई थी सर, जिसमें लिखा है कि अबाउट 20 इयर्स हो गए उन्होंने कास्ट करते हुए या मिनिमम 2 जनरेशन का तो करता आ रहा है। थोड़ा ऊंची बोलो, थोड़ा ऊंची। जो रेंट पे नहीं करता सर या मिनिमम 2 जनरेशन का तो कास्ट कर रहा है। हाँ, अबाउट 20 इयर्स उन्होंने हो गए हों। हाँ, वो ऑक्यूपेंसी टेनेंट कहते हैं। ਕਿਹੜੇ ਸੈਕਸ਼ਨ ਨੂੰ ਪੜ੍ਹ ਰਹੇ ਹੋ ਤੁਸੀਂ? ਸਰ ਪਹਿਲਾਂ ਆਪਾਂ ਸਟਾਰਟਿੰਗ ਚ ਹੀ ਚੈਪਟਰ 2 ਦਾ ਸਟਾਰਟ ਕੀਤਾ। ਹਾਂ, 2 ਜਨਰੇਸ਼ਨ ਤੋਂ। ਹਾਂ, 2 ਜਨਰੇਸ਼ਨ ਤੋਂ ਕਾਸਟ। ਸੈਕਸ਼ਨ 9 ਦੇ ਵਿੱਚ ਕੀ ਡਿਫਰੈਂਸ ਹੈਗਾ ਸਰ? ਸੈਕਸ਼ਨ 9 ਚ ਕੀ ਡਿਫਰੈਂਸ ਹੈ? ਹਾਂਜੀ, ਸੈਕਸ਼ਨ 9 ਚ ਡਿਫਰੈਂਸ ਇਹ ਹੈ ਵੀ ਬੰਦਾ ਕਿਰਾਇਆ ਤਾਂ ਦੇ ਰਿਹਾ ਹੈ, ਉੱਥੇ ਕਿਰਾਇਆ ਨਹੀਂ ਦੇ ਰਿਹਾ। ਉੱਥੇ ਕਿਰਾਇਆ ਨਹੀਂ ਦੇ ਰਿਹਾ, ਸੈਕਸ਼ਨ 5 ਚ ਕਿਰਾਇਆ ਨਹੀਂ ਕੋਈ ਦੇ ਰਿਹਾ ਉਹ। ਠੀਕ ਹੈ। ਇੱਥੇ ਕਿਰਾਇਆ ਦੇ ਰਿਹਾ ਪਰ ਕਿਰਾਇਆ ਉਹਦਾ ਲੇਟ ਹੋ ਗਿਆ। ਕਿਰਾਇਆ ਲੇਟ ਹੋ ਗਿਆ। ਜੇ ਕਿਰਾਇਆ ਲੇਟ ਹੋਣ ਦੇ ਨਾਲ ਉਹ ਆਕੂਪੈਂਸੀ ਟੈਨੈਂਸੀ ਦੇ ਬੈਨੀਫਿਟ ਨਹੀਂ ਲੈ ਸਕਦਾ ਵੀ ਮੈਂ ਆਕੂਪੈਂਸੀ ਟੈਨੈਂਟ ਬਣ ਗਿਆ। ਠੀਕ ਹੈ, ਲਗਾਤਾਰ ਉਹ ਹੈਗਾ 2 ਜਨਰੇਸ਼ਨ ਤੋਂ ਲਗਾਤਾਰ ਕਾਸਟ ਕਰਦਾ ਆ ਰਿਹਾ ਹੋਵੇ ਕੰਟੀਨਿਊਸਲੀ ਵਿਦਆਊਟ ਐਨੀ ਕਿਸੇ ਵਿਚਕਾਰ ਇਹ ਨਾ ਹੋਵੇ ਵਿਚਕਾਰ ਕੋਈ ਹੋਰ ਆ ਜਾਵੇ। ਮੇਨ ਲਾਈਨ ਤੋਂ ਲਗਾਤਾਰ ਕਬਜ਼ਾ ਚੱਲਿਆ ਆ ਰਿਹਾ। ਮੇਨ ਲਾਈਨ ਤੋਂ ਮਤਲਬ ਕਿ ਬਾਬਿਆਂ ਤੋਂ ਦਾਦਿਆਂ ਤੋਂ ਚਾਚੇ ਦਾਦਾ ਬਾਬਾ ਹੋਵੇ ਚਾਹੇ ਮਤਲਬ ਕਿ ਬਾਬਾ ਚਾਚਾ ਕਹਿ ਲਈਏ ਆਪਾਂ, ਬਾਬਾ ਤਾਇਆ ਕਹਿ ਲਈਏ, ਉੱਥੋਂ ਚੱਲਦਾ ਆ ਰਹੇ ਹੋਵੇ ਕਾਸਟ ਲਗਾਤਾਰ ਘੱਟੋ ਘੱਟ 20 ਸਾਲ ਦਾ ਸਮਾਂ ਹੋ ਚੁੱਕਿਆ ਹੋਵੇ ਤੇ ਰੈਂਟ ਅਦਾ ਨਾ ਕਰਦਾ ਹੋਵੇ, ਉਹ ਆਕੂਪੈਂਸੀ ਟੈਨੈਂਟ ਕਹਿਲਾਉਂਦਾ ਹੈ। ਇੱਥੇ ਤਾਂ ਰੈਂਟ ਬੰਦਾ ਅਦਾ ਕਰ ਰਿਹਾ ਹੈ, ਇੱਥੇ ਉਹਦੀ ਕੋਈ 20 ਸਾਲ ਦੀ ਕੋਈ ਮਿਆਦ ਨਹੀਂ ਵੀ ਕਿੰਨੇ ਸਮੇਂ ਤੋਂ। ਨੋ ਟੈਨੈਂਟ ਸ਼ੈਲ ਐਕਵਾਇਰ ਏ ਰਾਈਟ ਆਫ ਆਕੂਪੈਂਸੀ ਬਾਈ ਮੀਅਰ ਲੈਪਸ ਆਫ ਟਾਈਮ। ਇਹ ਤਾਂ ਸਿੰਪਲ ਜੀ ਕਿਤੇ ਮਤਲਬ ਕਿ ਉਸ ਨੂੰ ਖਤਮ ਕਰਨ ਦੀ ਖਾਤਰ ਕੋਈ ਕਨਫਿਊਜ਼ਨ ਨਾ ਹੋਵੇ ਵੀ ਕਿਰਾਇਆ ਦੇਣ ਤੋਂ ਕਿਰਾਇਆ ਦਿੰਦਾ ਆ ਰਿਹਾ ਕਿਤੇ ਕਿਰਾਇਆ ਲੇਟ ਹੋ ਗਿਆ ਹੈ ਜੀ। ਕਿਰਾਇਆ ਲੇਟ ਹੋਣ ਦੀ ਖਾਤਰ ਹੀ ਉਹ ਇਸ ਦੇ ਬੈਨੀਫਿਟ ਨਹੀਂ ਲੈ ਸਕਦਾ। ਓਕੇ ਸਰ, ਥੈਂਕ ਯੂ ਸਰ। ਠੀਕ ਹੈ ਜੀ, ਕੋਈ ਹੋਰ ਕਿਸ ਤਰ੍ਹਾਂ ਕੋਈ? ਹਾਂਜੀ ਸਰ, ਇੱਕ ਜਾਣਕਾਰੀ ਲੈਣੀ ਸੀ। ਹਾਂਜੀ ਹਾਂ, ਕੱਲ ਆਪਾਂ ਲੈਂਡ ਰੈਵਨਿਊ ਐਕਟ ਪੜਿਆ ਸੀਗਾ, ਉਹਦੇ ਵਿੱਚ ਆਪਾਂ ਪੜ੍ਹੇ ਸੀ ਰਿਵੀਜ਼ਨ ਦੇ ਅਪੀਲ ਦਾ ਟਾਈਮ, ਰਿਵੀਜ਼ਨ ਔਰ ਅਪੀਲ ਦਾ ਟਾਈਮ ਪੜਿਆ ਸੀ। ਤਹਿਸੀਲਦਾਰ ਦੇ ਕੋਰਟ ਤੋਂ ਉੱਪਰ ਜਾਂਦੇ ਆ 30 ਦਿਨ ਦਾ ਗਿਣਿਆ ਸੀ, ਉਸ ਤੋਂ ਉੱਪਰ ਜਾਂਦੇ ਆ 90 ਦਿਨ ਦਾ ਗਿਣਿਆ ਸੀ। 60 ਦਿਨ ਦਾ ਫਿਰ 90 ਦਾ। ਹਾਂਜੀ, 30 60 90 ਦੇ ਕੇਸ ਆ ਸਰ, ਜਿਹੜੇ ਤਹਿਸੀਲ ਦੇ ਕੇਸ ਆ ਉਹਨਾਂ ਦੀ ਟਾਈਮ ਉਹਦੇ ਵਿੱਚ ਅਮੈਂਡਮੈਂਟ ਆਈ ਹੈ, ਉਹਦੇ ਵਿੱਚ ਅਮੈਂਡਮੈਂਟ ਆਈ ਹੈ, ਉਹ ਚ ਅਮੈਂਡਮੈਂਟ ਹੈ। ਉਹ ਆਪਾਂ ਪਾਰਟੀਸ਼ਨ ਦਾ ਕੇਸ ਪੜਾਂਗੇ, ਮੈਂ ਤੁਹਾਨੂੰ ਉੱਥੇ ਦੱਸਾਂਗਾ। ਮੈਂ ਤੁਹਾਨੂੰ ਕਨਫਿਊਜ਼ ਨਹੀਂ ਕੀਤਾ ਜਾਣ ਕੇ ਉਹਦੇ ਵਿੱਚ ਵੀ ਉਹ ਸਿੰਪਲ ਜਿਹਾ ਹੈਗਾ ਤੁਹਾਡਾ 30 60 90 ਡੇਜ਼ ਦਾ ਹੈਗਾ। ਉਹ ਸਿੰਪਲ ਜਨਰਲ ਜਿਹੜਾ ਹੈਗਾ ਟਰਮ ਪੀਰੀਅਡ ਹੈਗਾ 30 60 90। ਪਰ ਜਿਹੜਾ ਹੈਗਾ ਸਾਡਾ ਪਾਰਟੀਸ਼ਨ ਦੇ ਕੇਸ ਦੇ ਵਿੱਚ ਉਹਦੇ ਵਿੱਚ ਅਮੈਂਡਮੈਂਟ ਆਈ ਹੈ। ਮੈਂ ਉਸ ਨੂੰ ਅਮੈਂਡਮੈਂਟ ਪੜਾਵਾਂਗਾ, ਉਹ ਜਦੋਂ ਆਪਾਂ ਪਾਰਟੀਸ਼ਨ ਦਾ ਪੜਾਂਗੇ ਉੱਥੇ ਪੜਾਂਗੇ ਤਾਂ ਕਿ ਤੁਹਾਨੂੰ ਜਾਣ ਬੁੱਝ ਕੇ ਇਹਦੇ ਵਿੱਚ ਮੈਂ ਕਨਫਿਊਜ਼ ਨਹੀਂ ਕਰਨਾ ਚਾਹੁੰਦਾ ਸੀ, ਤਾਂ ਕਿ ਫਿਰ ਉਹ ਆਪਸੀ ਤੁਹਾਡਾ ਪਤਾ ਨਹੀਂ ਚੱਲਦਾ ਹੈਗਾ ਵੀ ਕੀ ਕਹਿ ਰਹੇ ਕੀ ਨਹੀਂ ਕਰ ਰਹੇ। ਥੈਂਕ ਯੂ ਸਰ, ਥੈਂਕ ਹਾਂ ਯੂ। ਹਾਂ, ਇੱਕ ਹੋਰ ਸੀਗਾ ਇਹਦੇ ਜੀ, ਜੇ ਕਮਿਸ਼ਨਰ ਦਾ ਆਰਡਰ ਆਇਆ ਆਪਣੇ ਕੋਲ ਤਹਿਸੀਲ ਦਾ, ਉਹਦੀ ਅਪੀਲ ਦਾਇਰ ਹੋ ਗਈ ਆ FCR ਤੇ, ਆਪਾਂ ਸਟੇ ਨਾਲ ਰੋਕਾਂਗੇ ਬਰੰਟ ਕਬਜ਼ਾ ਜਾਂ ਅਪੀਲ ਨਾਲ ਵੀ ਰੁਕ ਜਾਏਗਾ ਜੀ? ਬਰੰਟ ਪੋਜੀਸ਼ਨ ਜਾਰੀ ਹੋ ਗਿਆ ਜੀ, ਅੱਗੇ ਅਪੀਲ ਫਾਈਲ ਹੋ ਗਈ ਜੀ। ਨਹੀਂ, ਆਪਾਂ ਤਾਂ ਜੇ ਸਟੇ ਹੋਏਗੀ ਤਾਂ ਹੀ ਬਰੰਟ ਕਬਜ਼ਾ ਰੋਕ ਸਕਦੇ ਹਾਂ, ਕੱਲੀ ਅਪੀਲ ਦੇ ਨਾਲ ਦੀ ਬਰੰਟ ਕਬਜ਼ਾ ਰੁਕਦਾ? ਅਪੀਲ ਨਾਲ ਨਹੀਂ ਰੁਕਦਾ, ਠੀਕ ਹੈ ਜੀ।
स्टे होनी चाहिए। थैंक यू सर, थैंक यू। ठीक है जी, ओके, क्लास इज ओवर। थैंक यू वेरी मच। थैंक यू जी। ओके सर, थैंक यू सर। थैंक यू वेरी मच। थैंक यू।